ਕੀਤਾ ਸੀ ਸਾਰਿਆਂ ਤੋਂ ਪਹਿਲਾਂ ਪਾਰਟ 1 ਆਫ ਦੀ ਕਨਸਟੀਟਿਊਸ਼ਨ ਕੀ ਸੀਗਾ? ਯੂਨੀਅਨ ਐਂਡ ਇਟਸ ਟੈਰੀਟਰੀ। ਫਿਰ ਆਪਾਂ ਪਾਰਟ 2 ਕੀਤਾ। ਪਾਰਟ 2 ਕੀ ਸੀਗਾ? ਸਿਟੀਜ਼ਨਸ਼ਿਪ। ਪਾਰਟ 3 ਕੀਤਾ ਫੰਡਾਮੈਂਟਲ ਰਾਈਟਸ। ਹਾਂ ਬਈ। ਪਾਰਟ 4 ਕੀਤਾ ਡੀਪੀਐਸਟੀ। ਤੇ ਫਿਰ ਆਪਾਂ ਕੀਤਾ ਪਾਰਟ 5। ਪਾਰਟ 5 ਕੀ ਸੀ? 4A ਸੌਰੀ ਹਾਂ, ਪਾਰਟ 4 ਫੰਡਾਮੈਂਟਲ ਡਿਊਟੀਜ਼। ਠੀਕ ਹੈ, ਅੱਜ ਆਪਾਂ ਸ਼ੁਰੂ ਕਰਨਾ ਪਾਰਟ 5 ਪ੍ਰੈਜ਼ੀਡੈਂਟ। ਸੋ ਮੈਂ ਜੇ ਤੁਹਾਨੂੰ ਮੋਟਾ ਮੋਟਾ ਪੁੱਛਣਾ ਪਾਰਟ 1 ਕਿੱਥੋਂ ਲੈ ਕੇ ਕਿੱਥੋਂ ਤੱਕ ਆ, ਗੁਰਭੇਜ ਸਿੰਘ ਦੱਸੀ ਆਰਟੀਕਲ ਕਿੱਥੋਂ ਲੈ ਕੇ ਕਿੱਥੋਂ ਤੱਕ ਆ ਪਾਰਟ 1? ਪਾਰਟ 1 ਚ ਫੰਡਾਮੈਂਟਲ ਰਾਈਟਸ 12 ਤੋਂ 36 ਦੇ। ਪਾਰਟ 1 ਆ ਉਹ? ਨਹੀਂ ਉਹ ਤਾਂ 2 ਆ ਨਾ। ਪਾਰਟ 1 ਹੈਗਾ ਹੈਂ? ਪਹਿਲੇ ਤਾਂ 12 ਫੰਡਾਮੈਂਟਲ ਰਾਈਟ ਪਾਰਟ ਕਿੰਨਾ ਮੈਂ ਬਲਤੇਜ? ਉਹ ਤਾਂ ਤੀਜਾ ਪਾਰਟ ਆ ਬਈ, ਸਿਟੀਜ਼ਨਸ਼ਿਪ ਹੈ। ਕੀ ਕਰੀ ਜਾਂਦੇ ਆ? ਕੀ ਹੋਇਆ ਪਿਆ? ਤੀਜਾ ਬਈ, ਪਹਿਲਾ ਟੈਰੀਟਰੀ ਵਾਲਾ ਆ ਗਿਆ, ਦੂਜਾ ਸਿਟੀਜ਼ਨਸ਼ਿਪ ਵਾਲਾ ਆ ਗਿਆ, ਤੀਜਾ ਫੰਡਾਮੈਂਟਲ ਰਾਈਟ ਆ ਗਿਆ, ਚੌਥਾ ਆ ਗਿਆ ਡਾਇਰੈਕਟਿਵ ਪ੍ਰਿੰਸੀਪਲ। ਤੇ ਬਾਅਦ ਚ 4A ਸੀਗਾ ਫੰਡਾਮੈਂਟਲ ਡਿਊਟੀ, ਪੰਜਵਾਂ ਪ੍ਰੈਜ਼ੀਡੈਂਟ ਆ ਗਿਆ। ਹਾਂ ਪ੍ਰੈਜ਼ੀਡੈਂਟ ਨਹੀਂ, ਅਸਲ ਚ ਪੰਜਵਾਂ ਪਾਰਟ ਹੈਗਾ ਯੂਨੀਅਨ। ਪਾਰਟ 5 ਦਾ ਨਾਂ ਕੀ ਹੈ? ਯੂਨੀਅਨ। ਹਾਂ, ਯੂਨੀਅਨ ਦੇ ਵਿੱਚ ਅੱਗੇ ਆਪਾਂ ਪ੍ਰੈਜ਼ੀਡੈਂਟ। ਹਾਂ, ਇਹ ਪਾਰਟ ਦਾ ਨਾਂ ਇਸ ਦਾ ਯੂਨੀਅਨ ਆ, ਉਹਦੇ ਚ ਆਪਾਂ ਪ੍ਰੈਜ਼ੀਡੈਂਟ ਅੱਗੇ ਸ਼ੁਰੂ ਕਰਨ ਲੱਗੇ। ਠੀਕ ਹੈ, ਪਾਰਟ 5 ਕੀ ਹੈ? ਯੂਨੀਅਨ। ਪੜ੍ਹਿਓ ਪਾਰਟ, ਜਿਹੜੇ ਪਾਰਟ ਵਾਲਾ ਤੁਹਾਨੂੰ ਸੈਂਡ ਕੀਤਾ ਸੀ ਨਾ, ਤੇ ਤੁਸੀਂ ਤਾਂ ਕਿਤਾਬ ਹੀ ਖੋਲੋ ਨਾਲ, ਕਿਤਾਬ ਤੇ ਵੇਖੋ ਕੀ ਲਿਖਿਆ, ਤੇ ਸੋ ਉਸ ਹਿਸਾਬ ਨਾਲ ਚੱਲਾਂਗੇ। ਗੁਰਭੇਜ ਤੈਨੂੰ ਕੀ ਹੋਇਆ ਪਿਆ? ਪਾਰਟਾਂ ਦਾ ਨਹੀਂ ਪਤਾ ਲੱਗਦਾ ਅੱਜ। ਚਲੋ ਆਪਾਂ ਬੜਾ ਟਾਈਮ ਨਾ ਲਾਈਏ। ਪਾਰਟ 1 ਕਿੰਨੇ ਆਰਟੀਕਲ ਤੋਂ ਕਿੰਨੇ ਆਰਟੀਕਲ ਤੱਕ ਬਲਦੇ? ਯੂਨੀਅਨ ਐਂਡ ਇਟਸ ਪਾਰਟ 1 ਸੀਗਾ 1 ਤੋਂ 5 ਵੀ, 1 ਤੋਂ 4 ਆਰਟੀਕਲ। ਫਿਰ ਅੱਜ ਦਾ ਤੁਹਾਡਾ ਕੰਮ ਇਹ ਆ, ਆਰਟੀਕਲ ਸਾਰੇ 51 ਦੇ 51 ਦੁਬਾਰਾ ਰਿਵਾਈਜ਼ ਕਰਨੇ ਆ ਤੇ ਫੰਡਾਮੈਂਟਲ ਡਿਊਟੀਜ਼ ਯਾਦ ਕਰਨੀਆਂ। ਕੱਲ ਨੂੰ ਮੈਂ ਇਹਨਾਂ ਚੋਂ ਪੁੱਛੂੰਗਾ। ਮੈਂ ਹੁਣ ਤੁਹਾਨੂੰ ਆਪੇ ਦੱਸਿਆ ਕਰੂੰ ਕੰਮ ਵੀ ਪੁਰਾਣਾ ਆ ਦੁਬਾਰਾ ਰਿਵਾਈਜ਼ ਕਰੋ। ਠੀਕ ਹੈ, ਸਮਝ ਲੱਗ ਗਈ ਹਰਜੀਤ? ਹਾਂ ਅੱਜ ਉਹ ਸੁਣ ਕੇ ਆਉਂਦੇ ਆ, ਪਰ ਫੰਡਾਮੈਂਟਲ ਡਿਊਟੀਜ਼ ਵੀ ਸਾਰੀਆਂ A to Z 11 ਦੀਆਂ 11। ਹਾਂ ਡੀਪੀਐਸ ਵੀ ਘੱਟ ਹੁੰਦੇ ਗੁਰਭੇਜ ਨੂੰ, ਫੰਡਾਮੈਂਟਲ ਉਹ ਸੁਣੇ ਸੀ। ਸੁਣੋ ਨਾ, ਫਿਰ ਉਹੀ ਗੱਲ ਵੀ ਮੈਂ ਤੁਹਾਨੂੰ ਕੱਲ ਦਾ ਕੰਮ ਦੱਸਤਾ, ਸਾਰਿਆਂ ਨੂੰ ਆਉਣਾ ਚਾਹੀਦਾ। ਠੀਕ ਹੈ, ਪਿਛਲੇ ਸਾਰਾ ਹੀ ਹੋਣਾ ਚਾਹੀਦਾ, ਪਿਛਲੇ ਤਾਂ ਸਾਰਾ ਹੀ ਹੋਣਾ ਚਾਹੀਦਾ। ਹਾਂ ਉਹ ਵੀ ਚਲੋ ਐ ਵੰਡ ਕੇ ਕਰ ਲਓ ਜੇ ਊਂ ਨਹੀਂ ਪਤਾ ਲੱਗਦਾ ਤਾਂ। ਹਾਂ ਠੀਕ ਹੈ। ਠੀਕ ਹੈ, ਉਸ ਤੋਂ ਬਾਅਦ ਦੇ ਮੈਂ ਕੱਲ ਨੂੰ ਹੋਰ ਦੱਸ ਦੂੰਗਾ। ਸੋ ਪਾਰਟ 1 ਕੀ ਹੈ ਆਪਣਾ? ਆਰਟੀਕਲ 1 ਤੋਂ ਲੈ ਕੇ ਆਰਟੀਕਲ 4 ਤੱਕ। ਪਾਰਟ 2 ਹੈ ਆਰਟੀਕਲ 5 ਤੋਂ ਆਰਟੀਕਲ 11। ਪਾਰਟ 3 ਹੈ ਆਰਟੀਕਲ 12 ਤੋਂ ਆਰਟੀਕਲ 35। ਅੱਗੇ ਪਾਰਟ 4 ਆ ਆਰਟੀਕਲ 36 ਤੋਂ 52। ਆਰਟੀਕਲ ਦੂਜਾ ਪਾਰਟ 4A ਹੈ 52A। ਅੱਜ ਆਪਾਂ ਪਾਰਟ 5 ਸ਼ੁਰੂ ਕਰਨਾ ਯੂਨੀਅਨ। ਇਹ ਚੱਲੂਗਾ ਆਪਣਾ ਆਰਟੀਕਲ 52 ਤੋਂ ਲੈ ਕੇ ਆਰਟੀਕਲ 151 ਤੱਕ। ਇਹਦੇ ਚ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਪਾਰਟ 3 ਬਣਨਗੇ ਮੇਨ। ਪਾਰਟ ਜਿਹੜਾ ਆਪਣਾ 5 ਆ ਉਹਦੇ ਸਬ ਪਾਰਟ ਬਣਨਗੇ ਹਨਾ। ਪਾਰਟਾਂ ਦੇ ਨੂੰ ਗਾਂ ਫਰਦਰ ਡਿਵਾਈਡ ਕਰਾਂਗੇ। ਕਾਹਦੇ ਚ? ਇੱਕ ਤਾਂ ਹੋਊਗੀ ਐਗਜ਼ੈਕਟਿਵ, ਯੂਨੀਅਨ ਐਗਜ਼ੈਕਟਿਵ, ਫਿਰ ਯੂਨੀਅਨ ਲੈਜਿਸਲੇਚਰ, ਤੇ ਉਦੋਂ ਬਾਅਦ ਚ ਕੀ ਬਣੂਗਾ? ਯੂਨੀਅਨ ਜੁਡੀਸ਼ਰੀ। ਠੀਕ ਹੈ, ਜਿਹਨੂੰ ਸੁਪਰੀਮ ਕੋਰਟ ਕਹਿ ਦਿੰਦੇ ਆ। ਸੋ ਆਪਾਂ ਇਹਦੇ ਚ ਹੁਣ ਆਪਾਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਯੂਨੀਅਨ ਐਗਜ਼ੈਕਟਿਵ ਸ਼ੁਰੂ ਕਰਨ ਲੱਗੇ। ਯੂਨੀਅਨ ਐਗਜ਼ੈਕਟਿਵ ਦੇ ਵਿੱਚ ਕੀ ਕੁਛ ਆਉਂਦਾ? ਪ੍ਰੈਜ਼ੀਡੈਂਟ ਆਉਂਦਾ, ਵਾਈਸ ਪ੍ਰੈਜ਼ੀਡੈਂਟ ਆਉਂਦਾ, ਠੀਕ ਹੈ, ਅਟਾਰਨੀ ਜਨਰਲ ਆਊਗਾ, ਪ੍ਰਾਈਮ ਮਿਨਿਸਟਰ ਐਂਡ ਕਾਉਂਸਲ ਆਫ ਮਿਨਿਸਟਰ। ਇਹ 4 ਚੀਜ਼ਾਂ ਆਉਣਗੀਆਂ। ਸਮਝ ਲੱਗੀ? ਹਾਂ ਠੀਕ। ਹਰਜੀਤ ਵਿੱਚ ਆਵਾਜ਼ ਆਈ ਜਾਂਦੀ ਹੈ। ਸੋ ਨਹੀਂ ਇਧਰ ਤਾਂ ਨਹੀਂ। 4 ਚੀਜ਼ਾਂ ਆਉਣਗੀਆਂ ਯੂਨੀਅਨ ਐਗਜ਼ੈਕਟਿਵ ਦੇ ਵਿੱਚ। ਸਮਝ ਲੱਗ ਗਈ? ਲੱਗ ਗਈ। ਮੈਂ ਕੀ ਕਿਹਾ ਵੀ ਜਿਹੜੇ ਆਪਣਾ ਪਾਰਟ 5 ਆ ਉਹਨੂੰ ਆਪਾਂ ਮੋਟਾ 3 ਭਾਗਾਂ ਚ ਵੰਡਾਂਗੇ। ਯੂਨੀਅਨ ਐਗਜ਼ੈਕਟਿਵ ਦਾ ਕੰਮ ਤੁਹਾਨੂੰ ਪਤਾ ਨਹੀਂ ਕੀ ਹੁੰਦਾ? ਜਿਹਨੇ ਇੰਪਲੀਮੈਂਟ ਕਰਨਾ ਹੁੰਦਾ ਸਾਰਾ ਕੁਝ, ਕਾਰਜਪਾਲਿਕਾ। ਠੀਕ ਹੈ। ਫਿਰ ਯੂਨੀਅਨ ਲੈਜਿਸਲੇਚਰ ਪਾਰਲੀਮੈਂਟ ਆਊਗੀ। ਫਿਰ ਯੂਨੀਅਨ ਜੁਡੀਸ਼ਰੀ ਸੁਪਰੀਮ ਕੋਰਟ ਦੀ ਗੱਲ ਹੋਊਗੀ। ਹੁਣ ਆਪਾਂ ਪਹਿਲਾ ਸਬ ਪਾਰਟ ਕਰਨ ਲੱਗੇ ਯੂਨੀਅਨ ਐਗਜ਼ੈਕਟਿਵ।
ਯੂਨੀਅਨ ਐਗਜ਼ੈਕਟਿਵ ਦੇ ਵਿੱਚ ਪਹਿਲੀ ਚੀਜ਼ ਕਿਹੜੀ ਆ, ਪ੍ਰੈਜ਼ੀਡੈਂਟ ਆ। ਫਿਰ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰਾਂਗੇ, ਫਿਰ ਕਾਉਂਸਲ ਆਫ ਮਿਨਿਸਟਰਸ ਦੀ ਗੱਲ ਕਰਾਂਗੇ, ਪੀਐਮ ਤੇ ਕਾਉਂਸਲ ਆਫ ਮਿਨਿਸਟਰ ਦੀ, ਤੇ ਫਿਰ ਗੱਲ ਕਰਾਂਗੇ ਅਟਾਰਨੀ ਜਨਰਲ ਦੀ। ਸਮਝ ਲੱਗ ਗਈ? ਇਹ ਚਾਰ ਚੀਜ਼ਾਂ ਯੂਨੀਅਨ ਐਗਜ਼ੈਕਟਿਵ ਦਾ ਪਾਰਟ ਆ। ਪਤਾ ਲੱਗਿਆ? ਹਾਂ ਵੀ ਲਿਖਣਾ ਤਾਂ ਲਿਖ ਲਓ, ਠੀਕ ਹੈ, ਤੇ ਨਹੀਂ ਤੁਸੀਂ ਆਪੇ ਬਾਅਦ ਦੇ ਵਿੱਚ ਨੋਟਸ ਬਣਾ ਲਿਓ ਜੀ। ਇਹ ਤੁਹਾਡੇ ਕੋਲੇ ਆ ਜੂਗੀ ਆ YouTube ਤੇ। ਹਾਂ ਠੀਕ ਹੈ, ਓਕੇ, ਸਮਝ ਲੱਗ ਗਈ ਨਾ? ਉਹ ਵੈਸੇ ਕਾਪੀ ਪੈਨ ਕੋਲੇ ਰੱਖਿਆ ਕਰੋ, ਲਿਖੀ ਜਾਇਆ ਕਰੋ ਨਾਲ ਦੀ ਨਾਲ ਹੀ ਜਿਹੜਾ ਕੰਮ ਨਿਬੜਦਾ ਹੁੰਦਾ। ਸੋ ਸਾਰਿਆਂ ਤੋਂ ਪਹਿਲਾਂ ਹੁਣ ਆਪਾਂ ਜਾਣਦੇ ਹਾਂ ਯੂਨੀਅਨ ਐਗਜ਼ੈਕਟਿਵ ਤੇ। ਪਹਿਲੀ ਚੀਜ਼ ਕਰਨ ਲੱਗੇ ਆ ਯੂਨੀਅਨ ਐਗਜ਼ੈਕਟਿਵ ਦੇ ਵਿੱਚ ਪਹਿਲੀ ਗੱਲ ਉਹਨਾਂ ਨੇ ਕੀ ਲਿਖੀ ਆ, ਆਰਟੀਕਲ 52 to 78। ਇਹ ਕੀ ਹੈ, ਯੂਨੀਅਨ ਐਗਜ਼ੈਕਟਿਵ ਦੇ ਆਰਟੀਕਲ। ਤੁਹਾਨੂੰ ਦੱਸਿਆ ਨਾ ਵੀ ਆਪਣੇ ਮੋਟੇ ਕਿਹੜੇ ਆ, 3 ਪਾਰਟ, ਯੂਨੀਅਨ ਐਗਜ਼ੈਕਟਿਵ, ਯੂਨੀਅਨ ਲੈਜਿਸਲੇਚਰ ਤੇ ਯੂਨੀਅਨ ਜੁਡੀਸ਼ਰੀ, ਜਿਹਨੂੰ ਸੁਪਰੀਮ ਕੋਰਟ ਕਹਿੰਦੇ। ਸੋ ਹੁਣ ਆਪਾਂ ਜਿਹੜੀ ਯੂਨੀਅਨ ਐਗਜ਼ੈਕਟਿਵ ਦੀ ਗੱਲ ਕਰਦੇ ਹਾਂ, ਉਹਦੇ ਆਰਟੀਕਲ ਕਿੱਥੋਂ ਲੈ ਕੇ ਕਿੱਥੋਂ ਤੱਕ, ਆਰਟੀਕਲ 52 ਤੋਂ ਆਰਟੀਕਲ 78 ਤੱਕ ਗੱਲ ਕਰਾਂਗੇ। ਤੇ 4 ਚੀਜ਼ਾਂ ਦੀ ਗੱਲ ਕਰਾਂਗੇ ਇਹਦੇ ਵਿੱਚ। ਪ੍ਰੈਜ਼ੀਡੈਂਟ ਬੋਲੋ, ਵਾਈਸ ਪ੍ਰੈਜ਼ੀਡੈਂਟ, ਪੀਐਮ ਐਂਡ ਕਾਉਂਸਲ ਆਫ ਮਿਨਿਸਟਰ, ਪੀਐਮ ਐਂਡ ਕਾਉਂਸਲ ਆਫ ਮਿਨਿਸਟਰ। ਚੌਥਾ ਕਿਹੜਾ, ਅਟਾਰਨੀ ਜਨਰਲ। ਅਟਾਰਨੀ ਜਨਰਲ ਜਿਹੜਾ ਭਾਰਤ ਸਰਕਾਰ ਦਾ ਮੁੱਖ ਵਕੀਲ ਹੁੰਦਾ। ਜਦੋਂ ਭਾਰਤ ਸਰਕਾਰ ਨੇ ਵੀ ਸੁਪਰੀਮ ਕੋਰਟ ਦੇ, ਜਿਵੇਂ ਹੁਣ ਕਿਸਾਨਾਂ ਨੇ ਕੇਸ ਲਾਤਾ ਜਾਂ ਕਿਸੇ ਨੇ ਹੋਰ ਨੇ ਰਿਟ ਪਾਤੀ, ਤੁਸੀਂ ਕਹਤਾ ਵੀ ਸਾਡੇ ਫੰਡਾਮੈਂਟਲ ਰਾਈਟਸ ਦੀ ਪਾਲਣਾ ਨਹੀਂ ਕਰ ਰਹੀ ਸਰਕਾਰ, ਤੇ ਉਹਦਾ ਜਵਾਬ ਸਰਕਾਰ ਵੱਲੋਂ ਕੌਣ ਦੇਣ ਜਾਊਗਾ, ਅਟਾਰਨੀ ਜਨਰਲ, ਜਾਂ ਅਟਾਰਨੀ ਜਨਰਲ ਕਿਸੇ ਹੋਰ ਵਕੀਲ ਨੂੰ ਭੇਜੂਗਾ, ਪਰ ਉਹ ਜ਼ਿੰਮੇਵਾਰੀ ਅਟਾਰਨੀ ਜਨਰਲ ਦੀ ਹੈ। ਗੱਲ ਸਮਝ ਲੱਗ ਗਈ? ਉਹਦੇ ਬਾਰੇ ਪੜਾਂਗੇ ਆਪਾਂ, ਠੀਕ ਹੈ। ਠੀਕ ਹੈ। ਹਾਂ, ਕੇ ਵੇਣੂਗੋਪਾਲ ਐਸਾ। ਚਲੋ ਆਪਾਂ ਹੁਣ ਸ਼ੁਰੂ ਕਰੀਏ ਪ੍ਰੈਜ਼ੀਡੈਂਟ। Article 52 to 78 in part 4 of the Constitution deal with the Union Executive। समझ लग गई ना? पहली लाइन का पता लग गया? The Union Executive consists the President, Vice President, Prime Minister, the Council of Ministers and the Attorney General of India। ये तुम दस दो हरा, समझ लग गई? यूनियन एग्जेक्टिव ਦੇ ਵਿੱਚ ਕੀ ਕੁਝ ਆਊਗਾ ਉਹ ਸਾਰਾ ਤੁਹਾਨੂੰ ਦੱਸਦਾ। ਅੱਗੇ ਆ ਗਿਆ ਪ੍ਰੈਜ਼ੀਡੈਂਟ। ਸੋ ਆਰਟੀਕਲ 52 provides the office of the president of India। the president is the head of the Indian state। he is the first citizen of India and act as the symbol of unity, integrity and solidarity of the nation। ਸੋ ਪਹਿਲੀ ਗੱਲ ਜਿਹੜੀ ਇੱਕ ਚੀਜ਼ ਤੁਸੀਂ ਯਾਦ ਰੱਖਣੀ ਆ ਵੀ ਪ੍ਰੈਜ਼ੀਡੈਂਟ ਹੋਊਗਾ ਇੰਡੀਆ ਦਾ, ਹਨਾ, ਇੰਡੀਆ ਦਾ ਇੱਕ ਪ੍ਰੈਜ਼ੀਡੈਂਟ ਹੋਊਗਾ। ਇਹ ਸਾਰਿਆਂ ਤੋਂ ਪਹਿਲਾਂ ਕਨਸੈਪਟ ਕਿੱਥੋਂ ਲਿਆ ਸੀ ਵੀ ਆਪਾਂ, ਅਮਰੀਕਾ ਤੋਂ ਨਹੀਂ ਲਿਆ ਸੀ ਪ੍ਰੈਜ਼ੀਡੈਂਟ? ਲਿਖਿਆ ਤਾਂ ਨਹੀਂ, ਲਿਖਿਆ ਪ੍ਰੈਜ਼ੀਡੈਂਟ ਵਾਲਾ ਨਹੀਂ ਲਿਖਿਆ ਸੀ? ਚਲੋ ਇਹਨੂੰ ਤੁਸੀਂ ਉਹ ਕਰਿਓ, ਫਿਰ ਚੈੱਕ ਕਰਿਓ ਜੀ। ਸੋ ਮੇਨ ਕੀ ਆ ਹੁਣ, ਜੇ ਆਪਣੀ ਗੱਲ ਆ ਗਈ ਵੀ ਕਨਸਟੀਟਿਊਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਦੀ ਗੱਲ ਕਿੱਥੇ ਕੀਤੀ ਗਈ ਹੈ, ਤੁਸੀਂ ਕੀ ਯਾਦ ਰੱਖਣਾ? ਪਹਿਲਾ ਕੁਐਸਚਨ ਆਰਟੀਕਲ 52। ਆਰਟੀਕਲ 52, ਆਰਟੀਕਲ 52 provides the ਆਰਟੀਕਲ 52 provides the office of president। ਠੀਕ ਹੈ, ਆਰਟੀਕਲ 52 ਕੀ ਦੱਸਦਾ ਸਾਨੂੰ? ਆਫਿਸ ਆਫ ਪ੍ਰੈਜ਼ੀਡੈਂਟ ਬਾਰੇ। ਪਹਿਲਾ ਕੁਐਸਚਨ। ਦੂਜਾ ਕੁਐਸਚਨ, ਜੇ ਤੁਹਾਨੂੰ ਆ ਜੇ ਹੈਡ ਆਫ ਇੰਡੀਅਨ ਸਟੇਟ ਕੌਣ ਆ? ਹੈਡ ਆਫ ਇੰਡੀਅਨ ਸਟੇਟ ਕੌਣ ਆ? ਵੀ ਜਿਹੜਾ ਇੰਡੀਅਨ ਸਟੇਟ ਦਾ ਜਿਹੜਾ ਮੁਖੀ ਆ ਉਹ ਪ੍ਰਧਾਨ ਮੰਤਰੀ ਨਹੀਂ, ਉਹ ਇੰਡੀਅਨ ਗਵਰਨਮੈਂਟ ਦਾ ਮੁਖੀ ਹੈ। ਦੋ ਗੱਲਾਂ ਹੁੰਦੀਆਂ ਵੇਖੋ, ਇੱਕ ਇੰਡੀਅਨ ਸਟੇਟ ਆ, ਇੰਡੀਅਨ ਸਟੇਟ ਮਤਲਬ ਭਾਰਤ, ਹਨਾ, ਇੱਕ ਭਾਰਤ ਸਰਕਾਰ ਆ, ਇੰਡੀਅਨ ਗਵਰਨਮੈਂਟ। ਇੰਡੀਅਨ ਗਵਰਨਮੈਂਟ ਦਾ ਜਿਹੜਾ ਮੁਖੀ ਆ ਉਹ ਕੌਣ ਆ? ਮੋਦੀ ਸਾਹਿਬ, ਪੀਐਮ ਆਫ ਇੰਡੀਆ। ਠੀਕ ਹੈ, ਤੇ ਜਿਹੜਾ ਇੰਡੀਅਨ ਸਟੇਟ ਆ ਉਹਦਾ ਮੁਖੀ ਕੌਣ ਆ? ਹੈਡ ਕੌਣ ਆ? ਪ੍ਰੈਜ਼ੀਡੈਂਟ ਆਫ ਇੰਡੀਆ। ਪਤਾ ਲੱਗ ਗਿਆ ਨਾ? ਇਹਨਾਂ 'ਚ ਫਰਕ ਨਹੀਂ ਪਤਾ ਲੱਗਿਆ।
ਸਟੇਟ ਤੇ ਇੰਡੀਅਨ ਸਟੇਟ ਮੈਂ ਉਹੀ ਤੁਹਾਨੂੰ ਦੱਸੀ ਜਾਂਦਾ ਨਾ ਵੀ ਇੰਡੀਅਨ ਸਟੇਟ ਦਾ ਮਤਲਬ ਤਾਂ ਇਹ ਹੈ ਨਾ ਵੀ ਭਾਰਤ, ਵੈਸੇ ਭਾਰਤ ਦੇਸ਼, ਠੀਕ ਹੈ। ਤੇ ਇੰਡੀਅਨ ਸਰਕਾਰ ਤਾਂ ਗਵਰਨਮੈਂਟ ਉਹੀ ਭਾਰਤ ਸਰਕਾਰ। ਹੁਣ ਇਹ ਚ ਫਰਕ ਕੀ ਹੈ? ਭਾਰਤ ਸਰਕਾਰ 5 ਸਾਲਾਂ ਵਾਸਤੇ ਵੈਸੇ ਬਣੀ ਆ, ਜੇ ਆਪਾਂ ਗੱਲ ਕਰੀਏ ਹਨਾ, ਉਹ ਕਦੋਂ ਵੀ ਭੰਗ ਵੀ ਹੋ ਸਕਦੀ ਹੈ ਹਨਾ। ਜਿਹੜੀ ਪਰ ਇੰਡੀਅਨ ਸਟੇਟ ਆ ਉਹ ਭੰਗ ਨਹੀਂ ਨਾ ਹੋਣੀ ਗੀ। ਵੀ ਪ੍ਰੈਜ਼ੀਡੈਂਟ, ਚਲੋ ਉਹ ਇੰਡੀਅਨ ਸਟੇਟ ਦਾ ਪ੍ਰੈਜ਼ੀਡੈਂਟ ਜ਼ਰੂਰ ਬਦਲੂਗਾ, ਪਰ ਇੰਡੀਅਨ ਸਟੇਟ ਨਹੀਂ ਭੰਗ ਹੋਣੀ। ਇੰਡੀਆ ਦਾ ਯਾਰ ਇੰਡੀਆ, ਭਾਰਤ ਆ ਜਿਹੜਾ। ਆਪਾਂ ਯੂਨੀਅਨ ਐਂਡ ਟੈਰੀਟਰੀ ਦੀ ਆਪਾਂ ਗੱਲ ਕਰਦੇ ਹਾਂ ਵੀ 28 ਰਾਜ 8 ਸਟੇਟਾਂ, ਉਹ ਸਾਰੀਆਂ ਮਿਲ ਕੇ ਭਾਰਤ ਬਣਾਉਂਦੀਆਂ, ਪਰ ਭਾਰਤ ਸਰਕਾਰ ਚ ਤਾਂ 13 ਜਾਣੀ ਆ। 13 ਕੀ ਹੈ ਨਾ ਵੀ ਉਹ ਜਿਹੜੇ ਮੋਦੀ ਤੇ ਉਹਦੇ ਜਿਹੜੇ ਕਾਉਂਸਲ ਆਫ ਮਿਨਿਸਟਰੀ ਆ ਵੀ ਜਿਹੜੇ ਮੰਨ ਕੇ ਲੋ 75-80 ਜਣੇ ਹੋਣੇ ਆ। ਆਈ ਦਿਮਾਗ ਚ ਕਿ ਨਹੀਂ ਆਈ? ਹਾਂ ਲੱਗ ਗਿਆ ਪਤਾ। ਜਿਵੇਂ ਤੁਹਾਨੂੰ ਉਹ ਨਹੀਂ ਦੱਸਿਆ ਸੀਗਾ ਵੀ ਕੈਬਨਿਟ ਵਾਲਾ। ਹਾਂ, ਜਿਵੇਂ ਤੁਹਾਨੂੰ ਦੱਸਿਆ ਸੀਗਾ ਇੱਕ ਵੀ ਲੈਜਿਸਲੇਚਰ ਦੇ ਵਿੱਚ ਹਨਾ ਤੇ ਕੈਬਨਿਟ ਦੇ ਵਿੱਚ ਕੀ ਫਰਕ ਆ, ਪਾਰਲੀਮੈਂਟ ਦੇ ਵਿੱਚ ਤੇ ਕੈਬਨਿਟ ਦੇ ਵਿੱਚ ਕੀ ਫਰਕ ਆ, ਦੱਸਿਆ ਨਹੀਂ ਸੀ ਤੁਹਾਨੂੰ? ਹਾਂ ਦੱਸਿਆ। ਠੀਕ ਹੈ, ਪਾਰਲੀਮੈਂਟ ਦਾ ਕੰਮ ਆ ਵੀ ਉਹ ਕਾਨੂੰਨ ਬਣਾਉਣੇ, ਕੈਬਨਿਟ ਦਾ ਕੰਮ ਆ ਉਹਨਾਂ ਨੂੰ ਲਾਗੂ ਕਰਨਾ, ਤੇ ਕੈਬਨਿਟ ਉਹਦੇ ਵਿੱਚੋਂ ਹੀ ਹੁੰਦੀ ਹੈ। ਠੀਕ ਹੈ, ਲੱਗਿਆ ਪਤਾ ਕਿ ਨਹੀਂ ਲੱਗਿਆ? ਠੀਕ ਹੈ। ਸੋ ਹੈਡ ਆਫ ਇੰਡੀਅਨ ਸਟੇਟ ਕੌਣ ਆ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਆਫ ਇੰਡੀਆ। ਦੂਜਾ ਕੁਐਸਚਨ ਹੋ ਗਿਆ, ਪਹਿਲਾ ਹੋ ਗਿਆ ਆਰਟੀਕਲ 52, ਠੀਕ ਹੈ। ਪ੍ਰੈਜ਼ੀਡੈਂਟ ਦਾ ਆਫਿਸ ਕਿਹੜੇ ਆਰਟੀਕਲ ਚ ਹੈ? ਆਰਟੀਕਲ 52। ਦੂਜਾ ਕੁਐਸਚਨ ਇੰਡੀਅਨ ਸਟੇਟ ਦਾ ਹੈਡ ਕੌਣ ਆ? ਪ੍ਰੈਜ਼ੀਡੈਂਟ। ਤੀਜਾ ਕੁਐਸਚਨ ਇੰਡੀਆ ਦਾ ਫਸਟ ਸਿਟੀਜ਼ਨ ਕੌਣ ਆ? ਉਹ ਵੀ ਪ੍ਰੈਜ਼ੀਡੈਂਟ ਆ। ਪ੍ਰੈਜ਼ੀਡੈਂਟ। ਠੀਕ ਹੈ, ਅਗਲੀ ਲਾਈਨ ਵੇਖੋ, ਹੀ ਇਜ਼ ਦਾ ਫਸਟ ਸਿਟੀਜ਼ਨ ਆਫ ਇੰਡੀਆ। ਸੋ 3 ਕੁਐਸਚਨ ਬਣ ਗਏ, ਇਹਨਾਂ ਨੂੰ ਕਾਪੀ ਤੇ ਐਂ ਲਿਖਣੇ, ਕੁਐਸਚਨ ਬਣਾ ਕੇ ਲਿਖ ਲਿਓ ਜੀ 1 ਲਾਈਨ, ਠੀਕ ਹੈ। ਉਦੋਂ ਬਾਅਦ ਚ ਆ ਗਿਆ ਪ੍ਰੈਜ਼ੀਡੈਂਟ ਬਾਰੇ ਗੱਲ ਹੋ ਗਈ ਹੈ ਨਾ। ਹੁਣ ਉਹਦੀਆਂ ਕੁਆਲੀਫਿਕੇਸ਼ਨ ਕੀ ਹੈ ਵੀ ਕਿਹੜਾ ਬੰਦਾ ਭਾਰਤ ਦਾ ਪ੍ਰੈਜ਼ੀਡੈਂਟ ਬਣ ਸਕਦਾ? ਅੰਡਰ ਆਰਟੀਕਲ 58, ਇਹ ਤੁਹਾਨੂੰ ਯਾਦ ਰੱਖਣ ਦੀ ਨਹੀਂ ਲੋੜ ਜੀ, ਆਰਟੀਕਲ ਬਸ ਇਕੱਲਾ 52 ਯਾਦ ਰੱਖਣਾ ਹੈ, ਵੈਸੇ ਕੁਆਲੀਫਿਕੇਸ਼ਨ ਯਾਦ ਰੱਖਾਂਗੇ ਨਾ। ਕੌਣ ਬਣ ਸਕਦਾ ਹੈ? ਇਹ ਪਰਸਨ ਟੂ ਬੀ ਐਲੀਜੀਬਲ ਫਾਰ ਦਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਸ਼ੁੱਡ ਫੁਲਫਿਲ ਦਾ ਫਾਲੋਇੰਗ ਕੁਆਲੀਫਿਕੇਸ਼ਨ। ਪਹਿਲੀ ਗੱਲ ਤਾਂ ਪ੍ਰੈਜ਼ੀਡੈਂਟ ਬਣਨ ਲਈ ਕੀ ਹੋਊਗੀ ਆਪਣੇ? ਕੀ ਹੋਊਗੀ? ਇਲੈਕਸ਼ਨ। ਆਏ ਨਹੀਂ ਵੀ ਅਪੁਆਇੰਟ ਨਹੀਂ ਹੋਣਾਗਾ ਪ੍ਰੈਜ਼ੀਡੈਂਟ ਮਰਜ਼ੀ ਨਾਲ, ਜਿਹਨੂੰ ਮਰਜ਼ੀ ਲਾ ਦਈਏ, ਉਹਦੇ ਵਾਸਤੇ ਕੀ ਹੋਣੀ ਹੈ? ਇਲੈਕਸ਼ਨ ਹੋਣੀ ਹੈ। ਤੇ ਉਹ ਇਲੈਕਸ਼ਨ ਦੇ ਵਿੱਚ ਜੇ ਮੰਨ ਕੇ ਚਲੋ ਗੁਰਭੇਜ ਦੇ ਦਿਮਾਗ ਚ ਆਈ ਵੀ ਹਾਂ ਵੀ ਮੈਂ ਵੀ ਪ੍ਰੈਜ਼ੀਡੈਂਟ ਬਣਨਾ ਤੇ ਮੈਂ ਖੜਾ ਹੋਣਾ, ਤੇ ਗੁਰਭੇਜ ਨੂੰ ਕਿਹੜੀਆਂ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ, ਕਿਹੜੀਆਂ ਕਿਹੜੀਆਂ ਕੰਡੀਸ਼ਨਸ ਪੂਰੀਆਂ ਕਰਨੀਆਂ ਪੈਣਗੀਆਂ, ਉਹਦੀ ਗੱਲ ਹੈ। ਪਹਿਲਾਂ ਗੱਲ ਸਮਝ, 35 ਸਾਲ ਉਮਰ। 1 ਮਿੰਟ ਖੜ ਜਾ, ਮੈਂ ਪੜਾਉਣਾ। ਪਹਿਲਾਂ ਗੱਲ ਇੰਨਾ ਪਤਾ ਲੱਗਿਆ? ਹਾਂ ਬਈ ਪਹਿਲੀ ਗੱਲ ਤਾਂ ਹੋਣੀ ਹੈ ਇਲੈਕਸ਼ਨ, ਤੇ ਇਲੈਕਸ਼ਨ ਵਾਸਤੇ, ਇਲੈਕਸ਼ਨ 'ਚ ਖੜੇ ਹੋਣ ਵਾਸਤੇ ਤੁਹਾਨੂੰ ਆਹ ਸ਼ਰਤਾਂ ਚਾਹੀਦੀਆਂ। ਇਹ ਨਹੀਂ ਵੀ ਤੁਹਾਡੀਆਂ ਇਹ ਸ਼ਰਤਾਂ ਪੂਰੀਆਂ ਹੋਈਆਂ ਤੁਸੀਂ ਪ੍ਰੈਜ਼ੀਡੈਂਟ ਬਣ ਜਾਓਗੇ, ਦੋ ਗੱਲਾਂ ਦਿਮਾਗ 'ਚ ਗੱਲ ਆਈ ਕਿ ਨਹੀਂ? ਠੀਕ ਹੈ, ਵੀ ਇਲੈਕਸ਼ਨ 'ਚ ਖੜੇ ਹੋਣ ਵਾਸਤੇ ਹਨਾ, ਵੀ ਆ ਜਿਹੜੀਆਂ ਕੰਡੀਸ਼ਨਸ ਆਪਾਂ ਪੜਾਂਗੇ ਉਹ ਤੁਸੀਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ ਖੜੇ ਹੋਣ ਦਾ ਫਾਰਮ ਤਾਂ ਭਰ ਸਕਦੇ ਆ ਜੇ ਤੁਹਾਡੀਆਂ ਆਹ ਕੰਡੀਸ਼ਨਸ ਫੁਲਫਿਲ ਹੁੰਦੀਆਂ, ਪੂਰੀਆਂ ਹੁੰਦੀਆਂ ਆਹ ਸ਼ਰਤਾਂ। ਸੋ ਪਹਿਲੀ ਸ਼ਰਤ ਕੀ ਹੈ? ਹੀ ਸ਼ੁੱਡ ਬੀ ਅ ਸਿਟੀਜ਼ਨ ਆਫ ਇੰਡੀਆ। ਪਹਿਲੀ ਗੱਲ ਕੀ ਹੈ ਵੀ ਉਹ ਸਿਟੀਜ਼ਨ ਹੋਣਾ ਚਾਹੀਦਾ ਇੰਡੀਆ ਦਾ, ਤੇ ਇੰਡੀਆ ਦਾ ਸਿਟੀਜ਼ਨ ਮੈਂ ਤੁਹਾਨੂੰ ਦੱਸਿਆ ਸੀ ਵੀ ਕਿੰਨੇ ਤਰੀਕਿਆਂ ਨਾਲ ਬਣ ਸਕਦਾ? 5 ਨਾਲ। ਬਾਈ ਬਰਥ, ਬਾਈ ਡਿਸੈਂਟ, ਬਾਈ ਰਜਿਸਟ੍ਰੇਸ਼ਨ, ਬਾਈ ਨੈਚੁਰਲਾਈਜੇਸ਼ਨ ਨੈਚੁਰਲ ਇਨਕੋਰਪੋਰੇਸ਼ਨ, ਤੇ ਹਾਂ ਤੇ ਇਨਕਾਰਪੋਰੇਸ਼ਨ ਆਫ ਟੈਰੀਟਰੀ। ਇਹ ਪੰਜ ਚੀਜ਼ਾਂ ਹਨ। ਉਹਨਾਂ ਪੰਜਾਂ ਚੋਂ ਕਿਸੇ ਮਰਜ਼ੀ ਤਰੀਕੇ ਨਾਲ ਸਿਟੀਜ਼ਨ ਬਣਿਆ ਹੋਵੇ। ਜੇ ਹੁਣ ਆਪਾਂ ਪਹਿਲੇ ਤਿੰਨਾਂ ਦੀ ਗੱਲ ਕਰੀਏ ਨਾ, ਬਾਈ ਬਰਥ, ਬਾਈ ਡੀਸੈਂਟ, ਇਹ ਪਾਰਟਿਕੂਲਰਲੀ ਦੋਵਾਂ ਦੀ ਗੱਲ ਹੀ ਕਰਕੇ, ਤੇ ਇੱਕ ਇਹਦੇ 'ਚ ਆਪਾਂ ਮਿਲਾ ਲਈਏ ਬਾਹਰਲਾ ਉਹ ਇਨਕਾਰਪੋਰੇਸ਼ਨ ਆਫ ਟੈਰੀਟਰੀ ਹਨਾ। ਇਹ ਤਿੰਨ ਅਸਲ 'ਚ ਪਹਿਲੇ ਦੋ ਹੀ ਮੇਨ, ਵੀ ਇਹਨਾਂ ਨੂੰ ਆਪਾਂ ਕਹਿੰਦੇ ਆ ਜਿਹੜੀ ਆਪਾਂ ਕਹਿ ਦਈਏ ਵੀ ਪਿਓਰ ਹਨਾ ਸਿਟੀਜ਼ਨ ਹੋਣਾ। ਵੀ ਕਹਿਣ ਦਾ ਮਤਲਬ ਇੱਕ ਤਾਂ ਬੰਦਾ ਬਾਹਰੋਂ ਆ ਕੇ ਸਿਟੀਜ਼ਨ ਬਣਿਆ, ਇੱਕ ਤੁਸੀਂ ਉਸੇ ਦੇਸ਼ ਦੇ ਆ, ਮੂਲ ਨਿਵਾਸੀ ਜਿਵੇਂ ਕਹਿ ਦਿੰਦੇ ਹਨਾ, ਓਰੀਜਨਲ ਸਿਟੀਜ਼ਨ। ਠੀਕ ਹੈ। ਸੋ USA ਦੇ ਵਿੱਚ ਇਹ ਪਹਿਲੇ ਦੋ ਤਾਂ ਪ੍ਰੈਜ਼ੀਡੈਂਟ ਬਣ ਸਕਦੇ ਆ, ਜਾਂ ਤਾਂ ਜਨਮ ਉੱਥੋਂ ਦਾ ਹੋਵੇ ਜਾਂ ਮਾਂ ਪਿਓ ਉੱਥੋਂ ਦੇ ਹੋਣ। ਪਰ ਜਿਹੜੇ ਰਜਿਸਟ੍ਰੇਸ਼ਨ ਜਾਂ ਨੈਚੁਰਲਾਈਜੇਸ਼ਨ ਵਾਲੇ ਆ, ਉਹ ਬੰਦੇ ਪ੍ਰੈਜ਼ੀਡੈਂਟ ਲਈ ਅਪਲਾਈ
ਨਹੀਂ ਕਰ ਸਕਦੇ ਅਮਰੀਕਾ ਦੇ ਵਿੱਚ। ਪਰ ਆਪਣੇ ਇਹ ਜਿਹਾ ਕੁਝ ਨਹੀਂ ਲਿਖਿਆ, ਆਪਣੇ ਸਿਰਫ ਇਹ ਕਿਹਾ ਵੀ ਉਹ ਸਿਟੀਜ਼ਨ ਹੋਣਾ ਚਾਹੀਦਾ ਇੰਡੀਆ ਦਾ। ਸਿਟੀਜ਼ਨ ਭਾਵੇਂ ਕਿਵੇਂ ਵੀ ਬਣਿਆ, ਭਾਵੇਂ ਉਹ ਨੈਚੁਰਲਾਈਜੇਸ਼ਨ ਰਾਹੀਂ ਬਣਿਆ, ਭਾਵੇਂ ਰਜਿਸਟ੍ਰੇਸ਼ਨ ਰਾਹੀਂ ਬਣਿਆ, ਤੇ ਭਾਵੇਂ ਡੀਸੈਂਟ ਆ ਤੇ ਭਾਵੇਂ ਬਰਥ ਆ, ਕੁਝ ਵੀ ਹੈ, ਪਰ ਉਹ ਸਿਟੀਜ਼ਨ ਤਾਂ ਹੈ ਨਾ। ਤੇ ਇੰਡੀਆ ਲਈ ਉੱਥੇ ਐਲੀਜੀਬਲ ਆ, ਇੰਡੀਆ 'ਚ ਪ੍ਰੈਜ਼ੀਡੈਂਟ ਲਈ ਖੜਾ ਹੋਣ ਲਈ ਹਰੇਕ ਬੰਦਾ ਐਲੀਜੀਬਲ ਆ ਜਿਹੜਾ ਇੰਡੀਆ ਦਾ ਸਿਟੀਜ਼ਨ ਆ। ਪਰ ਅਮਰੀਕਾ ਦੇ ਵਿੱਚ ਉਹ ਕਾਹਦੀ ਕੰਡੀਸ਼ਨ ਲਾਉਂਦੇ ਆ ਵੀ ਇਹ ਜਾਂ ਤਾਂ ਬਾਈ ਡਿਸੈਂਟ ਹੋਵੇ ਜਾਂ ਬਾਈ ਬਰਥ ਹੋਵੇ। ਫੇਰ ਸਮਝ ਲੱਗ ਗਈ ਪਹਿਲੀ ਗੱਲ। ਹੁਣ ਆਪਾਂ ਇੰਡੀਆ ਤੇ ਆਉਣੇ ਆ, ਹੀ ਸ਼ੁੱਡ ਬੀ ਅ ਸਿਟੀਜ਼ਨ ਆਫ ਇੰਡੀਆ, ਪਹਿਲੀ ਕੰਡੀਸ਼ਨ। ਦੂਜੀ, ਉਹਦੀ ਕਿੰਨੀ ਸਾਲ ਉਮਰ ਹੋਣੀ ਚਾਹੀਦੀ ਹੈ? 35 ਸਾਲ। ਗੁਰਭੇਜ ਤਾਂ ਨਹੀਂ ਬਣ ਸਕਦਾ, ਹਰਿੰਦਰ ਨੂੰ ਖੜਾ ਕਰਦੇ ਆ। ਠੀਕ ਹੈ, ਕੋਈ ਨਾ, ਤੂੰ 15 ਸਾਲਾਂ ਨੂੰ ਵੇਖੀ ਗੁਰਭੇਜ ਦੁਬਾਰਾ, ਚੰਗਾ। ਫਿਰ ਅੱਗੇ ਕੀ ਹੈ? ਹੀ ਸ਼ੁੱਡ ਬੀ ਕੁਆਲੀਫਾਈਡ ਫਾਰ ਦਾ ਇਲੈਕਸ਼ਨ ਐਜ਼ ਏ ਮੈਂਬਰ ਆਫ ਲੋਕ ਸਭਾ। ਵੀ ਜਿਹੜੀਆਂ ਲੋਕ ਸਭਾ ਦਾ ਮੈਂਬਰ ਬਣਨ ਵਾਸਤੇ ਬਈ 35 ਸਾਲ ਵਾਲੀ ਉਮਰ ਤਾਂ ਇੱਕ ਐਡੀਸ਼ਨਲ ਹੋ ਗਈ, 35 ਸਾਲ ਉਮਰ ਤਾਂ ਹੋਣੀ ਚਾਹੀਦੀ ਹੈ। ਬਾਕੀ ਜਿਹੜੀਆਂ ਸ਼ਰਤਾਂ ਉਹ ਕਿਹੜੀਆਂ ਪੂਰੀਆਂ ਕਰੂਗਾ ਉਹ? ਜਿਹੜੀਆਂ ਲੋਕ ਸਭਾ ਦਾ ਮੈਂਬਰ ਬਣਨ ਲਈ ਚਾਹੀਦੀਆਂ। ਸਮਝ ਲੱਗ ਗਈ? ਠੀਕ ਹੈ, ਉਹ ਲੱਗ ਗਿਆ ਪਤਾ? 3 ਚੀਜ਼ਾਂ ਹੋ ਗਈਆਂ, ਹਾਂ ਬਈ 3 ਹੋ ਗਈਆਂ। ਚੌਥੀ ਚੀਜ਼ ਕੀ ਹੈ? ਹੀ ਸ਼ੁੱਡ ਨਾਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ ਅੰਡਰ ਦਾ ਯੂਨੀਅਨ ਗਵਰਨਮੈਂਟ ਔਰ ਐਨੀ ਸਟੇਟ ਗਵਰਨਮੈਂਟ ਔਰ ਐਨੀ ਲੋਕਲ ਅਥਾਰਟੀ ਔਰ ਐਨੀ ਅਦਰ ਪਬਲਿਕ ਅਥਾਰਟੀ। ਵੀ ਉਹ ਕੋਈ ਆਫਿਸ ਨਹੀਂ ਉਹ ਹੋਲਡ ਕਰ ਸਕਦਾ ਗਾ। ਆਫਿਸ ਹੋਲਡ ਕਰਨ ਦਾ ਮਤਲਬ ਜਿਵੇਂ ਮੰਨ ਕੇ ਚੱਲੋ ਉਹ ਕਹਦੇ ਵੀ ਨਾਲੇ ਤਾਂ ਮੈਂ ਸਰਕਾਰੀ ਨੌਕਰੀ ਤੇ ਲੱਗਿਆ ਰਹੂੰਗਾ, ਨਾਲੇ ਡੀਸੀ ਬਣੇ ਰਹਿਣਾ, ਨਾਲੇ ਪ੍ਰੈਜ਼ੀਡੈਂਟ ਬਣ ਜਾਣਾ, ਜਾਂ ਐਸਡੀਐਮ ਬਣ ਜਾਣਾ, ਨਾਲ ਹੀ ਪ੍ਰੈਜ਼ੀਡੈਂਟ ਬਣ ਜਾਣਾ। ਗੱਲ ਸਮਝ ਲੱਗ ਗਈ? ਬਈ ਉਹ ਕੋਈ ਵੀ ਆਫਿਸ ਹੋਲਡ ਨਹੀਂ ਕਰ ਸਕਦਾ ਗਾ ਜੇ ਉਹਨੇ ਪ੍ਰੈਜ਼ੀਡੈਂਟ ਬਣਨਾ ਤਾਂ। ਸਰਕਾਰੀ ਕੋਈ ਵੀ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਉਹ ਹੋਰ ਪ੍ਰੈਜ਼ੀਡੈਂਟ ਤੋਂ ਛੁੱਟ ਨਹੀਂ ਕਰ ਸਕਦਾ। ਇਕੱਲੇ ਪ੍ਰੈਜ਼ੀਡੈਂਟ ਨੂੰ ਤੂੰ ਪ੍ਰੈਜ਼ੀਡੈਂਟ ਹੀ ਆ ਬਸ। ਠੀਕ ਹੈ, ਜੇ ਸਰਕਾਰੀ ਸਰਕੂਰੀ ਨੌਕਰੀ ਤੇ ਲੱਗੇ ਆ ਤੇ ਫਿਰ ਉਦੋਂ ਪਹਿਲਾਂ ਤੁਹਾਨੂੰ ਉਹ ਤੋਂ ਕੀ ਕਰਨਾ ਪਊਗਾ? ਹਾਂ, ਠੀਕ ਹੈ। ਪ੍ਰਾਈਵੇਟ ਤੇਰਾ ਕੋਈ ਕੰਮ ਹੋ ਸਕਦਾ ਉਹਨਾਂ ਟਾਈਮ, ਪਰ ਜਦੋਂ ਪ੍ਰੈਜ਼ੀਡੈਂਟ ਬਣ ਗਿਆ ਉਹ ਉਦੋਂ ਹੀ ਕਹਿਣ ਦਾ ਮਤਲਬ ਤੁਹਾਡੇ ਕੰਮ ਹੀ ਇੰਨੇ ਹੁੰਦੇ ਆ, ਫਿਰ ਤੁਹਾਡਾ ਉਧਰੋਂ ਹੋ ਜਾਂਦਾ। ਓਕੇ, तो 4 ਕੰਡੀਸ਼ਨਾਂ ਹੋ ਗਈਆਂ ਯਾਦ? ਹਾਂ ਬਈ। ਪਹਿਲੀ ਕੀ ਹੈ? ਹੀ ਸ਼ੁੱਡ ਬੀ ਆ ਸਿਟੀਜ਼ਨ ਆਫ ਇੰਡੀਆ। ਕਿਹੜਾ ਸਿਟੀਜ਼ਨ ਹੋਣਾ ਚਾਹੀਦਾ ਗੁਰਭੇਜ? ਨੈਚੁਰਲਾਈਜੇਸ਼ਨ ਵਾਲਾ ਕਿ ਰਜਿਸਟ੍ਰੇਸ਼ਨ ਵਾਲਾ? ਜਿਹੜਾ ਮਰਜ਼ੀ ਹੋਵੇ, ਜਿਹੜਾ ਮਰਜ਼ੀ ਹੋਵੇ, ਬਸ ਸਿਟੀਜ਼ਨ ਹੋਣਾ ਚਾਹੀਦਾ। ਠੀਕ ਹੈ। ਦੂਜੀ ਕੰਡੀਸ਼ਨ ਕੀ ਹੈ ਹਰਜੀਤ? ਜਿਹੜੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ, ਜਿਹੜੇ ਲੋਕ ਸਭਾ ਦੇ ਹੋਣੇ ਚਾਹੀਦੇ ਮੈਂਬਰ ਦੀ। ਹਾਂ, ਅੱਗੇ ਬਲਤੇਜ ਉਮਰ ਕਿੰਨੀ ਹੋਣੀ ਚਾਹੀਦੀ ਹੈ ਪ੍ਰੈਜ਼ੀਡੈਂਟ ਦੀ? ਘੱਟ ਤੋਂ ਘੱਟ 35 ਸਾਲ ਬਈ। ਘੱਟੋ ਘੱਟ 35 ਸਾਲ, ਮਿਨੀਮਮ 35 ਈਅਰ। ਠੀਕ ਹੈ। ਤੇ ਚੌਥਾ ਪੁਆਇੰਟ ਕੀ ਹੈ ਗੁਰਭੇਜ? ਹੋਰ ਕਿਹੜੀ ਕੰਡੀਸ਼ਨ ਹੈ? ਵੀ ਲੋਕ ਸਭਾ ਦੇ ਨਾਲ ਸਾਰੇ ਉਹਦੇ ਚ ਕੁਆਲੀਫਾਈ ਹੋਣੀ ਚਾਹੀਦੀ ਹੈ। ਲੋਕ ਸਭਾ ਜਿਹੜੇ ਮੈਂਬਰ ਬਣੇ ਹਰਜੀਤ ਨੇ ਅਗਲਾ ਵੀ ਉਹਨੂੰ ਕੋਈ ਸਰਕਾਰੀ ਨੌਕਰੀ ਨਹੀਂ ਲੈ ਸਕਦਾ। ਹਾਂ, ਸ਼ੁੱਡ ਨਾਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ। ਕੀ ਕਹਿੰਦੇ ਆ ਉਹਨੂੰ? ਆਫਿਸ ਆਫ ਪ੍ਰੋਫਿਟ। ਕੀ ਕਹਿੰਦੇ ਆ? ਆਫਿਸ ਆਫ ਪ੍ਰੋਫਿਟ। ਬੋਲੋ ਇਹਨੂੰ ਵਾਰੀ ਵਾਰੀ, ਠੀਕ ਹੈ? ਬੋਲੀ ਦੀ ਹੁੰਦੀ ਹੈ। ਸ਼ੁੱਡ ਨਾਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ ਅੰਡਰ ਦਾ ਸਟੇਟ ਗਵਰਨਮੈਂਟ, ਸੈਂਟਰਲ ਗਵਰਨਮੈਂਟ, ਲੋਕਲ ਗਵਰਨਮੈਂਟ, ਪੰਚਾਇਤਾਂ ਹੀ ਹੋ ਗਈਆਂ ਭਾਵੇਂ, ਹਨਾ, ਜਾਂ ਹੋਰ ਕੋਈ ਪਬਲਿਕ ਅਥਾਰਟੀ ਹੋਵੇ, ਜੇ ਸਰਕਾਰੀ ਕੋਈ ਕੰਪਨੀ ਹੋਵੇ ਉਹਦੇ 'ਚ ਵੀ ਨਹੀਂ। ਸੋ ਆਈ ਥਿੰਕ ਕੁਆਲੀਫਿਕੇਸ਼ਨ ਦਾ ਤੁਹਾਨੂੰ ਪਤਾ ਲੱਗ ਗਿਆ। ਠੀਕ ਹੈ। ਕੁਐਸਚਨ ਹੋ ਗਿਆ ਆਪਣੇ 4 ਤਿਆਰ। ਪਹਿਲਾ ਸੀ ਆਰਟੀਕਲ ਕਿਹੜਾ ਪ੍ਰੈਜ਼ੀਡੈਂਟ ਦਾ? ਆਰਟੀਕਲ 52। ਦੂਜਾ ਕੁਐਸਚਨ ਸੀਗਾ ਦੂਜਾ ਹੈਡ ਆਫ ਇੰਡੀਅਨ ਸਟੇਟ ਕੌਣ ਆ? ਪ੍ਰੈਜ਼ੀਡੈਂਟ। ਤੀਜਾ ਕੁਐਸਚਨ ਸੀਗਾ ਫਸਟ ਸਿਟੀਜ਼ਨ ਕੌਣ ਆ ਇੰਡੀਆ ਦਾ? ਪ੍ਰੈਜ਼ੀਡੈਂਟ। ਚੌਥਾ ਕੁਐਸਚਨ ਹੈ ਕੁਆਲੀਫਿਕੇਸ਼ਨ ਆਫ ਪ੍ਰੈਜ਼ੀਡੈਂਟ ਬਾਰੇ ਆ ਗਿਆ। ਉਹ ਸਾਰੀਆਂ ਤੁਹਾਨੂੰ ਪਤਾ। ਹੁਣ ਆਪਾਂ ਅੱਗੇ ਤੁਰਦੇ ਹਾਂ। ਇੰਨਾ ਪਤਾ ਲੱਗ ਗਿਆ? ਹਾਂ ਬਈ। ਠੀਕ ਹੈ। ਅੱਗੇ ਆ ਗਿਆ ਇਲੈਕਸ਼ਨ। ਹੁਣ ਆਪਾਂ ਇਲੈਕਸ਼ਨ ਦੀਆਂ ਉਹ ਤਾਂ ਦੱਸਤਾ ਵੀ ਕਿਹੜੀ ਕਿਹੜੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਹੁਣ ਗਾ ਵੋਟਾਂ ਪੈਣਗੀਆਂ ਫਿਰ। ਹੁਣ ਮੰਨ ਕੇ ਚਲੋ ਹਰਿੰਦਰ ਸਿੰਘ ਆਪਣਾ ਐਲੀਜੀਬਲ ਹੋ ਗਿਆ ਹੈ। ਹਰਿੰਦਰ ਤੁਸੀਂ ਵੇਖ ਲਓ ਬਈ ਸਾਰੀਆਂ ਸ਼ਰਤਾਂ ਹੀ ਪੂਰੀਆਂ ਕਰ ਗਿਆ ਹੈ। ਉਹ ਸਿਟੀਜ਼ਨ ਵੀ ਆ, ਉਹਦੀ 35 ਸਾਲ ਏਜ ਵੀ ਆ, ਹਨਾ, ਤੇ ਉਹ ਕੁਆਲੀਫਾਈ ਹੋ ਸਕਦਾ ਲੋਕ ਸਭਾ ਦੀਆਂ ਵੀ ਜਿਹੜੀਆਂ ਕੰਡੀਸ਼ਨ ਆ ਉਹ ਪੂਰੀਆਂ ਕਰਦਾ। ਉਹ ਆਪਾਂ ਗਾਂਹ ਪੜਾਂਗੇ ਕੀ ਕੀ ਹੁੰਦੀਆਂ। ਉਹ 25 ਸਾਲ ਉਮਰ ਹੋਣੀ ਚਾਹੀਦੀ ਜਾਂ ਏਦਾਂ ਹੀ ਹੁੰਦੀਆਂ। ਠੀਕ ਹੈ, ਉਹ ਆਪਾਂ ਗਾਂਹ ਪੜ੍ਹ ਲਾਂਗੇ। ਤੇ ਉਹ ਸਰਕਾਰੀ ਨੌਕਰੀ ਤੇ ਨਹੀਂ ਲੱਗਿਆ। ਲਓ ਜੀ, ਹਰਿੰਦਰ ਸਿੰਘ ਹੁਣ ਜਾ ਰਹੇ ਆ ਪ੍ਰੈਜ਼ੀਡੈਂਟ ਦੀ ਇਲੈਕਸ਼ਨ। ਹੁਣ ਹੋਣ ਲੱਗੀ ਹੈ ਇਲੈਕਸ਼ਨ।
ਮੈਂ ਤੇ ਕਹਾਂਗੇ ਵੀ ਇਲੈਕਸ਼ਨ ਯਾਰ ਵੀ ਇਲੈਕਸ਼ਨ ਚ ਗੁਰਭੇਜ ਹਰਿੰਦਰ ਆਇਆ ਹਨਾ ਗੁਰਭੇਜ ਕੋਲ, ਗੁਰਭੇਜ ਤੂੰ ਵੋਟਾਂ ਪਾ ਦੀ ਯਾਰ ਮੈਨੂੰ। ਤੇ ਗੁਰਭੇਜ ਨੇ ਕਿਹਾ ਯਾਰ ਮੈਂ ਤਾਂ ਸੁਣਿਆ ਨਹੀਂ ਕਿਤੇ ਵੀ ਪ੍ਰੈਜ਼ੀਡੈਂਟ ਨੂੰ ਵੋਟਾਂ ਪਾਉਂਦੇ ਹੁੰਦੇ ਆ ਹੈ। ਤੇ ਕਹਿੰਦੇ ਵੀ ਨਹੀਂ, ਗੁਰਭੇਜ ਕਹਿੰਦਾ ਮੈਨੂੰ ਨਹੀਂ ਪਤਾ ਗਾ, ਮੈਨੂੰ ਤਾਂ ਪਤਾ ਹੀ ਨਹੀਂਗਾ ਵੀ ਪ੍ਰੈਜ਼ੀਡੈਂਟ ਦੀਆਂ ਵੋਟਾਂ ਪੈਂਦੀਆਂ ਹੁੰਦੀਆਂ। ਤੇ ਉਹਨੂੰ ਬਾਅਦ ਚ ਹਰਿੰਦਰ ਨੂੰ ਕਿਸੇ ਸਿਆਣੇ ਬੰਦੇ ਨੇ ਦੱਸਿਆ ਵੀ ਬਈ ਵੇਖੋ ਵੋਟਾਂ ਤਾਂ ਪੈਣਗੀਆਂ ਤੈਨੂੰ, ਪਰ ਵੋਟਾਂ ਗੁਰਭੇਜ ਹੋਰਾਂ ਨੇ ਨਹੀਂ ਪਾਉਣੀਆਂ, ਵੋਟਾਂ ਤੁਹਾਨੂੰ ਪਾਉਣੀਆਂ ਬਰਕੰਦੀ ਹੋਰਾਂ ਨੇ। ਰੋਜੀ ਬਰਕੰਦੀ ਕੋਲੇ ਜਾਓ, ਐਮਐਲਏ ਕੋਲੇ ਜਾਓ, ਠੀਕ ਹੈ ਵੀ ਜਿੰਨੇ ਪੰਜਾਬ ਦੇ ਐਮਐਲਏ ਆ ਉਹ ਤੈਨੂੰ ਵੋਟਾਂ ਪਾਉਣਗੇ, ਜਿੰਨੇ ਪੰਜਾਬ ਦੇ ਐਮਪੀ ਆ ਉਹ ਵੋਟਾਂ ਪਾਉਣਗੇ, ਹਰਿਆਣੇ ਦੇ ਐਮਪੀ ਵੋਟਾਂ ਪਾਉਣਗੇ, ਹਰਿਆਣੇ ਦੇ ਐਮਐਲਏ ਵੋਟਾਂ ਪਾਉਣਗੇ। ਖੱਟਰ ਨੂੰ ਕਹੋ ਵੀ ਆਪਦੇ ਸਾਰੇ ਐਮਐਲਏ ਨੂੰ ਕਹਿ, ਚਟਾਲੇ ਨੂੰ ਕਹੋ ਵੀ ਤੂੰ ਕਹਿ ਜਿਹੜੇ ਤੇਰੇ 20 ਐਮਐਲਏ ਸਾਨੂੰ ਵੋਟਾਂ ਪਾਉਣ। ਗੱਲ ਸਮਝ ਲੱਗ ਗਈ। ਸੋ ਪਹਿਲੀ ਗੱਲ ਤਾਂ ਇਹ ਆ, ਪਹਿਲਾ ਪੁਆਇੰਟ ਕੀ ਆ ਵੀ ਜਿਹੜੀ ਇਲੈਕਸ਼ਨ ਹੋਊਗੀ ਪ੍ਰੈਜ਼ੀਡੈਂਟ ਦੀ ਉਹ ਡਾਇਰੈਕਟ ਇਲੈਕਸ਼ਨ ਨਹੀਂ ਹੋਣੀ। ਡਾਇਰੈਕਟ ਇਲੈਕਸ਼ਨ ਉਹ ਹੁੰਦੀ ਜਿਹਦੇ ਚ ਲੋਕ ਇਨਵੋਲਵ ਹੁੰਦੇ ਆ, ਲੋਕ ਵੋਟਾਂ ਪਾਉਂਦੇ ਆ। ਮੋਦੀ ਦੀ ਜਿਹੜੀ ਐਮਪੀ ਦੀ ਇਲੈਕਸ਼ਨ ਹੁੰਦੀ ਆ ਉਹ ਕਿਹੜੀ ਹੁੰਦੀ ਹੈ? ਸਿੰਗਲ ਟ੍ਰਾਂਸਫਰ। ਕਿਹੜੀ ਕਿਹੜੀ ਹੁੰਦੀ ਹੈ? ਸਿੰਗਲ ਟ੍ਰਾਂਸਫਰ। ਯਾਰ ਮੈਂ ਡਾਇਰੈਕਟ ਇਨਡਾਇਰੈਕਟ ਚੋਂ ਪੁੱਛੀ ਜਾਂਦਾ, ਕੀ ਕਰੀ ਇਹਨਾਂ ਦਾ? ਕਿਹੜੀ ਇਲੈਕਸ਼ਨ ਹੁੰਦੀ ਹੈ? ਇਨਡਾਇਰੈਕਟ ਵੀ ਇਨਡਾਇਰੈਕਟ ਹੋਊਗੀ। ਕਾਹਦੀ ਇਨਡਾਇਰੈਕਟ ਹੁੰਦੀ ਹੈ? ਮੋਦੀ ਦੀ। ਕਿਉਂ ਤੂੰ ਵੋਟਾਂ ਨਹੀਂ ਪਾ ਕੇ ਆਇਆ? ਉਹਨੂੰ ਐਮਪੀ ਨਹੀਂ ਐਮਐਲਏ ਨਹੀਂ ਪਾਉਣਗੇ ਉਹਨੂੰ ਵੋਟਾਂ। ਨਹੀਂ ਮੋਦੀ ਨੂੰ ਵੋਟਾਂ ਕਿਹਨੇ ਪਾਈਆਂ? ਐਮਪੀ ਜਦੋਂ ਬਣੇ ਆ ਐਮਪੀ ਨੂੰ ਐਮਐਲਏ ਵੋਟ ਕਿਹਨੇ ਕੀਤੇ? ਹੈ ਆਪਾਂ ਪਾਈਆਂ ਐਮਐਲਏ। ਤੇ ਹਾਂ ਮੈਂ ਕੀ ਪੁੱਛੀ ਜਾਂਦਾ ਫਿਰ? ਤੇ ਮੈਂ ਕਹੀ ਜਾਂਦਾ ਵੀ ਐਮਪੀ। ਯਾਰ ਮੈਂ ਜਿੰਨਾ ਕੁਐਸਚਨ ਪੁੱਛੀ ਜਾਂਦਾ ਬਲਤੇ ਪਹਿਲਾਂ ਜਵਾਬ ਉਹਨੇ ਤਾਂ ਦੇ ਦੇ, ਗਾਂ ਇੱਥੇ ਵੀ ਪੁੱਛੂਗਾ। ਮੈਂ ਇਹ ਪੁੱਛੀ ਜਾਂਦਾ ਤੈਨੂੰ ਵੀ ਐਮਪੀ ਦੀ ਜਿਹੜੀ ਇਲੈਕਸ਼ਨ ਆ ਉਹ ਡਾਇਰੈਕਟ ਹੁੰਦੀ ਹੈ ਕਿ ਇਨਡਾਇਰੈਕਟ ਹੁੰਦੀ ਹੈ? ਉਹ ਡਾਇਰੈਕਟ। ਤੇ ਫਿਰ ਤੂੰ ਇਨਡਾਇਰੈਕਟ ਕਾਹਤੋਂ ਕਹੀ ਜਾਂਦਾ? ਮੈਂ ਪੀਐਮ ਦੀ ਕਹਿਣਾ ਜੀ। ਤੇ ਪੀਐਮ ਤੇ ਉਹ ਐਮਪੀਆਂ ਚ ਵੀ ਪੀਐਮ ਬਣਨਾ, ਪੀਐਮ ਦੀ ਉਦੋਂ ਬਾਅਦ ਚ ਤਾਂ ਕੋਈ ਇਲੈਕਸ਼ਨ ਹੁੰਦੀ ਨਹੀਂ। ਜਿਹੜੀ ਪਾਰਟੀ ਨੂੰ ਮੈਜੋਰਿਟੀ ਮਿਲ ਗਈ, ਜਿਹਦੇ ਐਮਪੀ ਜ਼ਿਆਦਾ ਹੈ, ਉਹਦਾ ਜਿਹੜਾ ਨੇਤਾ ਉਹਦਾ ਜਿਹੜਾ ਲੀਡਰ ਆ ਉਹ ਬਣ ਜਾਊਗਾ ਪ੍ਰਧਾਨ ਮੰਤਰੀ। ਉਹਦੀ ਦੁਬਾਰਾ ਇਲੈਕਸ਼ਨ ਥੋੜਾ ਹੋਊਗੀ। ਉਹ ਲੱਗਿਆ ਪਤਾ? ਐਮਐਲਏ ਤੇ ਐਮਪੀ ਇਹਨਾਂ ਦੀਆਂ ਕੀ ਹੁੰਦੀਆਂ? ਡਾਇਰੈਕਟ ਇਲੈਕਸ਼ਨ ਹੁੰਦੀਆਂ। ਸਰਪੰਚਾਂ ਦੀਆਂ ਕੀ ਹੁੰਦੀਆਂ? ਕਿਹੜੀਆਂ ਇਲੈਕਸ਼ਨ ਹੁੰਦੀਆਂ? ਡਾਇਰੈਕਟ। ਠੀਕ ਹੈ, ਤੁਹਾਨੂੰ ਅੱਗੇ ਵੀ ਦੱਸਿਆ ਸੀ ਜਿੱਥੇ ਡਾਇਰੈਕਟ ਇਲੈਕਸ਼ਨ ਇੰਡੀਆ ਦੇ ਵਿੱਚ ਆਊਗੀ ਉੱਥੇ ਆਪਾਂ ਕਿਹੜਾ ਸਿਸਟਮ ਫੋਲੋ ਕਰਦੇ ਹਾਂ? ਫਸਟ ਪਾਸਟ ਦਾ ਪੋਸਟ ਸਿਸਟਮ। ਕਿਹੜਾ ਸਿਸਟਮ ਫੋਲੋ ਕਰਦੇ ਹਾਂ? ਫਸਟ ਪਾਸਟ ਦਾ ਪੋਸਟ ਸਿਸਟਮ। ਹੁਣ ਕੱਲ ਨੂੰ ਤੁਹਾਡੇ ਤੋਂ ਇਹ ਕੁਐਸਚਨ ਵੀ ਹੈ ਵੀ ਹਾਂ ਆਪਾਂ ਇਹ ਸਿਸਟਮ ਕਿੱਥੋਂ ਲਿਆ ਗਿਆ? ਫਸਟ ਪਾਸਟ ਦਾ ਪੋਸਟ ਸਿਸਟਮ। ਠੀਕ ਹੈ, ਜੇ ਪੜਿਆ ਠੀਕ ਹੈ ਯਾਰ, ਬ੍ਰਿਟਿਸ਼ ਗਵਰਨਮੈਂਟ ਦਾ। ਚਲੋ ਠੀਕ ਹੈ, ਸਮਝ ਲੱਗ ਗਈ। ਤੇ ਉਦੋਂ ਬਾਅਦ ਦੂਜੀਆਂ ਇਲੈਕਸ਼ਨ ਕਿਹੜੀਆਂ ਹੁੰਦੀਆਂ? ਇਨਡਾਇਰੈਕਟ ਇਲੈਕਸ਼ਨ। ਇਨਡਾਇਰੈਕਟ ਇਲੈਕਸ਼ਨ ਦੇ ਵਿੱਚ ਕਿਹੜਾ ਸਿਸਟਮ ਫੋਲੋ ਹੁੰਦਾ? ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਬਾਈ ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ। ਠੀਕ ਹੈ, ਪਤਾ ਲੱਗ ਗਿਆ? ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਹੈ। ਇਹ ਕੀ ਹੁੰਦਾ ਪ੍ਰੋਪੋਰਸ਼ਨਲ? ਉਹ ਯਾਰ ਤੁਹਾਨੂੰ ਦੱਸੂਗਾ, ਪਹਿਲਾਂ ਨਾ ਯਾਦ ਕਰ ਲਈ, ਠੀਕ ਹੈ ਸਾਰਾ ਸਮਝਾਉਂਗਾ। ਐ ਨਹੀਂ ਭਾਈ ਪ੍ਰੋਪੋਰਸ਼ਨੇਬਲ ਸਿੰਗਲ ਟ੍ਰਾਂਸਫਰੇਬਲ ਵੋਟ। ਤੁਹਾਨੂੰ ਇੱਕ ਵਾਰੀ ਸਿੰਗਲ ਟ੍ਰਾਂਸਫਰੇਬਲ ਵੋਟ ਹੀ ਯਾਦ ਰੱਖ ਲਓ, ਤੁਹਾਨੂੰ ਸਾਰਾ ਸਿਸਟਮ ਦੱਸੂਗਾ ਕੀ ਹੁੰਦਾ। ਪਰ ਇੱਕ ਵਾਰੀ ਹੁਣ ਸਮਝ ਲੱਗ ਗਈ। ਪਹਿਲਾ ਪੁਆਇੰਟ ਇਹਦੇ ਚ ਇਲੈਕਸ਼ਨ ਚ ਪਤਾ ਲੱਗ ਗਿਆ ਵੀ ਇਲੈਕਸ਼ਨ ਪ੍ਰੈਜ਼ੀਡੈਂਟ ਦੀ ਕਿਵੇਂ ਹੋਊਗੀ, ਡਾਇਰੈਕਟ ਹੋਊਗੀ ਕਿ ਇਨਡਾਇਰੈਕਟ ਹੋਊਗੀ? ਪਹਿਲੀ ਗੱਲ ਦੱਸੋ। ਡਾਇਰੈਕਟਲੀ ਇਨਡਾਇਰੈਕਟ। ਤੇ ਇਹ ਬਲਤੇ ਯਾਰ ਡਾਇਰੈਕਟ ਕਹੀ ਜਾਂਦਾ ਯਾਰ, ਤੁਹਾਡਾ ਕੋਈ ਪਤਾ ਲੱਗਦਾ? ਪ੍ਰੈਜ਼ੀਡੈਂਟ ਦੇ ਇਨਡਾਇਰੈਕਟ। ਫਿਰ ਮੈਂ ਕੀ ਵੀ ਪੁੱਛੀ ਜਾਂਦਾ ਹੁਣ? ਸੁਣਦਾ ਕਿਉਂ ਨਹੀਂ ਕੁਐਸਚਨ? ਇਨਡਾਇਰੈਕਟ ਹੋਊਗਾ। ਠੀਕ ਹੈ, ਆਪਾਂ ਸਿਰਫ 3 ਬੰਦਿਆਂ ਦੀਆਂ ਵੋਟਾਂ ਪਾਉਣ ਜਾਂਦੇ ਆ, ਦਿਮਾਗ 'ਚ ਪੱਕੇ ਤੌਰ ਤੇ ਬਿਠਾ ਲਓ। ਫਿਰ ਉਹੀ ਗੱਲ ਹੈ, ਪ੍ਰੈਕਟੀਕਲੀ ਚੀਜ਼ਾਂ ਸੋਚੀ ਦੀਆਂ ਹੁੰਦੀਆਂ ਵੀ ਜਦੋਂ ਆਪਾਂ ਪ੍ਰੈਜ਼ੀਡੈਂਟ ਦੀ ਵੋਟ ਪਾਉਣ ਜਾਂਦੇ ਹੀ ਨਹੀਂਗੇ। ਆਪੀ ਇਨਡਾਇਰੈਕਟ ਦੇ ਵਿੱਚ ਵੀ ਕਹਿਣ ਦਾ ਮਤਲਬ ਆਮ ਬੰਦੇ ਨਹੀਂ ਵੋਟਾਂ ਪਾਉਂਦੇ, ਉਹਨੂੰ ਇਨਡਾਇਰੈਕਟ ਕਹਿੰਦੇ ਆ। ਵੀ ਆਮ ਬੰਦਿਆਂ ਨੇ ਜਿਹੜੇ ਬੰਦੇ ਪਹਿਲਾਂ ਚੁਣ ਲਏ ਹੁੰਦੇ, ਜਿਵੇਂ ਹੁਣ ਐਮਐਲਏ ਆਪਾਂ ਚੁਣ ਲਏ, ਐਮਪੀ ਆਪਾਂ ਚੁਣ ਲਏ, ਆਪਣੇ ਉਹ ਨੁਮਾਇੰਦੇ ਗਾਂ ਵੋਟਾਂ ਪਾਉਂਦੇ ਆ, ਉਹ ਇਨਡਾਇਰੈਕਟ ਹੁੰਦੀ। ਠੀਕ ਹੈ, ਸੋ the president is elected not directly, है ना,
ਬਾਈ ਦਾ ਪੀਪਲ, ਸੋ ਡਾਇਰੈਕਟਲੀ ਤਾਂ ਚੁਣਿਆ ਨਹੀਂ ਜਾਣਾਗਾ, ਬਟ ਦਾ ਮੈਂਬਰਸ ਆਫ ਇਲੈਕਟ੍ਰਿਕ ਕਾਲਜ ਕੰਸਿਸਟ ਆਫ। ਹਾਂ ਹੁਣ ਵੀ ਆਪਾਂ ਕਹਿੰਦਾ ਵੀ ਡਾਇਰੈਕਟਲੀ ਤਾਂ ਨਹੀਂ ਚੁਣਿਆ ਜਾਂਦਾ ਹਨਾ, ਉਹਦਾ ਆਪਾਂ ਸਿਸਟਮ ਦਾ ਨਾਂ ਵੀ ਦੱਸਤਾ, ਪਰ ਹੁਣ ਵੋਟਾਂ ਫਿਰ ਪਾਊ ਕੌਣ, ਤੁਹਾਨੂੰ ਦੱਸਿਆ ਕੌਣ ਕੌਣ ਪਾਉਣਗੇ ਵੋਟਾਂ, the elected members of both houses of parliament। ਗੱਲ ਸਮਝ ਲੱਗ ਗਈ, elected members of both houses of parliament। ਠੀਕ ਹੈ, ਇੱਕ ਤਾਂ ਇੱਥੇ ਵਰਡ ਯਾਦ ਰੱਖਣਾ, ਪਹਿਲੀ ਗੱਲ ਤਾਂ both houses of parliament ਦੇ ਮੈਂਬਰ ਵੋਟਾਂ ਪਾਉਣਗੇ। ਉਹ ਕਿੰਨੇ ਹੋ ਗਏ, ਐਮਪੀ ਹੋ ਗਏ, ਐਮਪੀ ਆਫ ਲੋਕ ਸਭਾ ਤੇ ਐਮਪੀ ਆਫ ਰਾਜ ਸਭਾ। ਕਿੰਨੇ ਬੰਦੇ ਹੋ ਗਏ ਟੋਟਲ ਜੇ ਆਪਾਂ ਵੈਸੇ ਵੇਖੀਏ, ਜੇ ਆਪਾਂ ਐਮਪੀ ਬਣਾਈਏ, ਲੋਕ ਸਭਾ ਦੇ ਐਮਪੀ ਕਿੰਨੇ ਹੁੰਦੇ ਆ ਬਈ, 545 545। ਕਿੰਨੇ ਹੁੰਦੇ ਆ ਲੋਕ ਸਭਾ ਦੇ ਮੈਂਬਰ, 500 ਹੈ 545 ਹਾਂ, ਤੇ ਰਾਜ ਸਭਾ ਦੇ ਕਿੰਨੇ ਹੁੰਦੇ ਆ, 250 ਕਿੰਨੇ 248 ਇਹ ਸ਼ੋਰ ਨਹੀਂ 245 ਕਿੱਥੋਂ ਲਿਆਂਦਾ ਯਾਰ ਤੂੰ, 245 ਵੀ ਕਹਿੰਦੇ 50 ਵੀ ਕਹਿੰਦੇ 245 ਮੈਨੂੰ ਤਾਂ ਪਤਾ ਨਹੀਂ ਕਿੱਥੇ ਲਿਖਿਆ, 250 ਹੁੰਦੇ ਆ ਉਹ, 245 ਮੈਂ ਤੁਹਾਨੂੰ ਦੱਸਦਾ ਕੀ ਹੈ, ਵੈਸੇ ਸੀਟਸ 250 ਹੁੰਦੀਆਂ ਮੈਕਸਿਮਮ, ਹਾਂ ਹੁਣ 245 ਆ ਉਸ ਹਿਸਾਬ ਨਾਲ, ਜਿਹੜੀਆਂ ਫਿਲ 245 ਆ, ਵੱਧ ਤੋਂ ਵੱਧ 250 ਹੋ ਸਕਦੀਆਂ ਹੁੰਦੀਆਂ, ਉਹਦੇ ਚ ਵੱਧ ਤੋਂ ਵੱਧ 552 ਹੋ ਸਕਦੀਆਂ ਹੁੰਦੀਆਂ, ਪਰ ਪ੍ਰੈਜ਼ੈਂਟਲੀ ਆਪਣੀਆਂ ਜਿਹੜੀਆਂ ਸੀਟਾਂ ਆਪਾਂ ਵੋਟਾਂ ਕਿੰਨਿਆਂ ਤੇ ਕਰਦੇ ਆ, 545 ਤੇ। ਸੋ ਮੇਨ ਤੁਸੀਂ 545 ਤੇ 250 ਹੀ ਇੱਕ ਵਾਰੀ ਰੱਖੋ, ਕੁਝ ਨਹੀਂ ਹੁੰਦਾ ਗਾ, ਉਹ ਗਾਂ ਆਪਾਂ ਜਦੋਂ ਜ਼ਿਆਦਾ ਟੈਕਨੀਕਲ ਜਾਣਾ ਉਦੋਂ ਆਪਾਂ, ਇੱਥੇ ਹੁਣ ਗੱਲ ਆਪਾਂ ਪ੍ਰੈਜ਼ੀਡੈਂਟ ਦੀ ਕਰੀ ਜਾਂਦੇ, ਗੱਲ ਸਿਰਫ ਸਮਝਣੀ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਕਿੰਨੇ ਫਿਰ ਐਮਪੀ ਟੋਟਲ ਐਮਪੀ ਜੇ ਬਣਾਈਏ ਤਾਂ ਕਿੰਨੇ ਹੋ ਗਏ, 545 ਉਹ ਤੇ 250 ਉਹ ਰੱਖ ਲਓ, 745 ਤੇ 795 ਬੰਦੇ ਹੋ ਗਏ। ਠੀਕ ਹੈ, 795 800 ਹੀ ਤਾਂ ਲਗਭਗ ਐਮਪੀ ਹੈ, ਤੇ ਹੁਣ ਐਮਐਲਏ ਵੀ ਪਹਿਲਾਂ ਤਾਂ ਹੁਣ ਪਤਾ ਲੱਗ ਗਿਆ 800 ਐਮਪੀ ਵੋਟ ਕਰੂਗਾ, ਪਰ ਐਮਪੀ ਕਿਹੜਾ, ਹੁਣ ਮੈਂ ਤੁਹਾਨੂੰ ਕਹਾਂ ਜੇ 545 ਚੋਂ ਕਿੰਨੇ ਬੰਦੇ ਚੁਣੇ ਜਾਂਦੇ ਆ ਤੇ ਕਿੰਨਿਆਂ ਨੂੰ ਰਾਸ਼ਟਰਪਤੀ ਅਪਾਇੰਟ ਕਰਦਾ, ਪੜਿਆ ਨਹੀਂ, ਇੰਡੀਅਨ ਪ੍ਰੈਜ਼ੀਡੈਂਟ ਅਪਾਇੰਟਸ 2 ਮੈਂਬਰਸ ਆਫ ਐਂਗਲੋ ਇੰਡੀਅਨ ਕਮਿਊਨਿਟੀ। 543 ਆਪਾਂ ਪੜ੍ਹਦੇ ਹੁੰਦੇ ਛੋਟੇ ਹੁੰਦੇ ਵੀ 543 ਵੋਟਾਂ ਦੁਆਰਾ ਚੁਣੇ ਜਾਂਦੇ ਆ, 2 ਮੈਂਬਰਾਂ ਨੂੰ ਰਾਸ਼ਟਰਪਤੀ ਨਾਮਜ਼ਦ ਕਰਦਾ, ਅਪਾਇੰਟ ਕਰਦਾ। ਠੀਕ ਪੜਿਆ ਵੀ, ਹਾਂ ਪੜਿਆ ਸੀ ਨਾ, ਛੋਟੇ ਹੁੰਦੇ ਨੇ ਪੜਿਆ ਸੀ ਆਪਾਂ, ਠੀਕ ਹੈ। ਸੋ 543 ਚੁਣੇ ਜਾਂਦੇ ਆ, ਸੋ ਇੱਥੇ ਕਿਉਂਕਿ ਇਹਨਾਂ ਨੇ ਕੀ ਕਿਹਾ, ਕਿਹੜੇ ਮੈਂਬਰ, ਐਂਗਲੋ ਇੰਡੀਅਨ, ਹਾਂ ਇੱਥੇ ਕੀ ਲਿਖਿਆ ਪਹਿਲੇ ਪੁਆਇੰਟ ਦੇ ਵਿੱਚ, ਕਿਹੜੇ ਮੈਂਬਰ ਚਾਹੀਦੇ ਆਪਾਂ ਨੂੰ, ਇਲੈਕਟਡ ਮੈਂਬਰ। ਸੋ ਐਂਗਲੋ ਇੰਡੀਅਨ ਵਾਲੇ ਨਹੀਂ ਆਪਾਂ ਲੈ ਸਕਦੇ ਉਹਦੇ ਚ, ਫਿਰ ਇਲੈਕਟ ਤਾਂ 543 ਹੋਏ ਆ, ਉਹਦੇ 2 ਛੱਡਤੇ। ਫਿਰ ਜਦੋਂ ਰਾਜ ਸਭਾ ਦੀ ਗੱਲ ਕਰਦੇ ਆਪਾਂ ਕਹਿੰਦੇ ਆ 238 ਮੈਂਬਰ ਤਾਂ ਚੁਣੇ ਜਾਂਦੇ ਆ, ਤੇ 12 ਮੈਂਬਰਾਂ ਨੂੰ ਕੌਣ ਨਾਮਜ਼ਦ ਕਰਦਾ, ਰਾਸ਼ਟਰਪਤੀ। ਸੋ ਫਿਰ ਉਹ 12 ਵੀ ਗਏ, ਉਹ ਵੀ ਇਲੈਕਟ ਤਾਂ ਨਹੀਂ ਨਾ ਹੋਏ। ਹਾਂ ਸਮਝ ਲੱਗ ਗਈ ਕਿ ਨਹੀਂ ਲੱਗੀ, ਲੱਗ ਗਈ, ਉਹ ਲੱਗਿਆ ਪਤਾ ਹਰਜੀਤ, ਹਾਂ ਲੱਗ ਵੀ ਜਿਹੜੇ ਇਲੈਕਟਡ ਮੈਂਬਰਸ ਆ ਉਹੀ ਰਾਜ ਕਰਨਗੇ ਸਭਾ ਦੇ ਵੀ ਤੇ ਲੋਕ ਸਭਾ ਦੇ ਵੀ ਉਹੀ ਵੋਟ ਕਰਨਗੇ, ਜਿਹੜੇ 12 ਮੈਂਬਰ ਉਹ ਵੀ ਨਹੀਂ ਵੋਟ ਕਰ ਸਕਦੇ, ਤੇ ਜਿਹੜੇ ਉਹ 2 ਮੈਂਬਰ ਲੋਕ ਸਭਾ ਵਾਲੇ ਆ ਐਂਗਲੋ ਇੰਡੀਅਨ ਵਾਲੇ, ਵੈਸੇ ਤਾਂ ਉਹ ਹੁਣ ਖਤਮ ਹੀ ਕਰਤਾ ਐਂਗਲੋ ਇੰਡੀਅਨ ਵਾਲਾ ਕੰਸੈਪਟ, ਤੇ ਉਹ ਵੀ ਨਹੀਂ ਵੋਟ ਕਰ ਸਕਦੇ। ਸੋ ਮੇਨ ਗੱਲ ਆਪਾਂ ਇੱਥੇ ਯਾਦ ਰੱਖਣਾ ਇਲੈਕਟਡ ਵਰਡ, ਠੀਕ ਹੈ। ਸੋ ਪਹਿਲੇ ਪੁਆਇੰਟ ਦਾ ਪਤਾ ਲੱਗ ਗਿਆ ਵੀ ਕੌਣ ਵੋਟ ਕਰੂਗਾ, ਇਲੈਕਟਡ ਮੈਂਬਰਸ ਆਫ ਲੋਕ ਸਭਾ ਐਂਡ ਰਾਜ ਸਭਾ, ਜਾਂ ਇਲੈਕਟਡ ਮੈਂਬਰਸ ਆਫ ਬੋਥ ਹਾਊਸਸ ਆਫ ਪਾਰਲੀਮੈਂਟ, ਭਾਵੇਂ ਕੁਛ ਮਰਜ਼ੀ ਕਹਿ ਲਓ, ਸੇਮ ਗੱਲ ਹੀ ਹੈ। ਪਹਿਲਾ ਪੁਆਇੰਟ ਪਤਾ ਲੱਗ ਗਿਆ। ਹਾਂ ਫਿਰ ਦੂਜਾ ਪੁਆਇੰਟ ਕੀ ਹੈ, ਇਲੈਕਟਡ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀਜ਼ ਆਫ ਦਾ ਸਟੇਟ। ਤੁਹਾਨੂੰ ਦੱਸਿਆ ਵੀ ਕੱਲ੍ਹ ਹੋਰੀ ਵੋਟ ਕਰਨਗੇ ਹਨਾ, ਵੀ ਜਿੰਨੇ ਵੀ ਐਮਐਲਏ ਆ ਸਟੇਟਾਂ ਦੇ ਉਹ ਸਾਰੇ ਵੋਟ ਕਰਨਗੇ। ਇਲੈਕਟਡ ਮੈਂਬਰਸ ਆਪਣੇ ਤਾਂ ਵੈਸੇ ਇਲੈਕਟਡ ਹੀ 117 ਦੇ 117, ਉਂਝ ਸਟੇਟ ਦੇ ਵਿੱਚ ਇੱਕ ਸੀਟ ਐਂਗਲੋ ਇੰਡੀਅਨ ਪ੍ਰਤੀ ਵੱਧ ਤੋਂ ਵੱਧ ਨਾਮਜ਼ਦ ਤੁਸੀਂ ਕਰ ਸਕਦੇ ਹੁੰਦੇ, ਜਿਹੜੀ ਨੋਮੀਨੇਟ ਕਰ ਐਂਗਲੋ ਇੰਡੀਅਨ ਮਤਲਬ ਐਂਗਲੋ ਇੰਡੀਅਨ ਉਹ ਹੁੰਦੇ ਆ ਜਿਨ੍ਹਾਂ ਦਾ ਕੋਈ ਮਾਂ ਪਿਓ ਚੋਂ ਇੱਕ ਜਾਣਾ ਅੰਗਰੇਜ਼ ਸੀਗਾ, ਠੀਕ ਹੈ, ਜਿਹੜਾ ਉਹਨਾਂ ਦਾ ਜਵਾਕ ਹੋਊਗਾ, ਵੀ ਜੇ ਉਹਦਾ ਮੰਮੀ ਜਾਂ ਅੰਗਰੇਜ਼ ਹੋਵੇ ਜਾਂ ਉਹਦੇ ਡੈਡੀ, ਕਿਉਂਕਿ ਕਾਰਨ ਉਦੋਂ ਆਏ ਸੀ ਨਾ ਅੰਗਰੇਜ਼, ਉਦੋਂ ਹੁਣ ਭਾਰਤ ਤੇ ਰਾਜ ਕਰਕੇ ਗਏ ਸੀ, ਕਿੰਨੇ ਅੰਗਰੇਜ਼ ਇੱਥੇ ਆਏ ਸੀਗੇ, ਠੀਕ ਹੈ, ਤੇ ਜਿਹੜੇ ਉਹਨਾਂ ਦੇ ਜਵਾਕ ਜਾਂ ਉਹਨਾਂ ਦੀ ਕੋਈ ਪੀੜ੍ਹੀ ਜਿਹੜੀ ਇੱਥੇ ਰਹਿ ਪਈ,
ਅੱਛਾ ਠੀਕ ਆ ਵੀ ਹੁਣ ਜੇ ਤਾਂ ਹੁਣ ਦੋਵੇਂ ਬੰਦੇ ਉਹ ਸੀਗੇ ਅੰਗਰੇਜ਼ ਸੀ ਉਹ ਤਾਂ ਵਾਪਸ ਮੁੜ ਗਏ ਹੋਣੇ ਆ, ਪਰ ਜੇ ਹੁਣ ਇੱਕ ਇੰਡੀਅਨ ਸੀਗਾ ਜੇ ਮੰਨ ਕੇ ਚਲੋ ਉਹਦੀ ਹਨਾ ਮਾਤਾ ਅੰਗਰੇਜ਼ ਹੋਈ ਤੇ ਪਿਓ ਇੱਥੇ ਇੰਡੀਅਨ ਤੇ ਉਹਨੇ ਵਾਪਸ ਥੋੜਾ ਜਾਣਾ ਸੀ। ਸਮਝ ਲੱਗ ਗਈ ਕਿ ਨਹੀਂ ਲੱਗੀ? ਹਾਂ ਲੱਗ ਹਾਂ ਵੀ ਪੇਰੈਂਟਸ ਦੇ ਵਿੱਚੋਂ ਇੱਕ ਬੰਦਾ ਜੇ ਭਾਵੇਂ ਮਾਂ ਭਾਵੇਂ ਪਿਓ ਆ, ਜੇ ਉਹ ਇੰਡੀਅਨ ਆ ਤੇ ਇੱਕ ਅੰਗਰੇਜ਼ ਆ, ਸੋ ਉਹਨੂੰ ਆਪਾਂ ਕੀ ਕਹਿੰਦੇ ਆ, ਐਂਗਲੋ ਇੰਡੀਅਨ ਕਮਿਊਨਿਟੀ ਕਹਿੰਦੇ ਆ। ਆਈ ਥਿੰਕ ਕਲੀਅਰ, ਠੀਕ ਹੈ। ਹਾਂ ਮੈਂ ਤਾਂ ਵੱਡੇ ਕੋਨੇ ਲੱਗੇ ਰਹੂੰਗਾ। ਗੱਲ ਸਮਝ ਲੱਗ ਗਈ ਗੁਰਪ੍ਰੀਤ? ਸੋ ਹਾਂ ਬਈ ਹਾਂ ਬਈ ਦੂਜੀ ਹੋਰ ਕੌਣ ਵੋਟ ਕਰਦੇ ਆ? ਪਹਿਲਾਂ ਆਪਾਂ ਕਿਹਾ ਸੀ ਇਲੈਕਟਡ ਮੈਂਬਰਸ ਆਫ ਲੋਕ ਸਭਾ ਐਂਡ ਰਾਜ ਸਭਾ। ਹੋਰ ਕੌਣ ਵੋਟ ਕਰਦਾ? ਇਲੈਕਟਡ ਮੈਂਬਰਸ ਆਫ, ਦੱਸੋ? ਪਾਰਲੀਮੈਂਟ ਤੇ ਉਹਦੀ ਯਾਰ ਹੁਣ ਪਾਰਲੀਮੈਂਟ ਤੇ ਰਾਜ ਸਭਾ ਲੋਕ ਸਭਾ ਚ ਕੀ ਫਰਕ ਹੁੰਦਾ ਯਾਰ? ਪਹਿਲਾ ਪੁਆਇੰਟ ਤੁਹਾਨੂੰ, ਤੇਰਾ ਦਿਮਾਗ ਕਿੱਥੇ ਹੈ ਬਲਤੇ? ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ। ਉਹ ਤਾਂ ਮੈਂ ਕਹਿਤਾ, ਪਹਿਲਾ ਪੁਆਇੰਟ ਹੋ ਗਿਆ। ਦੂਜਾ ਪੁਆਇੰਟ ਦੱਸ ਕੀ ਹੈ? ਐਮਪੀ ਤੇ ਐਮਐਲਏ। ਕੀ ਕਾਦੇ ਐਮਐਲਏ? ਐਮਪੀ ਤੇ ਐਮਐਲਏ। ਪਹਿਲੇ ਪੁਆਇੰਟ 'ਚ ਆਪਾਂ ਕੀ ਕਿਹਾ? ਪਹਿਲੇ ਪੁਆਇੰਟ 'ਚ ਕੀ ਕਿਹਾ ਆਪਾਂ? ਇਲੈਕਟਡ ਮੈਂਬਰਸ ਆਫ ਦਾ ਹਾਊਸ। ਹਾਂ ਤੇ ਇਲੈਕਟਡ ਮੈਂਬਰਸ ਆਫ ਦਾ ਹਾਊਸ ਕੀ ਹੁੰਦੇ ਆ? ਐਮਪੀ ਤੇ ਐਮਐਲਏ। ਯਾਰ ਕੀ ਹੈ ਯਾਰ ਬਈ, ਹੁਣ ਮੈਂ ਮੱਝ ਅੱਗੇ ਬੀਨ ਵਜਾਉਣ ਵਾਲਾ ਕੰਮ ਆ। ਐਮਪੀ ਦੀ ਫੁੱਲ ਫਾਰਮ ਕੀ ਹੁੰਦੀ ਹੈ? ਮੈਂਬਰ ਆਫ ਪਾਰਲੀਮੈਂਟ। ਹਾਂ ਤੇ ਆਪਾਂ ਪਹਿਲੇ ਪੁਆਇੰਟ 'ਚ ਐਮਪੀਆਂ ਦੀ ਗੱਲ ਕਰਨੀ ਲਈਗੀ। ਹਾਊਸਸ ਆਫ ਪਾਰਲੀਮੈਂਟ ਦੇ ਜਿਹੜੇ ਬੰਦੇ ਆ ਉਹ ਕੀ ਹੋਣਗੇ? ਐਮਪੀ। ਆਪਾਂ ਪਹਿਲੇ 'ਚ ਆਪਾਂ ਇਹ ਕਹਿਤਾ ਵੀ ਜਿਹੜੇ ਇਲੈਕਟਡ ਐਮਪੀ ਉਹ ਵੋਟਾਂ ਪਾਉਣਗੇ। ਦੂਜੇ 'ਚ ਐਮਪੀ ਕਿੱਥੋਂ ਆ ਗਿਆ? ਲੈਜਿਸਲੇਟਿਵ ਅਸੈਂਬਲੀ ਹੈਗੀ। ਹਾਂ ਦੂਜੇ 'ਚ ਇਕੱਲੇ ਐਮਐਲਏ ਆ। ਓਏ ਦਿਮਾਗ 'ਚ ਬਿਠਾ ਲਾ, ਫੇਰ ਮੈਂ ਅੱਗੇ ਪਤਾ ਨਹੀਂ ਤੁਹਾਨੂੰ ਕਿੰਨੇ ਵਾਰੀ 10 ਵਾਰੀ ਦੱਸਤਾ ਕਿ 20 ਵਾਰੀ ਦੱਸਤਾ। ਠੀਕ ਹੈ ਬਈ ਜਿਹੜੀ ਯੂਨੀਅਨ ਲੈਜਿਸਲੇਚਰ ਹੁੰਦੀ ਹੈ ਉਹ ਪਾਰਲੀਮੈਂਟ ਹੁੰਦੀ ਹੈ, ਤੇ ਪਾਰਲੀਮੈਂਟ ਦੇ ਵਿੱਚ ਕੌਣ ਜਾਣਗੇ? ਐਮਪੀ, ਮੈਂਬਰ ਆਫ ਪਾਰਲੀਮੈਂਟ। ਪੰਜਾਬ 'ਚੋਂ 13 ਜਾਣੇ ਐਮਪੀ ਬਣਨਗੇ। ਤੇ ਜਿਹੜੀ ਸਟੇਟ ਲੈਜਿਸਲੇਚਰ ਹੁੰਦੀ ਹੈ, ਸਟੇਟ 'ਚ ਜਿਹਨੇ ਕਾਨੂੰਨ ਬਣਾਉਣੇ ਹੁੰਦੇ ਆ, ਉਹ ਹੁੰਦੀ ਹੈ ਲੈਜਿਸਲੇਟਿਵ ਅਸੈਂਬਲੀ। ਤੇ ਉਹਦੇ ਜਿਹੜੇ ਮੈਂਬਰਸ ਆ ਉਹਨਾਂ ਨੂੰ ਕੀ ਕਹਿੰਦੇ ਆ? MLA, ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀ। ਜਿਹੜੇ ਪਾਰਲੀਮੈਂਟ ਦੇ ਮੈਂਬਰ ਆ ਉਹਨਾਂ ਨੂੰ ਕਹਿੰਦੇ ਆ ਮੈਂਬਰ ਆਫ ਪਾਰਲੀਮੈਂਟ। ਉਹ ਆ ਗਈ ਦਿਮਾਗ 'ਚ? ਹੈਲੋ, ਆਵਾਜ਼ ਅਟਕ ਗਈ ਤੇਰੀ। ਹੈਲੋ, ਹਾਂ ਹੁਣ ਆਈ ਜੀ। ਉਹ ਲੱਗਿਆ ਪਤਾ? ਹਾਂ ਬਈ। ਆ ਯਾਰ ਇਹਨੂੰ ਬਲਤੇਜ ਨੂੰ ਇਹਦੀ ਆਵਾਜ਼ ਫੇਰ ਨਹੀਂ ਆਉਂਦੀ। ਹਾਂ ਬਈ ਹਾਂ ਲੱਗ ਗਿਆ ਬਈ। ਠੀਕ ਹੈ। ਮੈਂ ਪਹਿਲਾ ਪੁਆਇੰਟ ਕੀ ਹੈ? ਕੌਣ ਵੋਟ ਕਰ ਸਕਦਾ ਰਾਸ਼ਟਰਪਤੀ ਨੂੰ ਪਹਿਲੇ ਨੰਬਰ ਤੇ? ਇਲੈਕਟਡ ਮੈਂਬਰਸ ਆਫ ਦਾ ਹਾਊਸ ਬਈ। ਕਿਹੜੇ ਹਾਊਸ? ਲੋਕ ਸਭਾ ਤੇ ਰਾਜ ਸਭਾ। ਫਿਰ ਤੂੰ ਐਂ ਕਹਿਣਾ, ਜਾਂ ਤਾਂ ਬੋਥ ਹਾਊਸ ਕਹਿ, ਜਾਂ ਸਿੱਧਾ ਕਹਿ ਦੇ ਵੀ ਇਲੈਕਟਡ ਮੈਂਬਰਸ ਆਫ ਰਾਜ ਸਭਾ ਤੇ ਲੋਕ ਸਭਾ, ਜਾਂ ਤੂੰ ਸਿੱਧਾ ਕਹਿ ਦੇ ਇਲੈਕਟਡ ਐਮਪੀਜ਼। ਦੂਜੇ ਸ਼ਬਦਾਂ 'ਚ ਕੀ ਕਹਿ ਸਕਦੇ ਹਾਂ? ਕਿਉਂਕਿ ਜਿਹੜੇ ਲੋਕ ਸਭਾ ਦੇ ਮੈਂਬਰ ਆ ਤੇ ਰਾਜ ਸਭਾ ਦੇ ਮੈਂਬਰ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਐਮਪੀ ਕਹਿੰਦੇ ਆ। ਮੈਂਬਰ ਆਫ ਪਾਰਲੀਮੈਂਟ ਹੀ ਹੁੰਦੇ ਆ ਉਹ। ਹਾਂ ਬਈ। ਤੇ ਫਿਰ ਭੁੱਲ ਗਿਆ? ਲੋਕ ਸਭਾ ਦੇ ਮੈਂਬਰਾਂ ਨੂੰ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਆਪਾਂ ਕੀ ਕਵਾਂਗੇ? ਐਮਪੀ ਕਵਾਂਗੇ। ਹਾਂ ਬਈ। ਭਾਵੇਂ ਉਹ ਲੋਕ ਸਭਾ ਦਾ ਹੋਵੇ ਭਾਵੇਂ ਰਾਜ ਸਭਾ ਦਾ, ਕਿਉਂਕਿ ਉਹ ਮੈਂਬਰ ਆਫ ਪਾਰਲੀਮੈਂਟ ਹੀ ਹੈ। ਤਾਂ ਦੋਵੇਂ ਹਾਊਸ ਹੀ ਪਾਰਲੀਮੈਂਟ ਦੇ ਆ। ਲੋਕ ਸਭਾ ਵੀ ਪਾਰਲੀਮੈਂਟ ਦਾ ਹੀ ਹਾਊਸ ਆ। ਹਾਂ ਬਈ। ਤੇ ਰਾਜ ਸਭਾ ਵੀ ਪਾਰਲੀਮੈਂਟ ਦਾ ਹੀ ਹਾਊਸ ਆ। ਤੇ ਜਿਹੜੇ ਉਹਦੇ ਮੈਂਬਰ ਹੋਣਗੇ ਉਹਨਾਂ ਨੂੰ ਕੀ ਕਹਾਂਗੇ? ਮੈਂਬਰ ਆਫ ਪਾਰਲੀਮੈਂਟ ਹੀ ਕਹਾਂਗੇ। ਹਾਂ ਬਈ। ਠੀਕ ਹੈ। ਸੋ ਜਾਂ ਤਾਂ ਇਲੈਕਟਡ ਐਮਪੀ ਵੋਟ ਕਰ ਸਕਦੇ ਆ, ਤੇ 2 ਨੰਬਰ ਤੇ ਇਲੈਕਟਡ MLA। ਇਹਨੂੰ ਦੂਜੇ ਸ਼ਬਦਾਂ 'ਚ ਕਹਿਣਾ ਇਲੈਕਟਡ ਮੈਂਬਰਸ ਆਫ ਬੋਥ ਹਾਊਸਸ ਆਫ ਪਾਰਲੀਮੈਂਟ ਤੇ ਇਲੈਕਟਡ ਮੈਂਬਰਸ ਆਫ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਆਫ ਦਾ। ਠੀਕ ਹੈ, ਲੱਗਿਆ ਪਤਾ ਕਿ ਨਹੀਂ ਲੱਗਿਆ ਹੁਣ? ਹਾਂ ਬਈ। ਹਾਂ ਬਈ। ਤੇ ਤੀਜਾ ਤੁਹਾਨੂੰ ਕੱਲ ਦੱਸਿਆ ਸੀ ਵੀ ਕੁਝ ਕੁ ਯੂਨੀਅਨ ਟੈਰੀਟਰੀਜ਼ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਦੀਆਂ ਆਪਦੀਆਂ ਕੀ ਆ, ਜਿਨ੍ਹਾਂ ਦੀ ਆਪਦੀ ਲੈਜਿਸਲੇਚਰ ਅਸੈਂਬਲੀ ਹੈਗੀ ਆ, ਤੇ ਕੁਝ ਯੂਨੀਅਨ ਟੈਰੀਟਰੀਜ਼ ਇਹੋ ਜਿਹੀਆਂ ਜਿਨ੍ਹਾਂ ਦੀ ਹੈ ਨਹੀਂ। ਜਿਵੇਂ ਹੁਣ ਕਿੰਨਾ ਦੀ ਲੈਜਿਸਲੇਚਰ ਅਸੈਂਬਲੀ ਹੈਗੀ ਆ? ਲੈਜਿਸਲੇਟਿਵ ਅਸੈਂਬਲੀ ਦਿੱਲੀ ਦੀ ਤੇ ਪੁਡੂਚੇਰੀ ਦੀ ਹੈਗੀ ਆ। ਸੋ ਉਹਨਾਂ ਦੇ ਵੀ ਜਿਹੜੇ MLA ਆ ਉਹ ਵੀ ਕੀ ਕਰਨਗੇ? ਵੋਟ ਕਰਨਗੇ।
ਪੜੋ ਤੀਜਾ ਪੁਆਇੰਟ ਦਾ ਇਲੈਕਟਡ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀਜ਼ ਆਫ ਦਾ ਯੂਨੀਅਨ ਟੈਰੀਟਰੀਜ਼ ਆਫ ਦਿੱਲੀ ਪੁਡੂਚੇਰੀ ਤੇ ਹੁਣ ਤੀਜਾ ਹੋਰ ਕਿਹੜੀ ਬਣ ਗਈ ਜੰਮੂ ਐਂਡ ਕਸ਼ਮੀਰ। ਇਹਦੀ ਵੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਜਿਹੜੀ ਜੰਮੂ ਕਸ਼ਮੀਰ ਦੀ ਹੈਗੀ ਹੈ, ਲਦਾਖ ਦੀ ਹੈ ਨਹੀਂ। ਠੀਕ ਹੈ, ਸਮਝ ਲੱਗ ਗਈ। ਤਿੰਨ ਬੰਦੇ ਵੋਟ ਕਰਨਗੇ, ਤਿੰਨ ਤਰ੍ਹਾਂ ਦੇ ਬੰਦੇ, ਇਲੈਕਟਡ ਐਮਪੀ, ਇਲੈਕਟਡ ਐਮਐਲਏ ਆਫ ਸਟੇਟਸ ਤੇ ਇਲੈਕਟਡ ਐਮਐਲਏ ਆਫ ਯੂਨੀਅਨ ਟੈਰੀਟਰੀਜ਼ ਜਿਨ੍ਹਾਂ ਦੇ ਲੈਜਿਸਲੇਟਿਵ ਅਸੈਂਬਲੀਆਂ ਹੈਗੀਆਂ, ਜਿਨ੍ਹਾਂ ਦੇ ਹੈ ਹੀ ਨਹੀਂ ਉਹਨਾਂ ਦੇ ਐਮਐਲਏ ਨਹੀਂ ਹੋਣੇ। ਸੋ ਇੱਥੇ ਦੋ ਚੀਜ਼ਾਂ ਤੇ ਜ਼ੋਰ ਦੇਣਾ ਵੀ ਤੁਸੀਂ ਜਿਹੜਾ ਮੇਨ ਇੱਕ ਹੀ ਆ ਵੀ ਇਲੈਕਟਡ ਮੈਂਬਰ ਵੋਟ ਕਰਨਗੇ, ਭਾਵੇਂ ਉਹ ਐਮਐਲਏ ਹੋਣ ਭਾਵੇਂ ਉਹ ਐਮਪੀ ਹੋਣ। ਠੀਕ ਹੈ, ਪਰ ਕਿਹੜੇ ਮੈਂਬਰਸ ਹੋਣੇ ਚਾਹੀਦੇ? ਉਹ ਇਲੈਕਟਡ ਹੋਣੇ ਚਾਹੀਦੇ, ਨੋਮੀਨੇਟਡ ਨਹੀਂ। ਤੁਹਾਨੂੰ ਇਲੈਕਟਡ ਨੋਮੀਨੇਟਡ ਦਾ ਪਤਾ ਲੱਗ ਗਿਆ? ਹਾਂ ਬਲਤੇਜ ਦੱਸ ਕਿਹੜੇ ਕਿਹੜੇ 3 ਪੁਆਇੰਟ ਆ, ਕੌਣ ਕੌਣ ਵੋਟ ਕਰ ਸਕਦਾ ਰਾਸ਼ਟਰਪਤੀ ਨੂੰ? ਇੱਕ ਤਾਂ ਇਲੈਕਟਡ ਮੈਂਬਰਸ ਆਫ ਦਾ ਹਾਊਸ ਬਈ। ਯਾਰ ਮੈਨੂੰ ਹਾਊਸ ਹੂਸ ਦਾ ਨਹੀਂ ਪਤਾ, ਮੈਨੂੰ ਪੰਜਾਬੀ ਚ ਦੱਸ ਕੌਣ ਕਰ ਸਕਦਾ ਵੋਟਾਂ, ਕੌਣ ਪਾਊਗਾ ਪ੍ਰੈਜ਼ੀਡੈਂਟ ਦੀਆਂ ਵੋਟਾਂ? ਪ੍ਰੈਜ਼ੀਡੈਂਟ ਦੀਆਂ ਵੋਟਾਂ ਬਈ ਜਿਹੜੇ ਹਾਊਸ ਦੇ ਮੈਂਬਰ ਆ ਪਾਰਲੀਮੈਂਟ ਦੇ, ਜਿਵੇਂ ਐਮਪੀ ਤੇ ਐਮਐਲਏ। ਯਾਰ ਹੁਣ ਐਮਐਲਏ ਪਾਰਲੀਮੈਂਟ ਦੇ ਮੈਂਬਰ ਹੈਗੇ ਆ? ਐਮਪੀ ਹੈ ਸੱਚ, ਐਮਪੀ ਤੇ ਫਿਰ ਐਮਐਲਏ ਕਿੱਥੋਂ ਆ ਗਏ? ਠੀਕ ਹੈ, ਬਾਅਦ ਚ ਸਟੇਟ ਲੈਜਿਸਲੇਟਿਵ ਹੋਏ ਐਮਐਲਏ ਜਿਵੇਂ। ਹਾਂ ਤੂੰ ਇਹ ਕਹਿਣਾ ਵੀ ਹਾਂ ਇਲੈਕਟਡ ਐਮਪੀ ਪਾਉਣਗੇ, ਇਲੈਕਟਡ ਐਮਐਲਏ ਪਾਉਣਗੇ, ਤੇ ਪਰ ਤੂੰ ਕੀ ਨਾ ਵੀ ਹਾਊਸ ਦੇ ਮੈਂਬਰ ਐਮਪੀ ਵੀ ਹੈ ਤੇ ਐਮਐਲਏ ਵੀ ਹੈ। ਨਹੀਂ ਐਮਪੀ ਤੇ ਐਮਐਲਏ ਹੋਵੇ ਕਹਿੰਦੇ ਪਹਿਲੇ ਪੁਆਇੰਟ ਚ ਨਹੀਂ ਆਉਣਾ ਇਹ, ਪਹਿਲੇ ਚ ਐਮਪੀ ਆਊਗਾ। ਕਿਹੜੇ ਐਮਪੀ? ਪਾਰਲੀਮੈਂਟ ਦੇ। ਉਹ ਯਾਰ ਉਹ ਤਾਂ ਹੁੰਦੇ ਤਾਂ ਪਾਰਲੀਮੈਂਟ ਦੇ, ਕਿਹੜੇ ਐਮਪੀ ਆ? ਐਂਗਲੋ ਇੰਡੀਅਨ ਵਾਲੇ ਵੀ ਪਾ ਸਕਦੇ ਆ? ਹਾਂ ਬਈ ਯਾਰ ਮੇਰਾ ਜੀ ਕਰਦਾ ਨਾ ਉਹ ਨਹੀਂ ਪਾਉਂਦੇ ਭਰਾਵਾ ਐਂਗਲੋ ਇੰਡੀਅਨ ਘੰਟੇ ਦਾ ਮੱਥਾ ਮਾਰੀ ਜਾਂਦਾ ਵੀ ਉਹ ਨੋਮੀਨੇਟਡ ਹੁੰਦੇ ਆ। ਉਹ ਅੱਛਾ ਨੋਮੀਨੇਟਡ ਹੁੰਦੇ ਆ, ਹੁਣ ਐਡ ਨਹੀਂ ਹੋ ਗਿਆ ਨਾ? ਹੁਣ ਤਾਂ ਕੱਢਿਆ ਭਰਾਵਾ ਉਹ। ਠੀਕ ਆ, ਤੂੰ ਸੁੱਤਾ ਪਿਆ ਯਾਰ? ਠੀਕ ਹੈ ਉਹ ਬਾਹਰ ਆ ਗਏ। ਠੀਕ ਹੈ ਬਈ। ਸੁਖਬੀਰ ਬਾਦਲ ਵੋਟ ਪਾਊਗਾ ਕਿ ਨਹੀਂ ਪਾਉਂਦਾ? ਉਹਦੀ ਕੀ ਹੈ ਸੁਖਬੀਰ ਬਾਦਲ ਅੱਜ? ਉਹ ਹੈਗਾ ਐਮਐਲਏ। ਉਹ ਐਮਪੀ ਆ ਭਰਾਵਾ। ਐਮਪੀ ਸੀਗਾ ਉੱਥੋਂ ਫਿਰੋਜ਼ਪੁਰ ਤੋਂ ਹਟ ਗਿਆ ਜੀ। ਤੈਨੂੰ ਕਿਹਨੇ ਕਿਹਾ ਹਟ ਗਿਆ? ਉਹ ਅਸਤੀਫਾ ਦੇਤਾ ਜੀ ਉਹਨੇ। ਹੁਣ ਉੱਥੇ ਰਮਿੰਦਰ ਰਾਣਾ ਨੀ ਆ ਗਿਆ ਫਿਰੋਜ਼ਪੁਰ ਤੋਂ, ਜਲਾਲਾਬਾਦ ਤੋਂ। ਤੂੰ ਸੋਚ ਲਾ ਵੀ ਕੀ ਬੋਲੀ ਇਹਨਾਂ ਤੋਂ। ਐਮਪੀ ਸੀਗਾ ਪਹਿਲਾਂ ਉਹ। ਇਹਨੂੰ ਬੋਲ, ਇਹਨੂੰ ਸਮਝਾ ਯਾਰ ਇਹਨੂੰ। ਪਹਿਲਾਂ ਐਮਐਲਏ ਸੀ, ਹੁਣ ਐਮਪੀ ਆ। ਹੁਣ ਐਮਪੀ ਆ। ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਮੈਂ, ਫਿਰ ਮੈਂ ਤਾਂ ਪੰਜਾਬ ਜੀ ਕੇ ਇੰਟਰਸਟ ਬਣ ਜਾਂਦਾ ਤੇ ਫਲਾਣੇ ਚ ਹੋ ਜਾਂਦਾ। ਉਹ ਇਹਨੂੰ ਗੁਰਪੇਜ ਤੁਹਾਡੀ ਡਿਊਟੀ, ਇਹਨੂੰ ਸਮਝਾ ਦਿਆ ਕਰੋ ਸਾਰਾ ਕੁਝ। ਠੀਕ ਹੈ, ਇੱਥੇ ਦਿਮਾਗ ਤਾਂ ਇਹ ਵਰਤਦਾ ਨਹੀਂਗਾ ਬਈ। ਹੁਣ ਕਿੰਨੇ ਵਾਰੀ ਤਾਂ ਮੈਂ ਤੁਹਾਨੂੰ ਦੱਸੀ ਜਾਂਦਾ, ਇਲੈਕਟਡ ਮੈਂਬਰਸ ਆਫ both houses of the parliament। ਠੀਕ ਹੈ, ਐਮਪੀ ਹੋ ਗਏ। ਠੀਕ ਹੈ, ਜਿਹੜੇ ਹੁਣ ਆਪਣੇ ਐਮਪੀ ਆ, ਜਿੰਨੇ ਵੀ ਆਪਣੇ ਪੰਜਾਬ ਦੇ ਐਮਪੀ ਆ, ਕੋਈ ਵੀ ਆ, ਮੈਨੂੰ ਨਹੀਂ ਪਤਾ ਹੁਣ ਕੌਣ ਆ ਗਏ, ਆਪੇ ਤੁਸੀਂ ਪਤਾ ਕਰਿਓ ਪੰਜਾਬ ਦੇ ਕਿਹੜੇ ਆ ਤੇਰਾ। ਠੀਕ ਹੈ, ਉਹ ਵੋਟਾਂ ਪਾਉਣਗੇ, ਪੰਜਾਬ ਦੇ ਐਮਐਲਏ ਵੋਟਾਂ ਪਾਉਣਗੇ। ਠੀਕ ਹੈ, ਤੇ ਅੱਗੇ ਜਿਹੜੇ ਦਿੱਲੀ ਦੇ ਐਮਐਲਏ ਆ, ਪੁਡੂਚੇਰੀ ਦੇ ਐਮਐਲਏ ਆ, ਉਹ ਵੀ ਵੋਟਾਂ ਪਾਉਣਗੇ। ਮੈਨੂੰ ਲੱਗਦਾ ਗੱਲ ਕਲੀਅਰ ਹੈ। ਗੁਰਪ੍ਰੀਤ ਕਲੀਅਰ ਹੈ ਨਾ? ਹਾਂ ਬਈ। ਤੇ ਜੇ ਪੜ੍ਹ ਕੇ ਆਵੇਂਗਾ ਤਾਂ ਆਪੇ ਤੈਨੂੰ ਕੱਲ ਨੂੰ ਕਲੀਅਰ ਹੋ। YouTube ਤੇ ਆ ਲੈਕਚਰ ਹੁਣ ਮੈਂ ਪਾ ਦੂੰਗਾ ਤੇ ਆਪਦਾ ਉਹ ਤੋਂ ਸੁਣ ਲਈ। ਮੈਂ ਵਾਰੀ ਐਵੇਂ ਭਕਾਈ ਨਹੀਂ ਕਰਨੀ ਕਿ ਨਾ ਹੀ ਉਹ ਲੈਕਚਰ ਲੰਮਾ ਕਰਨਾ। ਠੀਕ ਹੈ, ਤੇ ਅਗਲੀ ਲਾਈਨ ਵੇਖੋ ਕੀ ਲਿਖੀ ਹੈ। ਦਸ the nominated members do not participate in the election of the president। ਠੀਕ ਹੈ, ਨੋਮੀਨੇਟਡ ਮੈਂਬਰ ਕੀ ਹੈ, ਪਾਰਟ ਕਰਦੇ ਕਿ ਨਹੀਂ ਕਰਦੇ? ਨਹੀਂ ਬਈ, ਤੁਹਾਨੂੰ ਦੱਸ ਹੀ ਦਿੱਤਾ ਵੀ ਇਕੱਲੇ ਇਲੈਕਟਡ ਮੈਂਬਰ ਹੀ ਕਰਦੇ ਆ, ਨੋਮੀਨੇਟਡ ਮੈਂਬਰ ਹਿੱਸਾ ਨਹੀਂ ਕਰਦੇ। ਠੀਕ ਆ, ਕੁਐਸਚਨ ਕਿੰਨੇ ਹੋ ਗਏ ਹੁਣ ਆਪਣੇ? 6 ਕੁਐਸਚਨ ਆਪਣੇ ਹੋ ਗਏ। 4 ਪਹਿਲਾਂ ਤੁਹਾਡੇ ਉੱਥੋਂ ਤੱਕ ਕੁਆਲੀਫਿਕੇਸ਼ਨ ਤੱਕ ਆ ਗਏ ਸੀ, 5ਵਾਂ ਕੁਐਸਚਨ ਆ ਗਿਆ
ਵੀ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਦੇ ਵਿੱਚ ਕੌਣ ਕੌਣ ਹਿੱਸਾ ਲਊਗਾ। ਸੋ ਆਪਾਂ ਕਹਤਾ ਇਲੈਕਟਡ MLA, ਇਲੈਕਟਡ MP ਤੇ MP ਇਲੈਕਟਡ MLA ਆਫ ਯੂਨੀਅਨ ਟੈਰੀਟਰੀ। ਡਿਊਟੀ ਠੀਕ ਹੈ, elected MP, elected MLAs of state, elected MLAs of union territories। ਡਿਊਟੀ ਹਾਂ ਠੀਕ ਹੈ। ਸੋ ਇਹ ਤਿੰਨ ਤਰ੍ਹਾਂ ਦੇ ਬੰਦੇ ਪਾਰਟਿਸਿਪੇਟ ਕਰਨਗੇ। ਜਿਹੜੇ ਨੋਮੀਨੇਟਡ ਮੈਂਬਰ ਆ ਉਹ ਭਾਵੇਂ ਲੋਕ ਸਭਾ ਚ ਹੋਣ, ਭਾਵੇਂ ਰਾਜ ਸਭਾ ਚ ਹੋਣ, ਭਾਵੇਂ ਉਹ ਕਿਸੇ ਸਟੇਟ ਲੈਜਿਸਲੇਟਿਵ ਅਸੈਂਬਲੀ ਚ ਵੀ ਹੋਣ, ਉਹ ਵੋਟ ਨਹੀਂ ਕਰ ਸਕਦੇ। ਠੀਕ ਹੈ, 6 ਹੋ ਗਏ ਨਾ ਕੁਐਸਚਨ। ਛੇਵਾਂ ਨੋਮੀਨੇਟਡ ਮੈਂਬਰ ਵਾਲਾ ਹੋ ਗਿਆ ਵੀ ਉਹ ਕਰ ਸਕਦੇ ਵੋਟ ਕਿ ਨਹੀਂ ਕਰ ਸਕਦੇ। ਸੋ ਅੱਗੇ ਵੇਖੋ, when assembly is dissolved the member cease to be qualified to vote in the president election। ਅੱਗੇ ਇਹ ਹੈ ਵੀ ਹੁਣ ਜੇ ਕੋਈ ਮੰਨ ਕੇ ਚਲੋ ਸਟੇਟ ਲੈਜਿਸਲੇਟਿਵ ਅਸੈਂਬਲੀ ਹੈ ਜਿੱਥੇ ਹੁਣ ਵੋਟਾਂ ਹੋਣ ਵਾਲੀਆਂ, ਜਾਂ ਜਿੱਥੇ ਸਰਕਾਰ ਹੁਣ ਮੰਨ ਕੇ ਲੋ ਹਰਿਆਣਾ ਦੀ ਖੱਟਰ ਸਰਕਾਰ ਸੀਗੀ ਹਨਾ, ਉੱਥੇ ਉਹ ਆਇਆ ਸੀ ਨਾ ਉਹ ਅਵਿਸ਼ਵਾਸ ਪ੍ਰਸਤਾਵ, ਨੋ ਕੌਨਫੀਡੈਂਸ ਮੋਸ਼ਨ ਨਹੀਂ ਲੈ ਕੇ ਆਈ ਸੀਗੀ ਦੂਜੀ ਜਿਹੜੀ ਆਪੋਜੀਸ਼ਨ ਪਾਰਟੀ ਸੀ ਕਾਂਗਰਸ, ਉਹ ਕਾਹਤੋਂ ਲੈ ਕੇ ਆਏ ਸੀ? ਉਹਨਾਂ ਨੂੰ ਇਹ ਸੀ ਵੀ ਕਿਉਂਕਿ ਉਨਾ ਟਾਈਮ ਸਰਕਾਰ ਰਹਿ ਸਕਦੀ ਹੈ ਆਪਣੇ, ਜਿਵੇਂ ਹੁਣ ਮੋਦੀ ਆ, ਮੋਦੀ ਕਿੰਨਾ ਟਾਈਮ ਸਰਕਾਰ 'ਚ ਰਹਿ ਸਕਦਾ? ਜਿੰਨਾ ਟਾਈਮ ਉਹਦੇ ਕੋਲੇ ਬਹੁਮਤ ਹੈਗਾ, 273 ਸੀਟਾਂ ਉਹਦੇ ਕੋਲੇ ਹੈਗੀਆਂ। ਜੇ ਕੁਛ ਕੁ MLA ਉਹਦੀ ਪਾਰਟੀ ਛੱਡ ਜਾਂਦੇ ਆ ਤੇ ਉਹਦੇ MP ਕੁਛ ਕੁ MP ਉਹਦੀ ਪਾਰਟੀ ਛੱਡ ਜਾਂਦੇ ਆ, ਠੀਕ ਹੈ, ਤੇ ਉਹਦੇ ਕੋਲੇ ਜੇ MPਆਂ ਦੀ ਗਿਣਤੀ 273 ਤੋਂ ਘੱਟ ਜਾਂਦੀ ਹੈ ਫਿਰ ਉਹ ਸਰਕਾਰ 'ਚ ਰਹਿਣ ਦੇ ਤਾਂ ਕਾਬਲ ਹੈ ਹੀ ਨਹੀਂ ਨਾ। ਹਾਂ ਬਈ ਸਰਕਾਰ ਕਿਹਦੀ ਬਣਦੀ ਹੈ? ਸਰਕਾਰ ਜਿਹੜਾ 273 ਸੀਟਾਂ ਲਊਗਾ। ਹਾਂ ਜੇ ਕਿਸੇ ਟਾਈਮ ਤੇ ਉਹਦੇ ਕੋਲੇ ਸੀਟਾਂ ਹੀ 273 ਤੋਂ ਘੱਟ ਰਹਿ ਗਈਆਂ, ਵੀ ਮੰਨ ਕੇ 10 MLA ਛੱਡ ਹੀ ਗਏ ਹੁਣ, 10 MP ਕਹਿੰਦੇ ਵੀ ਅਸੀਂ ਤਾਂ ਤੁਹਾਡੀ ਪਾਰਟੀ 'ਚ ਰਹਿੰਦੇ ਹੀ ਨਹੀਂ, ਤੇ ਫਿਰ ਉਹ ਭੰਗ ਹੋ ਜੂਗੀ ਨਾ। ਸੋ ਉਹਨੂੰ ਕਹਿੰਦੇ ਆ ਵੀ ਆਪਾਂ ਉਹ ਜਿਹੜੀ ਲੋਕ ਸਭਾ ਉਹ ਸਰਕਾਰ ਉਹ ਭੰਗ ਹੋ ਗਈ, ਉਸ ਤੋਂ ਬਾਅਦ ਦੇ ਫਿਰ ਉੱਥੇ ਕੀ ਹੋਣਗੀਆਂ? ਵੋਟਾਂ ਹੋਣਗੀਆਂ, ਸਰਕਾਰ ਡਿੱਗ ਪਈ। ਠੀਕ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜਾ ਪ੍ਰੈਜ਼ੀਡੈਂਟ ਆ ਉਹ ਕੀ ਕਰ ਦਿੰਦਾ? ਲੋਕ ਸਭਾ ਨੂੰ ਭੰਗ ਕਰ ਦਿੰਦਾ ਤੇ ਫਿਰ ਵੋਟਾਂ ਹੁੰਦੀਆਂ। ਸਮਝ ਲੱਗੀ? ਸੋ ਜੇ ਕੋਈ, ਇਹ ਮੈਂ ਤੁਹਾਨੂੰ ਗੱਲ ਦੱਸੀ ਆ ਸੈਂਟਰ ਦੀ, ਐਂ ਸਟੇਟਾਂ ਦੇ ਵਿੱਚ ਵੀ ਹੁੰਦਾ ਵੀ ਜੇ ਸਟੇਟ ਸਰਕਾਰ ਭੰਗ ਹੋ ਗਈ ਹਨਾ, ਤੇ ਉਹਦੀ ਲੈਜਿਸਲੇਟਿਵ ਅਸੈਂਬਲੀ ਵੀ ਗਾਂ ਕੀ ਹੋ ਜੂਗੀ? ਡਿਸੋਲਵ ਹੋ ਜੂਗੀ, ਭੰਗ ਕਰ ਦੇਣਗੇ ਉਹਨੂੰ ਵੀ। ਪਹਿਲਾਂ ਸਰਕਾਰ ਡਿੱਗੀ, ਉਸ ਤੋਂ ਬਾਅਦ ਦੇ ਵਿੱਚ ਜੇ ਵੋਟਾਂ ਪਵਾਉਣੀਆਂ ਤਾਂ ਪਹਿਲਾਂ ਲੈਜਿਸਲੇਟਿਵ ਅਸੈਂਬਲੀ ਵੀ ਡਿੱਗ ਜੂਗੀ। ਇੱਕ ਤਾਂ ਐਂ ਡਿੱਗ ਸਕਦੀ ਹੈ ਵੀ ਸਰਕਾਰ ਹੀ ਡਿੱਗ ਪਈ, ਉਦੋਂ ਬਾਅਦ ਲੈਜਿਸਲੇਟਿਵ ਅਸੈਂਬਲੀ ਨੂੰ ਵੀ ਭੰਗ ਕਰਨਾ ਪਊ। ਇੱਕ ਲੈਜਿਸਲੇਟਿਵ ਅਸੈਂਬਲੀ ਸਿੱਧੀ ਭੰਗ ਹੋ ਜਾਂਦੀ ਹੈ 5 ਸਾਲਾਂ ਬਾਅਦ, ਜਦੋਂ ਹੁਣ ਨਵੀਆਂ ਵੋਟਾਂ ਪੈਣੀਆਂ ਤਾਂ ਸਾਰੇ ਤੇ ਸਾਰੇ MLA ਆਪਾਂ ਦੁਬਾਰਾ ਹੀ ਬਣਾਉਣੇ ਆ ਨਾ। ਪਹਿਲਾਂ ਵਾਲਿਆਂ ਨੂੰ ਤਾਂ ਆਪਾਂ ਨੂੰ ਫਿਰ ਭੰਗ ਕਰਨਾ ਹੀ ਪਊ। ਠੀਕ ਹੈ, ਵੀ ਇਹ ਪੁਆਇੰਟ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਆ ਵੀ ਜੇ ਹੁਣ ਮੰਨ ਕੇ ਚੱਲੋ ਵੀ ਪੰਜਾਬ ਉਧਰੋਂ ਤਾਂ ਆ ਗਈਆਂ ਰਾਸ਼ਟਰਪਤੀ ਦੀਆਂ ਵੋਟਾਂ, ਠੀਕ ਹੈ, ਤੇ ਪੰਜਾਬ ਦੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਆ ਉਹਦੇ 'ਚ ਕੋਈ ਮੈਂਬਰ ਹੀ ਹੈ ਨਹੀਂ, ਉਹ ਭੰਗ ਕੀਤੀ ਹੋਈ ਆ ਹਨਾ, ਵੀ ਉੱਥੇ ਪੰਜਾਬ 'ਚ ਵੀ ਵੋਟਾਂ ਹੋਣ ਵਾਲੀਆਂ ਸੀ ਜਾਂ ਕੋਈ ਹੋਰ ਕਾਰਨ ਸੀਗਾ, ਰਾਸ਼ਟਰਪਤੀ ਸ਼ਾਸਨ ਲੱਗ ਗਿਆ ਸੀ। ਠੀਕ ਹੈ, ਸੋ ਪੰਜਾਬ ਦੀ ਫਿਰ ਲੈਜਿਸਲੇਟਿਵ ਅਸੈਂਬਲੀ ਤਾਂ ਹੈ ਹੀ ਨਹੀਂ। ਠੀਕ ਆ, ਤੇ ਫਿਰ ਪੰਜਾਬ ਦੇ MLA ਵੋਟ ਉਹਦੇ 'ਚ ਕਰਨਗੇ? ਨਹੀਂ ਕਰਦੇ। ਆਹੀ ਚੀਜ਼ ਲਿਖੀ ਹੈ ਵੀ ਜੇ ਕੋਈ ਅਸੈਂਬਲੀ ਵੈਨ ਅਸੈਂਬਲੀ ਇਜ਼ ਡਿਸੋਲਵਡ, ਕੋਈ ਵੀ ਅਸੈਂਬਲੀ ਕਿਸੇ ਵੀ ਸਟੇਟ ਦੀ ਹੋਵੇ, ਜੇ ਉਹਨੂੰ ਡਿਸੋਲਵ ਭੰਗ ਕਰਤੀ, ਭੰਗ ਹੋਈ ਵੀ ਹੈ, ਤੇ ਦਾ ਮੈਂਬਰ ਸੀਜ਼ ਟੂ ਬੀ ਕੁਆਲੀਫਾਈਡ ਟੂ ਵੋਟ ਇਨ ਦਾ ਪ੍ਰੈਜ਼ੀਡੈਂਟ ਇਲੈਕਸ਼ਨ। ਇਹ ਨਹੀਂ ਵੀ ਹਾਂ ਵੀ ਉਹ MLA ਕਹਿਣਗੇ ਵੀ ਅਜੇ ਤੱਕ ਨਵੇਂ MLA ਨਹੀਂ ਆਏ ਤੇ ਅਸੀਂ ਪਾ ਦਈਏ ਵੋਟਾਂ, ਜਿਹੜੇ ਪਿਛਲੀ ਵਾਰੀ ਵਾਲੇ ਸੀਗੇ, ਜਦੋਂ ਭੰਗ ਹੋ ਗਈ ਉਹਨਾਂ ਦੀ ਪਾਵਰ ਹੀ ਖਤਮ ਹੋ ਗਈ। ਉਹਨਾਂ ਦੀ ਪਾਵਰ ਹੀ ਖਤਮ ਹੋ ਗਈ, ਫਿਰ ਉਹ ਵੋਟ ਪਾਉਣ ਦੀ ਪਾਵਰ ਵੀ ਨਹੀਂ ਉਹਨਾਂ ਕੋਲੇ। ਨਵੇਂ ਆਉਣਗੇ ਵੋਟਾਂ ਨਾਲ, ਭਾਵੇਂ ਉਹੀ ਆ ਜਾਣ, ਫਿਰ ਪਾ ਸਕਦੇ। ਠੀਕ ਹੈ, ਸਮਝ ਲੱਗ ਗਈ? ਵੀ ਡਿਸੋਲਵਡ ਅਸੈਂਬਲੀ ਦੇ ਜਿਹੜੇ ਬੰਦੇ ਆ ਉਹ ਵੋਟਾਂ ਨਹੀਂ ਪਾ ਸਕਦੇ। ਰੋਜੀ ਬਰਕੰਦੀ ਹੁਣ ਜਦੋਂ ਮੰਨ ਕੇ ਚਲੋ ਜਿੱਦਣ ਚੋਣ ਜਾਬਤਾ ਲੱਗ ਗਿਆ ਉਦੋਂ ਡਿਸੋਲਵ ਹੋ ਜੂਗੀ ਅਸੈਂਬਲੀ। ਜਿੱਦਣ ਚੋਣ ਜਾਬਤਾ ਲੱਗ ਗਿਆ ਉਦੋਂ ਅਸੈਂਬਲੀ ਨੇ ਕੀ ਹੋ ਜਾਣਾ? ਡਿਸੋਲਵ। ਜਦੋਂ ਅਸੈਂਬਲੀ ਡਿਸੋਲਵ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਉਹ ਬੰਦੇ ਵੋਟਾਂ ਨਹੀਂ ਪਾ ਸਕਦੇ। ਰੋਜੀ ਬਰਕੰਦੀ ਕਿਉਂਕਿ ਉਹ MLA ਨਹੀਂ ਰਿਹਾ, ਤੇ ਵੋਟਾਂ ਕਿਹਨੇ ਪਾਉਣੀਆਂ ਸੀ ਉਹਨੂੰ? ਰਾਸ਼ਟਰਪਤੀ ਨੂੰ। ਵੋਟਾਂ ਰਾਸ਼ਟਰਪਤੀ ਨੂੰ MLA ਨੇ ਪਾਉਣੀਆਂ ਸੀ ਨਾ, ਉਹ MLA ਨਹੀਂ ਰਿਹਾ ਤੇ ਵੋਟ ਕਿਵੇਂ ਪਾਊਗਾ? ਠੀਕ ਆ। ਸੋ ਆ ਜਿਹੜੇ ਵੈਲਿਊ ਆ ਵੀ ਹਾਂ ਵੈਲਿਊ ਆਫ ਵੋਟ ਆਫ ਐਨ MLA ਤੇ ਵੈਲਿਊ ਆਫ ਵੋਟਸ ਆਫ ਐਨ MP ਜਿਹੜੀ ਆ ਹਨਾ, ਇਹ ਆਪਾਂ ਕਰਾਂਗੇ ਠਹਿਰ ਕੇ, ਇਹ ਤੁਹਾਡੇ ਲਈ ਨਹੀਂ ਜ਼ਰੂਰੀ ਨਹੀਂ, ਐਵੇਂ ਇਹਦੇ 'ਚ ਮੱਥਾ ਨਹੀਂ ਮਾਰਨਾ।
ਸੋ ਅਗਲੇ ਪੁਆਇੰਟ ਤੇ ਆਓ। ਦ ਪ੍ਰੈਜ਼ੀਡੈਂਟਸ ਇਲੈਕਸ਼ਨ ਇਜ਼ ਹੈਲਡ ਇਨ ਅਕੋਰਡੈਂਸ ਵਿਦ ਦ ਸਿਸਟਮ ਆਫ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਬਾਈ ਮੀਨਸ ਆਫ ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਤੇ ਥਰੂ ਸੀਕ੍ਰੇਟ ਬੈਲਟ। ਠੀਕ ਹੈ, ਤਿੰਨ ਗੱਲਾਂ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ, ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਵੀ ਜਿਹੜਾ ਸਿਸਟਮ ਕਿਹੜੇ ਤਰੀਕੇ ਨਾਲ ਪੈਂਦੀਆਂ, ਤੇ ਅੱਗੇ ਕੀ ਹੈ ਸੀਕ੍ਰੇਟ ਬੈਲਟ। ਠੀਕ ਹੈ, ਇਹ ਇੱਕ ਓਪਨ ਬੈਲਟ ਵੀ ਹੋ ਸਕਦੀ ਹੈ ਵੀ ਸਾਰਿਆਂ ਦੇ ਸਾਹਮਣੇ ਹੀ ਵਿਖਾ ਦਿਓ ਵੀ ਅਸੀਂ ਵੋਟ ਇਹਨੂੰ ਪਾਈ ਹੈ। ਸੀਕ੍ਰੇਟ ਬੈਲਟ ਦਾ ਮਤਲਬ ਹੁੰਦਾ ਵੀ ਤੁਸੀਂ ਗੁਪਤ ਰੂਪ ਚ ਪਾਈ ਹੈ। ਠੀਕ ਹੈ, ਤੇ ਹੁਣ ਮੈਂ ਤੁਹਾਨੂੰ ਇੱਥੇ ਇਹ ਚੀਜ਼ ਸਮਝਾ ਦਿਆਂ ਵੀ ਇਹਦੀ ਵੋਟ ਕਿਵੇਂ ਹੁੰਦੀ ਹੈ। ਤੋ ਅੱਜ ਆਪਣੇ ਤੋਂ ਇੰਨਾ ਕੀ ਹੋਊਗਾ, ਕੱਲ ਨੂੰ ਆਪਾਂ ਪ੍ਰੈਜ਼ੀਡੈਂਟ ਪੂਰਾ ਕਰ ਲਾਂਗੇ। ਤੇ ਇਹਨੂੰ ਬਲਤੇਜ ਨੂੰ ਪੁਰਾਣੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ। ਪੁਰਾਣੇ ਲੈਕਚਰ ਬਲਤੇਜ ਤੂੰ ਸੁਣਦਾ ਨੀ ਗਾ ਢੰਗ ਨਾਲ। ਹੈਲੋ, ਹਾਂ ਤੈਨੂੰ ਇਹ ਨਹੀਂ ਪਤਾ ਸੀਗਾ ਵੀ ਹਾਂ ਵੀ ਆ ਕੱਲ ਹਜੇ ਤਾਂ ਗੱਲ ਕਰਕੇ ਹਟਿਆ ਸੀ ਮੈਂ ਉਹਦੀ, ਕੱਲ ਕੇ ਪਰਸੋਂ ਸੁਖਬੀਰ ਬਾਦਲ ਵਾਲੀ। ਤੂੰ ਗੱਲ ਕਲਾਸ 'ਚ ਧਿਆਨ ਨਾਲ ਬੈਠਿਆ ਕਰ। ਠੀਕ ਹੈ। ਜਦੋਂ ਪ੍ਰੈਜ਼ੀਡੈਂਟ ਦੀ ਵੋਟ ਹੁੰਦੀ ਹੈ ਨਾ, ਪ੍ਰੈਜ਼ੀਡੈਂਟ ਦੀ ਪਹਿਲੀ ਗੱਲ ਤਾਂ ਆਪਾਂ ਪੜ੍ਹ ਲਿਆ ਵੀ ਜਿਹੜੀ ਵੋਟ ਹੁੰਦੀ ਆ ਉਹ ਇਨਡਾਇਰੈਕਟਲੀ ਹੁੰਦੀ ਹੈ ਹਨਾ। ਤੇ ਇਨਡਾਇਰੈਕਟਲੀ ਆਪਾਂ ਕਿਹਾ ਵੀ ਕੌਣ ਕੌਣ ਵੋਟ ਪਾਉਣਗੇ, ਇਲੈਕਟਡ ਦੱਸੋ ਕੌਣ ਪਾਉਣਗੇ, ਐਮਪੀ ਤੇ ਇਲੈਕਟਡ ਐਮਐਲਏ ਤੇ ਇਲੈਕਟਡ ਐਮਐਲਏ ਯੂਟੀ। ਯੂਟੀ, ਇਹ ਤਿੰਨ ਤਰ੍ਹਾਂ ਦੇ ਬੰਦੇ ਵੋਟਾਂ ਪਾਉਣਗੇ। ਹੁਣ ਜਦੋਂ ਵੋਟਾਂ ਪੈਣੀਆਂ ਨਾ, ਹੁਣ ਵੋਟਾਂ ਪੈਂਦੀਆਂ ਕਿਵੇਂ ਆ, ਇਹ ਜਿਵੇਂ ਆਪਣੀਆਂ ਆਮ ਵੋਟਾਂ ਪੈਂਦੀਆਂ ਉਵੇਂ ਨਹੀਂ ਪੈਂਦੀਆਂ ਵੀ ਜਿਵੇਂ ਮੰਨ ਕੇ ਚੱਲੋ ਕੇਜਰੀਵਾਲ ਨੇ ਸੁਖਵਿੰਦਰ ਨੂੰ ਵੋਟ ਪਾ ਜਾਂਦੀ, ਐ ਨਹੀਂ। ਠੀਕ ਹੈ, ਅਸਲ 'ਚ ਇਹ ਆ ਵੀ ਜੇ ਹੁਣ ਮੰਨ ਕੇ ਚਲੋ 10 ਬੰਦੇ ਖੜੇ ਹੋਏ ਆ ਨਾ, ਜਿਵੇਂ ਤੁਸੀਂ ਜੇ ਹਾਂ ਇੱਕ ਤਾਂ ਮਸ਼ੀਨਾਂ ਵਾਲਾ ਮਤਦਾਨ ਹੁੰਦਾ ਹਨਾ, ਇੱਕ ਜਿਹੜਾ ਆਪਾਂ ਹੁਣ ਮੋਹਰਾਂ ਵਾਲਾ ਹੁੰਦਾ ਸੀ, ਉਹ ਤੁਸੀਂ ਫਾਰਮ ਜਿਹਾ ਵੇਖਿਆ? ਹਾਂ ਬਈ, ਹਾਂ, ਉਹ ਫਾਰਮ ਦੇ ਉੱਤੇ ਜਿੰਨੇ ਬੰਦੇ ਉੱਠੇ ਹੁੰਦੇ ਆ ਉਹਨੇ ਸਾਰਿਆਂ ਦੀ ਹੁੰਦੀ ਹੈ ਨਾ ਫੋਟੋ, ਸਾਰਿਆਂ ਦੇ ਚੋਣ ਨਿਸ਼ਾਨ ਹੁੰਦੇ ਆ। ਹੁਣ ਆਪਾਂ ਕੀ ਕਰਦੇ ਆ, ਆਪਾਂ ਜਿਹੜੇ ਬੰਦੇ ਨੂੰ ਵੋਟ ਪਾਉਣੀ ਹੁੰਦੀ ਆ ਆਪਾਂ ਉਹਦੇ ਸਾਹਮਣੇ ਮੋਹਰ ਲਾਏ ਆਉਣੇ ਆ ਜਾਂ ਠੱਪਾ ਲਾਏ ਆਉਣੇ, ਆਪਣੀ ਵੋਟ ਉਹਨੂੰ ਭਾਈ ਮੰਨੀ ਜਾਂਦੀ ਹੈ ਹਨਾ। ਪਰ ਜਦੋਂ ਰਾਸ਼ਟਰਪਤੀ ਦੀ ਵੋਟ ਹੁੰਦੀ ਹੈ ਨਾ, ਉਹ ਜੇ 10 ਬੰਦੇ ਖੜੇ ਆਪਾਂ ਨੂੰ 10 ਨੂੰ ਪ੍ਰੈਫਰੈਂਸ ਦੇਣੀ ਹੁੰਦੀ ਹੈ। 10 ਨੂੰ ਕੀ ਦੇਣੀ ਹੁੰਦੀ ਹੈ? ਪ੍ਰੈਫਰੈਂਸ। ਇੱਕ ਨੂੰ ਨਹੀਂ, ਪਹਿਲੀ ਵੋਟ ਤੁਸੀਂ ਪਾਤੀ ਵੀ, ਪਹਿਲੀ ਵੋਟ ਜਿਵੇਂ ਮੰਨ ਕੇ ਤੁਸੀਂ ਕਹਤਾ ਵੀ ਇਸ ਹਰਿੰਦਰ ਨੂੰ ਪਾਵਾਂਗੇ, ਠੀਕ ਹੈ। ਜੇ ਹੁਣ ਦੂਜੇ ਨੰਬਰ ਤੇ ਹਰਜੀਤ ਖੜਾ ਹੋਇਆ ਵਾ, ਫਿਰ ਤੁਸੀਂ ਇਹਨੂੰ ਦੱਸਣਾ ਵੀ ਇਹਨੂੰ ਕਿਹੜਾ ਨੰਬਰ ਦੇਣਾ, ਵੀ 10 ਦੇ 10 ਨੰਬਰਾਂ ਤੇ ਪਾਉਣਾ ਵੀ ਪਹਿਲੇ ਨੰਬਰ ਤੇ ਅਸੀਂ ਇਹਨੂੰ ਪਾਉਣੀ ਹੈ, 2 ਨੰਬਰ ਤੇ ਅਸੀਂ ਉਹ ਬੰਦੇ ਨੂੰ ਪਾਉਣੀ ਹੈ, 3 ਤੇ ਅਸੀਂ ਉਹਨੂੰ ਪਾਉਣੀ ਹੈ, 4 ਤੇ ਅਸੀਂ ਉਹਨੂੰ ਪਾਉਣੀ, 5 ਤੇ ਉਹਨੂੰ ਪਾਉਣੀ, 6 ਤੇ ਉਹਨੂੰ, ਸਾਰੇ ਦੇ ਸਾਰੇ ਨੰਬਰ ਲਿਖਣੇ। ਜਦੋਂ ਆਪਾਂ ਆਮ ਵੋਟਾਂ ਪਾਉਣੇ ਆ ਆਪਾਂ ਇੱਕ ਮੋਹਰ ਲਾ ਕੇ ਛੱਡ ਦਿੰਨੇ ਆ, ਬਸ ਆਪਣੀ ਵੋਟ ਉਹਨੂੰ ਜਾ ਵੜਦੀ ਹੈ, ਠੀਕ ਹੈ। ਪਰ ਇਹਦੇ 'ਚ ਆਪਾਂ ਇਹ ਆ ਵੀ ਜੇ ਉਹ 10 ਬੰਦੇ ਖੜੇ ਹੋਏ ਆ, ਉਹ 10 ਦੇ ਨੰਬਰ ਲਿਖਣੇ ਆ ਤੁਸੀਂ, ਬਈ ਜਿਹਨੂੰ ਵੋਟ ਪਾਉਣੀ ਆ ਉਹਦਾ ਪਹਿਲਾ ਨੰਬਰ ਹੋ ਗਿਆ ਹਨਾ। ਤੇ ਜੇ ਇਹਨੂੰ ਨਹੀਂ ਤੇ 2 ਨੰਬਰ ਤੇ ਤੁਸੀਂ ਕਿਹਨੂੰ ਪਾਈ ਆ? ਇਹਨੂੰ ਪਾਈ ਹੈ ਜੀ, ਹਾਂ। ਜੇ ਹਰਜੀਤ ਨੂੰ ਵੀ ਨਹੀਂ ਤੇ 3 ਨੰਬਰ ਤੇ ਫਿਰ ਕਿਹਨੂੰ ਪਾਈ ਆ? ਇਹਨੂੰ ਪਾਈ ਆ। ਵੀ ਉਹ 10 ਦੇ 10 ਨੰਬਰ ਲਿਖ ਦੇਣੇ ਆ ਆਪਦੀ ਪ੍ਰੈਫਰੈਂਸ ਦੇ ਹਿਸਾਬ ਨਾਲ, ਸਮਝ ਲੱਗ ਗਈ? ਜਿਹੜਾ ਬੰਦਾ ਤੁਹਾਨੂੰ ਜਮਾ ਪਸੰਦ ਨਾ ਹੋਊਗਾ ਉਹਨੂੰ ਤੁਸੀਂ ਲਾਸਟ ਨੰਬਰ ਤੇ ਲਿਖ ਦੋਗੇ। ਇੰਨਾ ਪਤਾ ਲੱਗਿਆ ਕਿ ਨਹੀਂ ਲੱਗਿਆ? ਹਾਂ ਬਲਤੇਜ ਹਾਂ ਬਈ ਲੱਗ ਗਿਆ। ਹੈ ਲੱਗ ਗਿਆ। ਕੀ ਕਿਹਾ ਮੈਂ? ਜਿਹੜੇ ਵੋਟਾਂ ਨੂੰ ਆਪਾਂ ਪ੍ਰੈਫਰੈਂਸ ਦਿੰਨੇ, ਜਿਹੜਾ ਜਿਵੇਂ ਬੈਲਟ ਪੇਪਰ ਉੱਤੇ ਹੁੰਦਾ ਮੋਹਰ ਵਾਲਾ ਸਿਸਟਮ ਹੁੰਦਾ ਜਿਵੇਂ, ਠੀਕ ਆ, ਉਹਦੇ ਤੇ ਆਪਾਂ ਵੇਖ ਕੇ ਪਾ ਸਕਦੇ ਵੋਟਾਂ ਵੀ ਇਹਨੂੰ ਭੇਜ ਬੰਦੇ ਨਹੀਂ, ਉਹ ਕਿਹਦੀਆਂ ਵੋਟਾਂ 'ਚ ਵੇਖ ਕੇ ਲਾ ਸਕਦੇ ਆ? ਐਮਐਲਏ ਜਿਵੇਂ ਆਹ ਲੈ ਐਮਐਲਏ ਦੀਆਂ ਵੋਟਾਂ, ਐਮਐਲਏ ਦੀਆਂ ਵੋਟਾਂ ਤੂੰ ਐਂ ਪਾਉਣਾ? ਪਹਿਲਾਂ ਮੈਂਬਰ ਹੋਣਗੇ ਕਿੰਨੇ ਜਾਣਗੇ? ਉਹ ਗੁਰਗਾ, ਮੈਂ ਆ ਜਿਹੜੀ ਗੱਲ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੀ ਕਰੀ ਜਾਂਦੇ, ਪ੍ਰੈਜ਼ੀਡੈਂਟ ਦੀ ਇਲੈਕਸ਼ਨ ਐ ਹੁੰਦੀ ਹੈ। ਐਮਐਲਏ ਦੇ ਤਾਂ ਇੱਕੋ ਬਟਨ ਨੱਪ ਕੇ ਆਪਾਂ ਆ ਜਾਂਦੇ ਆ, ਜਾਂ ਇੱਕੋ ਚੀਜ਼ ਤੇ ਮੋਹਰ ਲਾ ਕੇ। ਇੱਕ ਸਰਪੰਚੀ ਦੀਆਂ ਵੋਟਾਂ ਨੇ, ਇੱਕ ਮੈਂ ਉਹਦੀਆਂ ਹੈ ਮੈਂਬਰੀ, ਜਿਵੇਂ ਪਿੰਡਾਂ 'ਚ ਜਿਹੜੇ ਵੋਟਿੰਗ ਸਿਸਟਮ ਹੁੰਦਾ। ਉਹ ਗੁਰਗਾ ਯਾਰ, ਗੁਰਭੇਜ ਸਮਝਾ ਸਕਦਾ, ਤੂੰ ਸਮਝਾ। ਗੱਲ ਤਾਂ ਪ੍ਰੈਜ਼ੀਡੈਂਟ ਦੇ ਵੋਟਾਂ ਦੀ ਹੋ ਜਾਂਦੀ ਹੈ। ਪਿੰਡਾਂ ਦੇ ਆਪਾਂ ਗੱਲ ਕਾਹਦੀ ਕਰੀ ਜਾਂਦੇ ਆ? ਮੈਂ ਪਿੰਡ ਦੀ ਤਾਂ ਸਿਰਫ ਇੰਨੀ ਗੱਲ ਕੀਤੀ ਆ ਵੀ ਉਹ ਤੁਸੀਂ ਵੇਖਿਆ ਉਹ ਜਿਹਾ ਹੀ ਹੁੰਦਾ ਉਹ,
ਜੇਬ 'ਚ ਮੈਂ ਠੀਕ ਹੈ, ਤੈਨੂੰ ਠੀਕ। ਦੱਸਿਆ ਵੀ ਹਾਂ ਪਿੰਡ ਦੀਆਂ ਪੰਚਾਇਤ ਦੀਆਂ ਵੋਟਾਂ 'ਚ ਉਹ ਬਈ ਸਾਰਿਆਂ ਦਾ ਚੋਣ ਨਿਸ਼ਾਨ ਪਾਇਆ ਹੁੰਦਾ ਤੇ ਸਾਰਿਆਂ ਦੇ ਸਾਰੇ ਨੰਬਰ ਲੱਗੇ ਹੁੰਦੇ ਆ ਤੇ ਉਹ ਆਪਾਂ ਇੱਕ ਤੇ ਲਾ ਕੇ ਆ ਜਾਂਦੇ ਆ। ਉਵੇਂ ਹੀ ਪ੍ਰੈਜ਼ੀਡੈਂਟ ਦੀਆਂ ਵੋਟਾਂ 'ਚ ਵੀ ਕਾਗਜ਼ ਉਹ ਜਿਹਾ ਹੀ ਹੁੰਦਾ, ਐ ਸਾਰੇ ਠੀਕ ਹੈ, ਬੰਦੇ ਸੇਮ ਹੁੰਦੇ ਆ ਹੁੰਦਾ, ਪਰ ਉੱਥੇ ਪ੍ਰੋਸੈਸ ਸੇਮ ਹੁੰਦਾ। ਹਾਂ ਉੱਥੇ ਪਰ ਚੱਕਰ ਕੀ ਹੁੰਦਾ ਵੀ ਉੱਥੇ ਤੁਸੀਂ ਐਂ ਨਹੀਂ ਵੀ ਇੱਕ ਤੇ ਮੋਹਰ ਲਾ ਕੇ ਆ ਗਏ ਵੀ ਇਹਨੂੰ ਅਸੀਂ ਵੋਟ ਪਾਤੀ ਪ੍ਰੈਜ਼ੀਡੈਂਟ ਦੀ, ਠੀਕ ਹੈ ਬਈ, ਸਮਝ ਗਿਆ, ਹੁਣ ਨੰਬਰ ਆ ਲਾ ਗਈ ਕੇ ਗੱਲ। ਆਉਂਗੇ। ਠੀਕ। ਠੀਕ ਆ ਵੀ 1 ਨੰਬਰ ਇਹਨੂੰ, 2 ਨੰਬਰ ਤੇ ਉਹਨੂੰ, 3 ਨੰਬਰ ਤੇ ਉਹਨੂੰ, 4 ਤੇ ਉਹਨੂੰ। ਠੀਕ। ਠੀਕ ਆ, ਸਮਝ ਗਿਆ। ਜਿਹੜਾ 10ਵਾਂ ਨੰਬਰ ਹੈ ਉਹ ਬਲਜਿੰਦਰ ਨੂੰ ਦੇਤਾ। ਠੀਕ ਹੈ, ਬਈ ਜਿਹੜੇ ਬੰਦੇ ਨੂੰ ਤੁਸੀਂ ਸਾਰਿਆਂ ਤੋਂ ਘੱਟ ਲਾਈਕ ਕਰਦੇ ਹੋ ਉਹਨੂੰ ਦੇਤਾ। ਠੀਕ ਹੈ, ਠੀਕ ਹੈ। ਹੁਣ ਇਹ ਚੀਜ਼ ਤੁਸੀਂ ਕਰਤੀ ਹੈ ਨਾ। ਹੁਣ ਜਦੋਂ ਵੋਟਾਂ ਗਿਣਨੀਆਂ ਤੁਸੀਂ ਮੰਨ ਕੇ ਚਲੋ ਸਾਰਿਆਂ ਨੇ, ਸਾਰੇ ਐਮਐਲਏ ਨੇ ਐਂ ਕੀਤਾ, ਸਾਰੇ ਐਮਪੀਆਂ ਨੇ ਐਂ ਕੀਤਾ ਹਨਾ। ਹੁਣ ਵੋਟਾਂ ਦੀ ਗਿਣਤੀ ਹੋਣੀ ਆ ਬਈ, ਜਦੋਂ ਹੁਣ ਵੋਟਾਂ ਦੀ ਗਿਣਤੀ ਹੋਊਗੀ ਨਾ ਪਤਾ ਕੀ ਹੋਊਗਾ ਬਈ, ਜਦੋਂ ਆਪਾਂ ਤੁਹਾਨੂੰ ਦੱਸਿਆ ਹੁਣ ਇੱਥੇ ਜਿਹੜਾ, ਦੁਬਾਰਾ ਰਿਪੀਟ ਕਰੋ ਬਈ, ਜਿਹੜੀਆਂ ਡਾਇਰੈਕਟ ਇਲੈਕਸ਼ਨਸ ਹੁੰਦੀਆਂ ਉਹਨਾਂ ਦੇ ਕਿਹੜੇ ਸਿਸਟਮ ਦੇ ਨਾਲ ਵੋਟਾਂ ਪੈਂਦੀਆਂ ਗੁਰਭੇਜ ਦੱਸ। ਫਸਟ ਪਾਸਟ ਦਾ ਪੋਸਟ ਸਿਸਟਮ। ਫਸਟ ਪਾਸ ਦਾ ਪੋਸਟ ਸਿਸਟਮ, ਬਈ ਜਿਹਨੂੰ ਜ਼ਿਆਦਾ ਪੈ ਗਈਆਂ ਉਹ ਜਿੱਤ ਗਿਆ। ਪਰ ਜਦੋਂ ਇਨਡਾਇਰੈਕਟ ਇਲੈਕਸ਼ਨ ਹੁੰਦੀਆਂ ਉਦੋਂ ਕਿਹੜਾ ਸਿਸਟਮ ਹੁੰਦਾ? ਸਿੰਗਲ ਟ੍ਰਾਂਸਫਰੇਬਲ। ਹਾਂ, ਟ੍ਰਾਂਸਫਰੇਬਲ ਵੋਟ ਹੁੰਦੀ ਹੈ ਇਹ। ਹੁਣ ਤੁਹਾਨੂੰ ਦੱਸਦਾ ਵੀ ਕਿਵੇਂ ਹੁੰਦੀ ਹੈ। ਹੁਣ ਇੱਥੇ ਜਿਹੜੀਆਂ, ਇੱਥੇ ਫਸਟ ਪਾਸ ਦਾ ਪੋਸਟ ਸਿਸਟਮ ਨਹੀਂ, ਇੱਥੇ ਤੁਹਾਨੂੰ ਫਸਟ ਪਾਸ ਦਾ ਪੋਸਟ 'ਚ ਕੀ ਹੈ ਵੀ ਜੇ ਤੁਹਾਨੂੰ 20 ਸੀਟਾਂ ਵੀ ਮਿਲ ਗਈਆਂ ਤੇ ਤੁਹਾਡੀਆਂ ਸੀਟਾਂ ਹੈਗੀਆਂ ਸਾਰਿਆਂ ਤੋਂ ਜ਼ਿਆਦਾ, 20 ਵੋਟਾਂ ਵੀ ਮਿਲ ਗਈਆਂ ਤੇ ਵੋਟਾਂ ਤੁਹਾਡੀਆਂ ਸਾਰਿਆਂ ਤੋਂ ਜ਼ਿਆਦਾ ਆ ਹਨਾ, ਤੁਸੀਂ ਜਿੱਤ ਜਾਓਗੇ। ਜਿੱਤ ਗਏ ਬਈ ਇੱਥੇ ਐ ਨਹੀਂ ਵੀ ਤੁਹਾਨੂੰ 51 ਲੈਣੀਆਂ ਪੈਣਗੀਆਂ, ਪਰ ਪ੍ਰੈਜ਼ੀਡੈਂਟ ਦੇ ਵਿੱਚ ਤੁਹਾਨੂੰ 51 ਹੀ ਲੈਣੀਆਂ ਪੈਣਗੀਆਂ, ਫਿਰ ਤੁਸੀਂ ਬਣੋਗੇ। ਗੱਲ ਸਮਝ ਲੱਗੀ ਕੀ ਫਰਕ ਆ? ਹਾਂ ਹਾਂ ਹਾਂ। ਤੇ ਉਹਦੇ ਚ ਮੈਜੋਰਟੀ ਤੁਹਾਨੂੰ 50+1 ਦੀ, ਜਿੰਨੀਆਂ ਵੋਟਾਂ ਪਈਆਂ ਉਹਨਾਂ ਚੋਂ ਸਿੰਪਲ ਮੈਜੋਰਟੀ ਤੁਹਾਨੂੰ ਲਿਆਉਣੀ ਪਊਗੀ, ਫਿਰ ਤੁਸੀਂ ਬਣੋਗੇ। ਇੱਧਰ ਇਹ ਆ ਵੀ ਫਸਟ ਪਾਸਟ ਦਾ ਪੋਸਟ ਸਿਸਟਮ 'ਚ ਭਾਵੇਂ ਤੁਹਾਡੀ ਸਿੰਪਲ ਮੈਜੋਰਟੀ ਆਈ ਭਾਵੇਂ ਨਹੀਂ ਆਈ, ਪਰ ਜੇ ਤੁਹਾਡੀਆਂ ਵੋਟਾਂ ਹੀ ਸਾਰਿਆਂ ਤੋਂ ਜ਼ਿਆਦਾ ਆ ਤੇ ਤੁਸੀਂ ਜਿੱਤ ਜਾਓਗੇ। ਗੱਲ ਸਮਝ ਲੱਗੀ? ਮੈਨੂੰ ਲੱਗਦਾ ਨਹੀਂ ਬਲਤੇਜ ਦੇ ਪੱਲੇ ਪਈ ਜਾਂਦੀਆਂ, ਪਰ ਇਹ ਹੁਣ ਮੈਂ ਕਿੰਨੇ ਵਾਰੀ ਤਾਂ ਗੱਲਾਂ ਦੱਸਤੀਆਂ। ਠੀਕ ਹੈ, ਠੀਕ ਹੈ, ਸਮਝ ਗਿਆ ਤੁਸੀਂ। ਠੀਕ ਹੈ ਵੀ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਨੇ, ਮੋਦੀ ਹੁਣ ਸਰਕਾਰ 'ਚ ਆ ਪਰ ਇਹਨੂੰ ਵੋਟਾਂ ਤਾਂ 30% ਹੀ ਪਈਆਂ ਉਸ ਹਿਸਾਬ ਨਾਲ। ਜੇ ਤੇ ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਵੀ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਵਾਲਾ ਲਾਇਆ ਹੁੰਦਾ ਸਿਸਟਮ, ਤੇ ਇਹ ਤਾਂ ਜਿੱਤ ਹੀ ਨਹੀਂ ਸਕਦਾ ਸੀ, ਇਹਦੀ ਸਰਕਾਰ ਨਹੀਂ ਬਣ ਸਕਦੀ ਸੀ। ਉਹਦੇ ਵਾਸਤੇ 51 ਚਾਹੀਦੀਆਂ, ਇਹਨੂੰ 30% ਆ ਵੋਟਾਂ। ਠੀਕ ਹੈ, ਠੀਕ ਹੈ। ਫਸਟ ਪਾਸ ਦਾ ਪੋਸਟ ਸਿਸਟਮ ਦੇ ਵਿੱਚ ਜੇ ਹੁਣ ਮੰਨ ਕੇ ਲਓ 100 ਸੀਟਾਂ, 100 ਵੋਟਾਂ, ਜੇ 10 ਬੰਦੇ ਖੜੇ ਹੋ ਗਏ ਤਾਂ ਵੋਟਾਂ ਵੰਡੀਆਂ ਨਾ ਜਾਣਗੀਆਂ। ਹਾਂ ਬਈ। ਠੀਕ ਹੈ, ਤੇ 10 ਬੰਦੇ ਜੇ ਆਪਾਂ ਵੈਸੇ ਵੇਖੀਏ ਵੀ ਉਹ ਹੋ ਸਕਦਾ 20 ਵੋਟਾਂ ਵਾਲਾ ਹੀ ਜਿੱਤ ਜੇ। ਠੀਕ ਹੈ ਜੀ। ਆਪਣੇ ਹੁਣ ਮੈਂਬਰ ਸਰਪੰਚ ਐਉਂ ਥੋੜਾ ਵੋਟਾਂ ਕਹਿੰਦੇ ਆ ਵੀ ਹਾਂ ਵੀ ਆਪਣੇ ਪਿੰਡ ਦੀ 4600 ਵੋਟ ਆ, 2400 ਵੋਟ ਚਾਹੀਦੇ ਜਿੱਤਣ ਲਈ। ਆਪਾਂ ਕੀ ਕਹਿ ਦਿੰਦੇ ਆ, ਬਸ ਜਿਹੜਾ ਜ਼ਿਆਦਾ ਲੈ ਕੇ ਜਿੱਤ ਗਿਆ। ਠੀਕ ਹੈ, ਸੋ ਹੁਣ ਇੱਥੇ ਗੁਰਭੇਜ ਕੀ ਹੈ, ਇੱਥੇ 51 ਦਾ ਸਿਸਟਮ ਹੈ। ਕਾਹਦੇ ਵਾਲਾ ਸਿਸਟਮ ਹੈ? 51 ਵਾਲਾ, ਵੀ ਤੁਹਾਨੂੰ ਮੈਜੋਰਟੀ ਤੋਂ ਇੱਕ ਵੱਧ ਲੈ ਕੇ ਜਾਣੀ ਪਊ। ਹੁਣ ਮੈਜੋਰਟੀ ਤੋਂ ਇੱਕ ਵੱਧ ਮੰਨ ਕੇ ਚੱਲੋ, ਪਹਿਲੀ ਵਾਰੀ ਉਹਨਾਂ ਨੇ ਵੋਟਾਂ ਗਿਣੀਆਂ ਹਨਾ, ਤੇ ਹਰਿੰਦਰ ਨੂੰ ਤਾਂ ਵੋਟਾਂ ਪਈਆਂ ਸਾਰੀਆਂ 40, ਹੈ ਇਹਦੀਆਂ ਸਾਰਿਆਂ ਤੋਂ ਜ਼ਿਆਦਾ ਆ ਨੋ ਡਾਊਟ, ਪਰ ਵੋਟਾਂ ਕਿੰਨੀਆਂ ਬਣੀਆਂ? 40। ਠੀਕ ਹੈ, ਦੂਜੇ ਨੂੰ ਬਣ ਗਿਆ ਕਿਸੇ ਨੂੰ 35 ਮੰਨ ਕੇ ਚਲੋ, ਦੂਜੇ ਨੰਬਰ ਵਾਲੇ ਨੂੰ। ਹੁਣ ਹੁੰਦਾ ਕੀ ਆ ਵੀ ਹੁਣ ਆਪਾਂ ਕਿਹਾ ਵੀ 51 ਵਾਲਾ ਹੀ ਜਿੱਤੂਗਾ, ਫਿਰ ਕੀ ਕਰਦੇ ਆ ਵੀ ਜਿਹੜਾ ਲਾਸਟ ਨੰਬਰ ਵਾਲਾ ਹੁੰਦਾ ਨਾ, 10ਵੇਂ ਨੰਬਰ ਵਾਲਾ ਕੋਈ ਵੀ ਰਿਹਾ, ਜਿਹੜਾ ਬੰਦਾ 10ਵੇਂ ਨੰਬਰ ਤੇ ਰਿਹਾ, ਉਹ ਬੰਦੇ ਨੂੰ ਕੱਢ ਦਿੰਦੇ ਆ ਬਾਹਰ। ਤੇ ਜਿਹੜੀਆਂ ਉਹਨੂੰ ਵੋਟਾਂ ਪਈਆਂ ਹੁੰਦੀਆਂ ਨਾ, ਉਹਦੇ ਤੇ ਫਿਰ 2 ਨੰਬਰ ਵਾਲਾ ਵੇਖਦੇ ਆ ਵੀ ਇਹਨੇ 2 ਨੰਬਰ ਤੇ ਕਿਹਨੂੰ ਵੋਟ ਪਾਈ। ਗੱਲ ਸਮਝੋ, ਜਿਹੜੇ ਬੰਦਿਆਂ ਨੇ 10ਵੇਂ ਨੰਬਰ ਨੂੰ ਵੋਟਾਂ ਪਾਈਆਂ ਸੀ, ਉਹ ਤਾਂ ਬੰਦਾ ਹੁਣ 10ਵੇਂ ਨੰਬਰ ਤੇ ਆ, ਉਹਦਾ ਤਾਂ ਕੋਈ ਕੰਮ ਨਹੀਂ ਹੋਣਾ, ਉਹ ਤਾਂ ਜਿੱਤ ਨਹੀਂ ਸਕਦਾ। ਸਮਝ ਲੱਗੀ? ਤੇ ਪਰ ਉਹਦੀਆਂ ਵੋਟਾਂ ਹੁਣ ਕੀ ਕਰਾਂਗੇ ਆਪਾਂ, ਉਹਦੀਆਂ ਵੋਟਾਂ ਨੂੰ ਟ੍ਰਾਂਸਫਰ ਕਰਾਂਗੇ ਦੂਜਿਆਂ ਬੰਦਿਆਂ ਨੂੰ। ਉਹ ਕਿਵੇਂ ਕਰੋਗੇ ਵੀ ਜਿਹੜੇ ਬੰਦੇ ਨੂੰ ਉਹਨੇ 2 ਨੰਬਰ ਦੀ ਪ੍ਰੈਫਰੈਂਸ ਦਿੱਤੀ ਆ, ਉਹਦੀ ਉਹ ਵੋਟ ਜਿਹੜੀ ਉਹਨੇ 10ਵੇਂ ਨੰਬਰ ਵਾਲੇ ਨੂੰ ਪਾਈ ਸੀ, ਉਹ ਹੁਣ ਐਂ ਮੰਨ ਲਾਂਗੇ ਵੀ ਇਹਨੇ ਇਸ ਬੰਦੇ ਨੂੰ ਪਾਈ ਹੈ ਜਿਹੜਾ 2 ਨੰਬਰ ਵਾਲੇ ਨੂੰ। ਆਈ ਗੱਲ ਕਿ ਨਹੀਂ? ਹਾਂ ਬਈ, ਉਹ ਆ ਗਈ ਦਿਮਾਗ 'ਚ?
ਬਲਤੇਜ ਹਾਂ ਬਈ ਕੀ ਕਿਹਾ ਮੈਂ? ਇਹ ਜਿਹੜਾ ਟੋਟਲ ਵੋਟਾਂ ਹੋਈਆਂ ਆਹ ਪਾਈਆਂ ਹਾਂ ਤੇ ਇਹ ਚ ਹੁਣ ਜਿਵੇਂ ਆਪਾਂ ਪ੍ਰੈਫਰੈਂਸ ਦੇਣਾ, ਇੱਕ ਦਾ 1 ਨੰਬਰ ਵਾਲਾ ਹੁੰਦਾ, ਉਹ ਠੀਕ ਆ। ਜੇ ਮੰਨ ਕੇ ਚਲੋ ਮੈਂ ਤੈਨੂੰ ਕਹਿ ਤਾ, ਅੱਗੇ ਦੱਸ ਕੀ ਕਿਹਾ? ਗਾਂ ਜਿਹੜਾ ਪ੍ਰੈਫਰੈਂਸ ਦੇਵਾਂਗੇ ਆਪਾਂ 2 ਨੰਬਰ ਵਾਲੇ ਨੂੰ ਯਾਰ ਇਹ ਦਿਮਾਗ 'ਚ ਵੜ ਕਿਉਂ ਨਹੀਂ ਰਹੀ ਯਾਰ, ਮੈਨੂੰ ਸਮਝ ਨਹੀਂ ਆਉਂਦੀ ਵੀ ਤੂੰ ਬਲਤੇਜ ਕੀ ਕਰੀ ਜਾਂਦਾ। ਮੈਨੂੰ ਇਹ 'ਚ ਥੋੜੀ ਕਨਫਿਊਜ਼ਨ ਜਿਹੀ ਹੋ ਗਈ, ਜਿਵੇਂ ਪਹਿਲਾ ਨੰਬਰ ਸੀਗਾ, ਜਿਵੇਂ ਮੇਰੀ ਪਹਿਲੇ ਗੱਲ ਨੰਬਰ ਵਾਲੇ ਸੁਣ, ਨੂੰ ਜਿਵੇਂ ਹਰਿੰਦਰ ਗੱਲ ਸਿੱਧੀ ਗੱਲ ਆ। ਹਾਂ ਪਹਿਲੇ ਵਾਲੇ ਨੂੰ ਮੰਨ ਕੇ ਚਲੋ ਹਰਿੰਦਰ ਨੂੰ 40 ਪੈ ਗਈਆਂ, ਦੂਜੇ ਨੂੰ ਕੋਈ 35 ਪੈ ਗਈਆਂ ਹਨਾ। ਹੁਣ ਹਰਿੰਦਰ ਦੀਆਂ ਸੀਟਾਂ ਕਿੰਨੀਆਂ ਚਾਹੀਦੀਆਂ ਇਹਨੂੰ? 52 ਚਾਹੀਦੀਆਂ, 52 ਵੋਟਾਂ ਚਾਹੀਦੀਆਂ, ਠੀਕ ਹੈ। ਹੁਣ ਹੁੰਦਾ ਕੀ ਆ ਵੀ ਜਿਹੜੇ ਹੁਣ 10 ਬੰਦੇ, ਮੈਂ ਤੁਹਾਨੂੰ ਕਿਹਾ ਸੀ 10 ਬੰਦੇ ਵੋਟਾਂ 'ਚ ਖੜੇ ਹੋਏ ਸੀ, ਵੋਟਾਂ 'ਚ ਕਿੰਨੇ ਬੰਦੇ ਖੜੇ ਹੋਏ ਸੀ? 10। ਹੁਣ ਇੱਕ ਪਹਿਲੇ ਨੰਬਰ ਤੇ ਤਾਂ ਹਰਿੰਦਰ ਆ ਗਿਆ, ਦੂਜੇ ਨੰਬਰ ਤੇ ਕੋਈ ਹੋਰ ਆ ਗਿਆ, ਤੇ ਇੱਕ ਬੰਦਾ 10ਵੇਂ ਨੰਬਰ ਤੇ ਵੀ ਆਇਆ। ਹਾਂ ਬਈ ਇੱਕ ਬੰਦਾ 10ਵੇਂ ਨੰਬਰ ਤੇ ਵੀ ਆਇਆ। ਹੁਣ ਜਿਹੜਾ 10ਵੇਂ ਨੰਬਰ ਵਾਲਾ ਬੰਦਾ, ਉਹ ਤਾਂ ਹੁਣ 10ਵੇਂ ਨੰਬਰ ਤੇ ਆ, ਉਹ ਤਾਂ ਜਿੱਤ ਨਹੀਂ ਸਕਦਾ ਨਾ, ਉਹ ਤਾਂ ਹਾਰ ਗਿਆ। ਹਾਰ ਤਾਂ ਬਾਕੀ 9ਵੇਂ ਵਾਲਾ ਵੀ ਗਿਆ, 8ਵੇਂ ਵਾਲਾ ਵੀ ਗਿਆ, ਵੈਸੇ ਹਾਰ ਤਾਂ ਦੂਜੇ ਵੀ ਗਏ, ਪਰ ਫਿਰ ਵੀ 10ਵੇਂ ਵਾਲਾ ਜਿਹੜਾ, ਉਹ ਤਾਂ ਜਮਾਂ ਹੀ ਆ, ਸਾਰਿਆਂ ਤੋਂ ਫੰਡ ਹੀ ਆ ਨਾ। ਹੁਣ ਉਹ ਕੰਪੀਟੀਸ਼ਨ 'ਚ ਬਾਹਰ ਹੋ ਗਿਆ, ਉਹ ਕੰਪੀਟੀਸ਼ਨ ਤੋਂ ਬਾਹਰ ਆ। ਹੁਣ ਉਹਦੇ ਵਾਲੀਆਂ ਜਿਹੜੀਆਂ ਮੰਨ ਕੇ ਚਲੋ ਉਹਦੀਆਂ 5 ਜਾਂ 6 ਵੋਟਾਂ ਉਹਨੂੰ ਪਈਆਂ ਹੋਣਗੀਆਂ 100 ਚੋਂ, ਇੰਨੀਆਂ ਕੀ ਪਈਆਂ ਹੋਣਗੀਆਂ 10ਵੇਂ ਨੰਬਰ ਤਾਂ ਹੀ ਆਇਆ, 5-6 ਹੀ ਪਈਆਂ ਹੋਣਗੀਆਂ ਹਨਾ। ਉਹਦੀਆਂ ਜਿਹੜੀਆਂ 5 ਵੋਟਾਂ ਜਿਹੜੀਆਂ ਉਹਨੂੰ ਪਈਆਂ, ਹੁਣ ਉਹ ਵੋਟਾਂ ਤਾਂ ਇੱਕ ਹਿਸਾਬ ਦੀਆਂ ਵੀ ਉਹੀ ਆ, ਖਰਾਬ ਹੀ ਆ। ਸੋ ਉਹਨਾਂ ਵੋਟਾਂ ਦਾ ਫਿਰ ਉਹ ਕੀ ਕਹਿੰਦੇ ਆ ਬਈ ਲੋਕਾਂ ਨੇ ਪਾਈ ਸੀ 1 ਨੰਬਰ ਤੇ ਤਾਂ ਉਹਨੂੰ 10ਵੇਂ ਵਾਲੇ ਨੂੰ, ਪਰ ਉਹ 10ਵਾਂ ਤਾਂ ਹੁਣ ਬਾਹਰ ਆ। ਹੁਣ ਉਹਦੇ ਫਿਰ ਲੋਕਾਂ ਨੇ ਜਿਹੜੀ 2 ਨੰਬਰ ਤੇ ਪਾਈ ਸੀ ਨਾ, ਉਹਨਾਂ ਨੇ ਚੁਣਿਆ ਸੀਗਾ ਵੀ 2 ਨੰਬਰ ਤੇ ਹੋ ਸਕਦਾ ਉਹਨਾਂ ਨੇ ਹਰਿੰਦਰ ਨੂੰ ਹੀ ਪਾਈ ਹੋਵੇ। ਅੱਛਾ ਵੀ ਉਹਦੀਆਂ ਵੋਟਾਂ ਫਿਰ 2 ਨੰਬਰ ਵਾਲੇ ਹਿਸਾਬ ਨਾਲ ਗਿਣਦੇ ਆ, ਜਿਹੜੀਆਂ 5 ਵੋਟਾਂ ਵੀ ਉਹਨਾਂ ਨੇ, ਉਹ 5 ਜਾਣਿਆਂ ਨੇ 2 ਨੰਬਰ ਤੇ ਕਿਹਨੂੰ ਪਾਈ ਸੀ ਵੋਟ? 2 ਨੰਬਰ ਤੇ ਹੋ ਸਕਦਾ ਉਹਨੇ 2 ਜਣਿਆਂ ਨੇ ਹਰਜੀਤ ਨੂੰ ਪਾਈ ਹੋਵੇ, 2 ਜਣਿਆਂ ਨੇ ਹਰਿੰਦਰ ਨੂੰ ਪਾਈ ਹੋਵੇ। ਫਿਰ ਉਹਦੀ ਵੋਟ ਐਂ ਕਾਊਂਟ ਕਰ ਲਾਂਗੇ ਵੀ ਉਹਦੀਆਂ 42 ਹੋ ਗਈਆਂ, ਹਰਿੰਦਰ ਦੀਆਂ ਉਹਦੀਆਂ 37 ਹੋ ਗਈਆਂ, ਇੱਕ ਵੋਟ ਹੋਰ ਕਿਸੇ ਨੂੰ ਪਾਤੀ ਉਹਨੇ। ਸਮਝ ਲੱਗ ਗਈ? ਹਾਂ ਬਈ। ਪਰ ਹੁਣ ਉਹਦੀਆਂ ਵੋਟਾਂ ਵੀ ਪਾ ਕੇ ਵਿੱਚ ਹਨਾ, ਤੇ ਹੋਈਆਂ ਫਿਰ ਵੀ 42 ਆ, ਹਜੇ ਵੀ ਨਹੀਂ ਜਿੱਤਿਆ ਹਰਿੰਦਰ ਦਾ, ਜਾਂ ਹਰਜੀਤ ਕੋਈ ਵੀ ਨਹੀਂ ਜਿੱਤਿਆ। ਫਿਰ ਉਦੋਂ ਬਾਅਦ ਕੀ ਕਰਦੇ ਆ, ਫਿਰ ਜਿਹੜਾ ਉਦੋਂ ਘੱਟ ਵਾਲਾ 9ਵੇਂ ਵਾਲਾ ਰਹਿ ਗਿਆ, ਹੁਣ 9ਵੇਂ ਨੰਬਰ ਵਾਲੇ ਵੇਖਣਗੇ। ਹਾਂ ਹੁਣ 9ਵੇਂ ਵਾਲਾ ਇਹਦੀਆਂ ਵੀ ਹੁਣ 9ਵੇਂ ਵਾਲਾ ਹੁਣ 9ਵੇਂ ਵਾਲਾ ਫੰਡ ਹੀ ਆ, ਠੀਕ ਹੈ। ਫਿਰ 9ਵੇਂ ਵਾਲੇ ਦੀਆਂ ਵੋਟਾਂ ਵੀ ਜੇ ਉਹਨੂੰ 10-15 ਵੋਟਾਂ ਪਈਆਂ ਮੰਨ ਕੇ ਚੱਲੋ, 9ਵੇਂ ਨੰਬਰ ਵਾਲੇ ਨੂੰ ਮੰਨ ਲਓ, ਉਦਾਹਰਨ ਹੀ ਆ, 15 ਪਈਆਂ, ਹਾਂ ਬਈ, ਠੀਕ ਹੈ। 7 ਹਰਜੀਤ ਨੂੰ ਪੈ ਗਈਆਂ, 7 ਹਰਿੰਦਰ ਨੂੰ। ਜ਼ਰੂਰੀ ਨਹੀਂ ਵੀ ਉਹ ਕਹਿਣ ਦਾ ਮਤਲਬ ਵੀ 2 ਨੰਬਰ ਵਾਲਾ ਉਹਦਾ ਚੈੱਕ ਕਰਨਗੇ, ਵੀ ਹੋ ਸਕਦਾ ਕਿਸੇ ਹੋਰ ਹੀ ਬੰਦੇ ਨੂੰ 2 ਨੰਬਰ ਲਿਖੇ ਹੋਣ। ਹਾਂ ਬਈ ਠੀਕ ਹੈ ਜੀ, ਸਮਝ ਲੱਗ ਗਈ? ਵੀ ਜਿਹੜੀਆਂ ਉਹਦੀਆਂ ਵੋਟਾਂ 9ਵੇਂ ਨੰਬਰ ਵਾਲੀਆਂ, ਸਾਰੀਆਂ ਦੀਆਂ ਸਾਰੀਆਂ ਵੋਟਾਂ, ਉਹ 15 ਦੀਆਂ 15 ਵੋਟਾਂ ਕਿਹੜੇ ਬੰਦਿਆਂ ਨੂੰ ਟ੍ਰਾਂਸਫਰ ਹੋ ਜਾਣਗੀਆਂ? 2 ਨੰਬਰ ਵਾਲਿਆਂ ਨੂੰ, ਜਿਹਦੀ 2 ਨੰਬਰ ਪ੍ਰੈਫਰੈਂਸ ਦਿੱਤੀ ਗਈ ਹੈ। ਠੀਕ ਹੈ ਜੀ, ਸਮਝ ਲੱਗ ਗਈ ਕਿ ਨਹੀਂ ਲੱਗੀ? ਹਾਂ ਹੈ ਲੱਗ ਗਈ ਬਈ, ਲੱਗ ਗਈ। ਹੁਣ ਮੰਨ ਕੇ ਚਲੋ ਜੇ ਹੁਣ ਹਰਿੰਦਰ ਨੂੰ ਹੁਣ ਵੋਟਾਂ ਪੂਰੀਆਂ ਹੋ ਗਈਆਂ, ਇਹਨੂੰ 51, ਜਾਂ ਹਰਜੀਤ ਨੂੰ 51 ਪੂਰੀਆਂ ਹੋ ਗਈਆਂ, ਜਾਂ ਕਿਸੇ ਹੋਰ ਬੰਦੇ ਨੂੰ 51 ਪੂਰੀਆਂ ਹੋ ਗਈਆਂ, ਤਾਂ ਉਹ ਬਣ ਜੂਗਾ, ਉਹ ਬਣ ਜੂਗਾ। ਤੇ ਜੇ ਨਹੀਂ ਪੂਰੀਆਂ ਹੋਈਆਂ, ਫਿਰ ਉਦੋਂ ਬਾਅਦ 8ਵੇਂ ਨੰਬਰ ਵਾਲੇ ਨੂੰ ਤੋਰ ਦੇਣਗੇ, ਉਹਦੀਆਂ ਵੋਟਾਂ ਦੂਜੇ ਨੰਬਰਾਂ ਨੂੰ ਦੇ ਦੇਣਗੇ, ਵੀ ਵੋਟ ਟ੍ਰਾਂਸਫਰ ਹੋਈ ਜਾਂਦੀ ਹੈ। ਠੀਕ ਹੈ ਜੀ, ਲੱਗਿਆ ਪਤਾ ਕਿ ਨਹੀਂ ਲੱਗਿਆ? ਹਜੇ ਵੀ ਲੱਗ ਗਿਆ ਵੀ, ਲੱਗ ਗਿਆ। ਠੀਕ ਆ ਬਈ। ਤੁਸੀਂ ਨਾ ਇੱਕ ਤੁਹਾਡੀ ਇਹ ਪ੍ਰੈਕਟਿਸ ਹੋਊਗੀ, ਤੁਸੀਂ ਵੈਸੇ ਹੀ ਬਣਾ ਲਿਓ ਜੇ ਹਨਾ। ਪਹਿਲਾਂ ਇੱਕ ਟੇਬਲ ਬਣਾਇਓ ਜੀ, ਉਹ ਤੇ 100 ਵੋਟਾਂ ਰੱਖ ਲਿਓ ਜਾਂ 200 ਵੋਟਾਂ ਰੱਖ ਲਿਓ, ਠੀਕ ਹੈ। ਬੰਦੇ ਖੜੇ ਕਰ ਦਿਓ ਆਪਦੀ ਮਰਜ਼ੀ ਨਾਲ, 10 ਬੰਦੇ, ਕੋਈ ਮਰਜ਼ੀ, 5 ਹੀ ਬੰਦੇ ਖੜੇ ਕਰ ਦਿਓ, 10 ਜ਼ਰੂਰੀ ਨਹੀਂ, 5 ਬੰਦੇ ਖੜੇ ਕਰ ਦਿਓ, ਨਾਂ ਲਿਖ ਲਿਓ ਉਹਨਾਂ ਦੇ। ਤੇ ਉਦੋਂ ਬਾਅਦ ਚ ਲਿਖ ਦਿਓ ਜੀ ਵੀ ਇਹਨੂੰ ਇੰਨੀਆਂ ਵੋਟਾਂ ਪੈ ਗਈਆਂ, ਇਹਨੂੰ ਇੰਨੀਆਂ ਪੈ ਗਈਆਂ, ਇਹਨੂੰ ਇੰਨੀਆਂ ਪੈ ਗਈਆਂ, ਪਰ ਮੈਜੋਰਟੀ ਨਹੀਂ ਆਈ ਕਿਸੇ ਕੋਲੇ, ਠੀਕ ਹੈ। ਵੀ ਪ੍ਰੈਫਰੈਂਸ ਦਿਓ ਜੇ, ਪ੍ਰੈਫਰੈਂਸ ਦਿਓ ਜੇ ਹਨਾ ਵੀ ਇਹ ਠੀਕ ਆ। ਪਰ ਯਾਰ 100 ਬੰਦੇ ਤੁਹਾਨੂੰ ਔਖਾ ਹੋ ਜਾਊ ਨਾ, 30 ਕੁ ਵੋਟਾਂ ਰੱਖ ਲਿਓ ਜੀ, ਉਹਦੀ ਪ੍ਰੈਫਰੈਂਸ ਦੇ ਦਿਓ ਜੀ, ਠੀਕ ਹੈ, ਠੀਕ ਹੈ। ਮੋਟਾ ਮੋਟਾ ਤੁਹਾਨੂੰ ਸਿਸਟਮ ਦਾ ਪਤਾ ਲੱਗ ਗਿਆ ਵੀ ਇਹ ਕਿਵੇਂ ਹੁੰਦਾ। ਹਾਂ ਬਈ।
ਠੀਕ ਹੈ। ਤੇ ਸਿਸਟਮ ਤੁਸੀਂ ਆਪੇ ਬਣਾ ਕੇ ਦੇਖਿਓ ਜੀ। ਸੋ ਹੁਣ ਸਿੰਗਲ ਟ੍ਰਾਂਸਫਰੇਬਲ ਵੋਟ ਦਾ ਪਤਾ ਲੱਗ ਗਿਆ ਇਹਨੂੰ ਕਾਹਤੋਂ ਕਹਿੰਦੇ ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ। ਹਾਂ ਵੀ ਠੀਕ ਹੈ। ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਦਾ ਅਸਲ 'ਚ ਮਤਲਬ ਇਹ ਹੁੰਦਾ ਵੀ ਜਿੰਨੀਆਂ ਉਹਨਾਂ ਨੂੰ ਵੋਟਾਂ ਪਈਆਂ ਉਨੀਆਂ ਹੀ ਉਹਨਾਂ ਦੀਆਂ ਸੀਟਾਂ। ਵੀ ਜਿਵੇਂ ਹੁਣ ਮੰਨ ਕੇ ਚਲੋ ਆਪਣੇ ਤਾਂ ਫਸਟ ਪਾਸ ਦਾ ਵੋਟ ਸਿਸਟਮ ਆ ਵੀ ਵੋਟਾਂ ਮੋਦੀ ਨੂੰ 30% ਪਈਆਂ ਤੇ ਸੀਟਾਂ ਉਹਦੇ ਕੋਲੇ ਜ਼ਿਆਦੇ ਆ, ਸੀਟਾਂ ਉਹਦੇ ਕੋਲੇ 50% ਤੋਂ ਵੀ ਜ਼ਿਆਦੇ ਆ। ਹਾਂ ਵੀ ਹਨਾ ਵੀ 273 ਸੀਟਾਂ ਤਾਂ 50 ਤੋਂ ਜ਼ਿਆਦਾ ਹੀ ਬਣ ਗਈਆਂ। ਹਾਂ ਵੀ ਤੇ ਪਰ ਵੋਟਾਂ ਨੂੰ 30% ਹੀ ਪਈਆਂ। ਪ੍ਰਪੋਰਸ਼ਨਲ ਸਿਸਟਮ ਦਾ ਮਤਲਬ ਹੁੰਦਾ ਵੀ ਜਿੰਨੇ % ਤੁਹਾਨੂੰ ਵੋਟ ਪਈ ਆ ਉਨੀਆਂ ਹੀ ਤੁਹਾਨੂੰ ਸੀਟਾਂ ਮਿਲਣਗੀਆਂ। ਜੇ 30% ਵੋਟ ਪਈ ਹੁੰਦੀ ਤਾਂ 30 ਸੀਟਾਂ ਹੀ ਮਿਲਣਗੀਆਂ ਸੀ। ਸੋ ਇਹ ਕਹਿਣ ਦਾ ਮਤਲਬ ਜਿੱਥੇ ਇਲੈਕਸ਼ਨ ਕਈ ਦੇਸ਼ਾਂ ਦੇ ਵਿੱਚ ਪ੍ਰਪੋਰਸ਼ਨਲ ਸਿਸਟਮ ਚੱਲਦਾ। ਸੋ ਆ ਜਿਹੜੀਆਂ ਵੋਟਾਂ ਪਈਆਂ ਇਹ ਵੀ ਆਪਣੇ ਹੁਣ ਪ੍ਰਪੋਰਸ਼ਨ ਦੇ ਹਿਸਾਬ ਨਾਲ ਪਈਆਂ ਕਿਉਂਕਿ ਇਹ MLA ਤੇ MP ਦੀਆਂ ਵੋਟਾਂ ਨੂੰ ਉਹ ਵੈਲਿਊ ਉਹਨਾਂ ਨੇ ਅੱਡੋ ਅੱਡ ਆ। ਠੀਕ ਹੈ। ਤਾਂ ਕਰਕੇ ਇੱਥੇ ਪ੍ਰਪੋਰਸ਼ਨਲ ਕਿਹਾ ਸਿਸਟਮ ਵੀ ਆਪਾਂ ਡਿਸਕਸ ਨਹੀਂ ਕੀਤੀ ਵੀ MLA ਦੀ ਵੋਟ ਕਿੰਨੀ ਹੋਊਗੀ ਤੇ MP ਦੀ, ਪਰ ਇਹਨਾਂ ਦੀ ਵੈਲਿਊ ਆ ਜਿਹੜੀ ਉਹ ਅੱਡੋ ਅੱਡ ਆ। ਜਿਵੇਂ ਹੁਣ ਮੰਨ ਕੇ ਚਲੋ ਇੱਥੇ ਤਾਂ ਆਪਾਂ ਸਰਪੰਚ ਨੂੰ ਵੋਟ ਪਾ ਜਾਂਦੀ ਜਾਂ ਆਪਾਂ ਮੋਦੀ ਨੂੰ ਵੋਟ ਪਾ ਜਾਂਦੀ, ਆਪਣੀ ਇੱਕ ਵੋਟ ਹੀ ਗਿਣੀ ਜਾਊਗੀ ਨਾ ਵੀ ਗੁਰਭੇਜ ਨੇ ਪਾਈ ਹੈ ਇੱਕ ਵੋਟ। ਪਰ ਇੱਥੇ ਇਹ ਆ ਵੀ ਹੋ ਸਕਦਾ MLA ਨੇ ਇੱਕ ਨੇ ਪਾਈ ਆ ਉਹਨੂੰ 10 ਵੋਟਾਂ ਗਿਣੀਆਂ ਜਾਣ ਉਹ MLA ਦੀਆਂ, ਪਰ ਜੇ MP ਨੇ ਪਾਈ ਆ ਉਹਦੀਆਂ 15 ਵੋਟਾਂ ਗਿਣੀਆਂ ਜਾਣ। ਪਾਈ ਇੱਕ ਇੱਕ ਹੀ ਹੈ, ਇੱਕ ਜਾਣੇ ਨਹੀਂ। ਉਹ ਪ੍ਰਪੋਰਸ਼ਨਲ ਸਿਸਟਮ ਹੁੰਦਾ। ਠੀਕ ਹੈ। ਸੋ ਨਹੀਂ MP ਦੀਆਂ 15 ਯਾਰ ਉਹ ਤਾਂ ਕਾਊਂਟ ਕਰਕੇ ਕੀਤੇ ਤਾਂ ਪਤਾ ਲੱਗੂਗਾ ਵੀ ਕਿੰਨੀਆਂ ਉਹਦੀਆਂ ਬਣਦੀਆਂ ਕਿੰਨੀਆਂ ਉਹਦੀਆਂ ਬਣਦੀਆਂ। ਉਹ ਜ਼ਿਆਦਾ ਟੈਕਨੀਕਲ ਦਾ ਕੰਮ ਉਹਦੇ 'ਚ ਨਹੀਂ ਤੁਹਾਨੂੰ ਪੈਣ ਦੀ ਲੋੜ। ਵੀ ਇਹਦੇ 'ਚ ਐਂ ਆ ਵੀ ਇੱਕ ਵੈਲਿਊ ਦੀ ਵੋਟ ਇੱਕ ਨਹੀਂ ਹੁੰਦੀ ਗੀ। ਜੇ ਇੱਕ ਬੰਦੇ ਨੇ ਵੋਟ ਕੀਤੀ ਉਹਦੀ ਵੱਧ ਘੱਟ ਹੋ ਸਕਦੀ ਹੈ, ਵੇਰੀਏਬਲ ਹੁੰਦੀ ਹੈ। ਪੰਜਾਬ ਦੇ MLA ਦੀ ਹਰਿਆਣੇ ਦੇ MLA ਨਾਲ ਕੁਛ ਨਾ ਕੁਛ ਫਰਕ ਪੈ ਸਕਦਾ। ਸਮਝ ਲੱਗ ਗਈ। ਸੋ ਤਾਂ ਕਰਕੇ ਹੁਣ ਪਤਾ ਲੱਗ ਗਿਆ ਪ੍ਰਪੋਰਸ਼ਨਲ ਸਿਸਟਮ, ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਹਨਾ ਤੇ ਕਿਹੜੇ ਤਰੀਕੇ ਦੇ ਨਾਲ ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਦੇ ਨਾਲ। ਤੀਜੀ ਗੱਲ ਜਿਹੜੀ ਉਹ ਬੈਲਟ ਆ ਜਿਹੜੀਆਂ ਤੁਹਾਨੂੰ ਕਾਗਜ਼ ਦਿੱਤੇ ਆ ਜਿੱਥੇ ਤੁਸੀਂ ਆਪਦੀ ਪ੍ਰੈਫਰੈਂਸ ਲਿਖੀ ਆ ਉਹ ਕੀ ਹੋਊਗੀ ਸੀਕ੍ਰੇਟ ਬੈਲਟ ਹੋਊਗੀ, ਓਪਨ ਨਹੀਂ ਹੋਣੀ। ਠੀਕ ਹੈ। ਵੋਟਿੰਗ ਦਾ ਪਤਾ ਲੱਗ ਗਿਆ ਨਾ। ਠੀਕ ਹੈ। ਆ ਹੁਣ ਮਾੜਾ ਜਿਹਾ ਇੱਕ ਵਾਰ ਅਗਲੇ ਪੇਜ ਵਾਲਾ ਪੜ੍ਹ ਲਓ। The candidate who gets 50% of votes is considered elected। ਠੀਕ ਹੈ। ਕੋਟਾ ਕੀ ਬਣਿਆ ਨੰਬਰ ਆਫ ਵੋਟਸ ਪੋਲਡ, ਜਿੰਨੀਆਂ ਵੋਟਾਂ ਪਈਆਂ ਉਹਨੂੰ 2 ਨਾਲ ਭਾਗ ਕਰ ਦਈਏ ਤੇ ਉਦੋਂ ਇੱਕ ਜ਼ਿਆਦਾ ਚਾਹੀਦੀ ਹੁੰਦੀ ਆਪਾਂ ਨੂੰ ਹਨਾ। ਵੀ ਜੇ 360 ਵੋਟਾਂ ਪਈਆਂ ਤੇ ਆਪਾਂ ਨੂੰ ਕਿੰਨੀਆਂ ਚਾਹੀਦੀਆਂ 181। 181 ਕਿਵੇਂ ਬਣਿਆ 360 ਨੂੰ 2 ਨਾਲ ਭਾਗ ਕਰਕੇ ਤੇ ਇੱਕ ਜ਼ਿਆਦਾ ਚਾਹੀਦੀ ਹੈ। ਮੈਜੋਰਟੀ ਐਂ ਬਣਦੀ ਆ। 100 ਨੂੰ 2 ਨਾਲ ਭਾਗ ਕਰਤਾ 50 ਤੇ ਆਪਾਂ ਨੂੰ ਇੱਕ ਹੋਰ ਐਡ ਕਰ ਦਈਏ ਤਾਂ ਮੈਜੋਰਟੀ ਹੋ ਜੂਗੀ। ਆ ਕੋਟਾ ਜਿਹੜਾ ਕੋਟੇ ਦਾ ਫਾਰਮੂਲਾ ਇਹ ਤੇ ਤੁਸੀਂ ਉਲਝਣਾ ਨਹੀਂ, ਬਸ ਤੁਹਾਨੂੰ ਜਿੰਨਾ ਮੈਂ ਦੱਸਤਾ ਉਨੀਆਂ ਚੀਜ਼ਾਂ ਯਾਦ ਰੱਖਾਂਗੇ। ਇਹ ਪੜ੍ਹ ਲਓ ਇੱਕ ਵਾਰੀ। In this method, each voter casts as many votes as there are candidates in the field by giving his preference। ਸਮਝ ਲੱਗ ਗਈ। ਪ੍ਰੈਫਰੈਂਸ ਦੇਊਗਾ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਆ। ਵੋਟਰ ਕਾਸਟ ਵੋਟਰ ਪਾਊਗਾ ਕਿੰਨੀਆਂ as many votes as there are candidates ਜਿੰਨੇ ਕੈਂਡੀਡੇਟਸ ਆ in the field by giving his preference। ਠੀਕ ਆ। ਵੀ ਉਹ ਕਾਗਜ਼ ਦੇ ਉੱਤੇ ਕੀ ਲਿਖੂਗਾ ਸਾਰਿਆਂ ਦੀ ਪ੍ਰੈਫਰੈਂਸ ਵੀ ਆ 1 ਨੰਬਰ ਨੂੰ ਦਿੱਤੀ ਆ 2 ਨੂੰ ਹਨਾ। ਇਨ ਦਾ ਫਸਟ ਫੇਜ਼ ਪਹਿਲੇ ਫੇਜ਼ 'ਚ ਕੀ ਹੋਊਗਾ ਫਸਟ ਪ੍ਰੈਫਰੈਂਸ ਵੋਟਸ ਆਰ ਕਾਊਂਟਡ। ਪਹਿਲਾਂ ਸਾਰਿਆਂ ਦੀਆਂ ਕਿਹੜੀਆਂ ਗਿਣ ਲੈਣਗੇ ਪਹਿਲੇ ਪ੍ਰੈਫਰੈਂਸ ਵਾਲੀਆਂ ਵੋਟਾਂ ਵੀ ਇਹਨੇ ਪਹਿਲੇ ਨੰਬਰ ਤੇ ਕਿਹਨੂੰ ਦਿੱਤੀ ਹੈ ਹਨਾ। ਇਨ ਕੇਸ ਇਹ ਕੈਂਡੀਡੇਟ ਸਿਕਿਉਰਸ ਦਾ ਰਿਕੁਐਸਟਡ ਕੋਟਾ ਰਿਕੁਆਇਰਡ ਕੋਟਾ ਵੀ ਜੇ ਤਾਂ ਕੈਂਡੀਡੇਟ ਨੂੰ 51% ਮਿਲ ਗਿਆ ਐ ਪਹਿਲੀ ਪ੍ਰੈਫਰੈਂਸ ਦੇ ਆਧਾਰ ਤੇ 51 ਸੀਟਾਂ ਮਿਲ ਗਈਆਂ ਫਿਰ ਤਾਂ ਉਹ ਜਿੱਤ ਗਿਆ। ਹਾਂ ਬਈ ਠੀਕ ਹੈ। ਇਨ ਕੇਸ ਆ ਕੈਂਡੀਡੇਟ ਸਿਕਿਉਰ ਦਾ ਰਿਕੁਆਇਰਡ ਕੋਟਾ ਜਿੰਨਾ ਕੋਟਾ ਚਾਹੀਦਾ ਉਹਨਾਂ ਉਹਨੇ ਸਿਕਿਉਰ ਕਰ ਲਿਆ ਉਹਨਾਂ ਨੂੰ ਮਿਲ ਗਿਆ। ਹੀ ਇਜ਼ ਡਿਕਲੇਅਰਡ ਇਲੈਕਟਡ। ਉਹ ਕੀ ਹੋ ਜਾਊਗਾ ਹੋ ਜੂ ਇਲੈਕਟ ਹੋ ਜਾਊਗਾ। ਪਰ ਜੇ ਨਾ ਹੋਇਆ ਫਿਰ ਅਦਰਵਾਈਜ਼ ਦਾ ਪ੍ਰੋਸੈਸ ਆਫ ਟ੍ਰਾਂਸਫਰ ਆਫ ਵੋਟਸ ਇਜ਼ ਸੈਟ ਇਨ ਮੋਸ਼ਨ। ਫਿਰ ਜੇ ਨਾ ਹੋਇਆ ਤੇ ਫਿਰ ਟ੍ਰਾਂਸਫਰ ਆਫ ਵੋਟਸ ਹੋਣਾ ਸ਼ੁਰੂ ਹੋ ਜਾਊਗਾ। ਤੇ ਟ੍ਰਾਂਸਫਰ ਆਫ ਵੋਟਸ ਕਿਵੇਂ ਹੁੰਦਾ ਦਿਸ ਪ੍ਰੋਸੈਸ ਕੰਟੀਨਿਊਸ ਟਿਲ ਆ ਕੈਂਡੀਡੇਟ ਸਿਕਿਉਰਸ ਦਾ ਰਿਕੁਆਇਰਡ ਕੋਟਾ। ਇਹ ਉਹਨਾਂ ਟਾਈਮ ਹੁੰਦੀ ਰਹੂਗੀ ਜਿੰਨਾ ਟਾਈਮ 50% ਉਹਨੂੰ 52 ਵੋਟਾਂ ਉਹਨੂੰ ਪੈ ਨਹੀਂ ਜਾਂਦੀਆਂ। ਦਿਸ ਪ੍ਰੋਸੀਜਰ ਸ਼ੋਜ਼ ਦੈਟ the majority of the elected president। ਸਮਝ ਲੱਗ ਗਈ ਵੀ ਇਹ ਪ੍ਰੋਸੀਜਰ ਕਾਹਤੋਂ ਫੋਲੋ ਕੀਤਾ ਬਈ ਭਾਰਤ ਦੇ ਜਿਹੜਾ ਰਾਸ਼ਟਰਪਤੀ ਆ ਉਹ ਕਿਹਦੇ ਰਾਹੀਂ ਚੁਣਿਆ ਜਾਵੇ ਉਹ ਮੈਜੋਰਟੀ ਰਾਹੀਂ ਚੁਣਿਆ ਗਿਆ ਹੀ ਹੋਵੇ। ਐਂ ਨਹੀਂ ਵੀ ਹਾਂ ਵੀ 30% ਲੋਕਾਂ ਨਾਲ ਹੀ ਰਾਸ਼ਟਰਪਤੀ ਚੁਣਿਆ ਹੋਇਆ ਤੇ ਆਪਾਂ ਕਹਿ ਦਈਏ ਇਸ ਤਰ੍ਹਾਂ ਇਹਨੂੰ ਮੰਨਦੇ ਹੀ ਨਹੀਂ ਬਈ ਇਹਨੂੰ ਤਾਂ 30% ਵੋਟਾਂ ਜਿਵੇਂ ਆਪਾਂ ਹੁਣ ਪ੍ਰਧਾਨ ਮੰਤਰੀ ਨੂੰ ਕਹਿ ਦਿੰਦੇ
ਤੁਸੀਂ ਕਹਿਣ ਦਾ ਹਾਂ। ਮਤਲਬ ਇਹ ਤਾਂ ਕਰਕੇ ਆ ਸਿਸਟਮ ਲਿਆ ਆਪਾਂ ਵੀ ਜਿਹੜਾ ਰਾਸ਼ਟਰਪਤੀ ਆ ਉਹਨੂੰ 51% ਤੇ ਵੋਟਾਂ ਪਈਆਂ ਹੀ ਹੋਣ, 51 ਸੀਟਾਂ 50 ਵੋਟਾਂ ਠੀਕ ਹੈ 50+1 ਤਾਂ ਠੀਕ ਹੈ ਸਮਝ ਲੱਗੀ, ਹਾਂ ਵੀ ਤਾਂ ਕਰਕੇ ਅਡਾਪਟ ਕੀਤਾ। ਫਿਰ ਅੱਗੇ ਆ ਇੰਪੋਰਟੈਂਟ ਆ, ਆਲ ਡਿਸਪਿਊਟਸ ਰਿਗਾਰਡਿੰਗ ਇਲੈਕਸ਼ਨ ਆਫ ਦਾ ਪ੍ਰੈਜ਼ੀਡੈਂਟ ਆਰ ਐਡਜੂਡੀਕੇਟਡ ਬਾय ਸੁਪਰੀਮ ਕੋਰਟ। ਜੇ ਮੰਨ ਕੇ ਚਲੋ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨੂੰ ਲੈ ਕੇ ਕੋਈ ਨਾ ਕੋਈ ਚੱਕਰ ਪੈ ਗਿਆ, ਕੋਈ ਰੌਲਾ ਪੈ ਗਿਆ, ਤੇ ਉਹ ਮੈਟਰ ਫਿਰ ਕਿੱਥੇ ਜਾ ਕੇ ਸੁਲਝੂਗਾ, ਹਾਈ ਕੋਰਟ 'ਚ ਕਿ ਡਿਸਟ੍ਰਿਕਟ ਕੋਰਟ? ਸੁਪਰੀਮ ਕੋਰਟ। ਉਹਦੀ ਅਰਜੀ ਕਿੱਥੇ ਲੱਗੂ? ਕੱਲੀ ਸੁਪਰੀਮ ਕੋਰਟ 'ਚ ਲੱਗੂਗੀ। ਇਹ ਕੁਐਸਚਨ ਆ, ਇਹ ਕੀ ਹੈ ਠੀਕ ਹੈ ਕੁਐਸਚਨ, ਜਿਵੇਂ ਮੈਂ ਤੁਹਾਨੂੰ 6-7 ਪਹਿਲਾਂ ਬਣਾਇਆ, ਇਹਨੂੰ ਵੀ ਲਿਖਣਾ ਵੀ ਡਿਸਪਿਊਟਸ ਰਿਗਾਰਡਿੰਗ ਦਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਆਰ ਸੋਲਵਡ ਬਾਈ, ਵੀ ਐਡਜੂਡੀਕੇਟਡ ਨਹੀਂ ਕਹਿਣਾ, ਸੋਲਵਡ ਬਾਈ ਕਹਿ ਲਓ ਸੁਪਰੀਮ ਕੋਰਟ। ਠੀਕ ਹੈ। ਫਿਰ ਅੱਗੇ ਹਾਂ ਆਪਾਂ ਕਿਹਾ ਸੀ ਵੀ ਹਰਿੰਦਰ ਵੋਟਾਂ ਹਨਾ ਵੀ ਪ੍ਰੈਜ਼ੀਡੈਂਟ ਦੀਆਂ ਵੋਟਾਂ 'ਚ ਖੜਾ ਹੋ ਸਕਦਾ, ਪਰ ਇਹਨੂੰ ਖੜਾ ਹੋਣ ਵਾਸਤੇ ਇੱਕ ਹੋਰ ਕੰਡੀਸ਼ਨ ਚਾਹੀਦੀ ਹੁੰਦੀ ਕਿ ਇਹਦੀ ਨੋਮੀਨੇਸ਼ਨ ਫਾਰ ਇਲੈਕਸ਼ਨ ਆਫ ਪ੍ਰੈਜ਼ੀਡੈਂਟ must be supported by at least 50 electors as proposers and 50 electors as standards। ਮਤਲਬ 100 ਬੰਦੇ ਦੀ ਸਪੋਰਟ ਹੋਣੀ ਚਾਹੀਦੀ ਹੈ। ਜੇ ਤੁਸੀਂ ਵੋਟ ਪਾਉਣ ਖੜਾ ਹੋਣਾ ਨਾ ਪ੍ਰੈਜ਼ੀਡੈਂਟ ਦੀਆਂ ਵੋਟਾਂ 'ਚ, ਤੁਸੀਂ ਇਹ ਸ਼ੋਅ ਕਰਨਾ ਵੀ ਸਾਡੇ ਕੋਲੇ 100 ਬੰਦਾ ਸਾਡੇ ਮਗਰ ਹੈਗਾ ਜੀ। ਘੱਟੋ ਘੱਟ ਚਲੋ ਹਾਂ ਹਾਂ ਵੀ 50 ਐਮਐਲਏ ਹੋਣ, 50 ਭਾਵੇਂ ਤੁਹਾਡੇ ਕੋਲ ਐਮਪੀ ਹੋਣ, ਜਾਂ 60 ਐਮਐਲਏ ਤੇ 40 ਐਮਪੀ ਹੋਣ। ਹਾਂ ਬਈ ਠੀਕ ਹੈ ਵੀ ਆਮ ਸਿਟੀਜ਼ਨ ਨੇ ਤਾਂ ਵੋਟ ਹੀ ਨਹੀਂ ਪਾਉਣੀ, ਉਹ 100 ਬੰਦੇ ਦੀ ਸਪੋਰਟ ਨਹੀਂ, ਜਿਹੜੇ ਬੰਦਿਆਂ ਨੇ ਵੋਟ ਪਾਉਣੀ ਉਹਨਾਂ ਦਾ 100 ਦੀ। ਠੀਕ ਹੈ ਠੀਕ ਹੈ। ਤੇ ਅੱਗੇ ਕੀ ਹੈ ਵੀ ਜਿਹੜਾ ਆਪਾਂ ਜ਼ਮਾਨਤ ਜ਼ਬਤ ਦੀ ਗੱਲ ਕਰਦੇ ਹਾਂ, ਵੀ ਕੋਈ ਜਦੋਂ ਕੋਈ ਵੀ ਵੋਟਾਂ ਪੈਂਦੀਆਂ, ਭਾਵੇਂ ਉਹ ਸਰਪੰਚ ਆ, ਭਾਵੇਂ ਮੈਂਬਰ ਆ, ਤੇ ਭਾਵੇਂ ਉਹ ਐਮਐਲਏ ਆ, ਤੇ ਭਾਵੇਂ ਐਮਪੀ ਆ, ਉਹ ਉਦੋਂ ਪਹਿਲਾਂ ਸਿਕਿਉਰਿਟੀ ਜਮ੍ਹਾਂ ਕਰਾਉਂਦੇ ਆ। ਵੀ ਕਈਆਂ ਥਾਂ 10,000 ਹੁੰਦੀ ਹੈ, ਕਿਸੇ ਦੀ 20,000 ਹੁੰਦੀ ਹੈ ਵੋਟਾਂ ਤੋਂ ਪਹਿਲਾਂ। ਠੀਕ ਹੈ। ਵੀ ਜੇ ਤਾਂ ਉਹਨਾਂ ਨੂੰ 10% ਵੋਟਾਂ ਪੈ ਗਈਆਂ, ਫਿਰ ਤਾਂ ਉਹ ਸਿਕਿਉਰਿਟੀ ਉਹਨਾਂ ਦੀ ਹੋ ਜਾਂਦੀ ਹੈ ਵਾਪਸ। ਤੇ ਜੇ ਉਹਨਾਂ ਨੂੰ ਵੋਟਾਂ 10% ਤੋਂ ਵੀ ਘੱਟ ਪਈਆਂ, ਤੇ ਫਿਰ ਉਹਨਾਂ ਦੀ ਸਿਕਿਉਰਿਟੀ ਉਹ ਵਾਪਸ ਨਹੀਂ ਹੁੰਦੀ ਗੀ, ਉਹ ਰੱਖ ਲੈਂਦਾ ਆਰਬੀਆਈ ਆਪਦੇ ਕੋਲੇ। ਵੀ ਇਹਨਾਂ ਨੇ ਟਾਈਮ ਹੀ ਖਰਾਬ ਕੀਤਾ, ਵੀ ਇਹਨਾਂ ਨੂੰ ਪਤਾ ਸੀ ਕਿ ਅਸੀਂ ਅੱਧੇ ਤਾਂ ਹੈ ਨਹੀਂ ਐਵੇਂ ਖੜੇ ਹੋ। ਜ਼ਮਾਨਤ ਜ਼ਬਤ ਹੁੰਦਾ ਮਤਲਬ ਪਤਾ ਲੱਗ ਗਿਆ ਕੀ ਹੁੰਦੀ ਹੈ? ਜ਼ਮਾਨਤ ਜ਼ਬਤ ਹੁੰਦੀ ਹੈ ਵੀ ਜਿਹੜੇ ਆਰਬੀਆਈ ਕੋਲੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਹੁੰਦੇ ਆ, ਉਹ ਵੈਸੇ ਤਾਂ ਵਾਪਸ ਹੋ ਜਾਣੇ ਹੁੰਦੇ ਆ, ਪਰ ਉਹਨਾਂ ਨੂੰ ਵੋਟਾਂ 10 ਵੀ ਨਹੀਂ ਪਈਆਂ, 10% ਵੀ ਨਹੀਂ ਪਈਆਂ, ਵੀ ਇੰਨੀ ਘੱਟ ਵੋਟ ਪਈ, ਉਹ ਆਦੇ ਵੀ ਤੁਹਾਨੂੰ ਹੁਣ ਪੈਸੇ ਨਹੀਂ ਵਾਪਸ ਕਰਦੇ। ਵੈਸੇ ਇੱਕ ਪੈਸਾ ਨਹੀਂ ਲੱਗਦਾ ਗਾ ਜਦੋਂ ਆਪਾਂ ਵੋਟਾਂ 'ਚ ਖੜੇ ਹੁੰਦੇ ਆ ਨਾ। ਜੇ ਤੁਸੀਂ ਸਹੀ ਕੰਟੈਂਡਰ ਆ, ਇੱਕ ਵਾਰੀ ਪੈਸੇ ਤੁਹਾਨੂੰ ਜ਼ਰੂਰ ਜਮ੍ਹਾਂ ਕਰਾਉਣੇ ਪੈਂਦੇ, ਪਰ ਬਾਅਦ 'ਚ ਉਹ ਰਿਫੰਡ ਹੋ ਜਾਂਦੇ ਆ, ਵਾਪਸ ਆ ਜਾਂਦੇ ਆ। ਤੇ ਇਹ ਮੈਂਬਰਾਂ ਨੂੰ ਕਰਾਉਣੇ ਪੈਂਦੇ ਆ? ਮੈਂਬਰਾਂ ਨੂੰ ਪੁੱਛੀਗਾ, ਮੈਨੂੰ ਲੱਗਦਾ ਕਰਵਾਏ ਹੋਣੇ ਇਹਨਾਂ ਨੇ। ਮੈਂਬਰ ਸਰਪੰਚ ਤਾਂ ਕਰਾਉਂਦਾ ਹੁੰਦਾ, ਸਰਪੰਚ ਨੂੰ ਕਰਾਉਣੇ ਪੈਂਦੇ। ਜ਼ਮਾਨਤ ਜ਼ਬਤ ਮੈਨੂੰ ਤਾਂ ਲੱਗਦਾ ਯਾਰ ਕਰਵਾਉਣੇ ਪੈਂਦੇ ਆ। ਇਹ ਚੀਜ਼ ਪੁੱਛੀ ਤੂੰ ਆਪਦੇ ਡੈਡੀ ਨੂੰ ਪੁੱਛੀ ਵੀ ਮੈਂਬਰ ਸਰਪੰਚ ਕਰਾਉਂਦੇ ਕਿ ਨਹੀਂ। ਐਮਐਲਏ ਐਮਪੀ ਦਾ ਤਾਂ ਮੈਨੂੰ ਪੱਕਾ ਪਤਾ ਨਾ ਵੀ ਉਹ ਤਾਂ ਹੁੰਦਾ ਹੀ ਹੁੰਦਾ। ਨਹੀਂ ਸਰਪੰਚ ਦਾ ਕਰਾਉਂਦੇ, ਮੈਨੂੰ ਪੱਕਾ ਪਤਾ ਕਰਵਾਉਂਦੇ ਆ ਸਰਪੰਚ ਦਾ। ਹਾਂ 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 ਮੈਂਬਰ ਦਾ ਨਹੀਂ ਪਤਾ। ਸਮਝ ਲੱਗ ਗਈ ਕਿ ਨਹੀਂ ਲੱਗੀ ਹੁਣ? ਹਾਂ ਟ੍ਰਾਂਸਫਰੇਬਲ ਵੋਟ ਵਾਲੇ ਸਿਸਟਮ ਦੀ ਵੀ ਪਤਾ ਲੱਗ ਗਿਆ ਕਿਵੇਂ ਆ। ਇਹ ਤੁਸੀਂ ਇੱਕ ਦੂਜੇ ਨਾਲ ਡਿਸਕਸ ਕਰਿਓ, ਮੈਂ ਤੁਹਾਨੂੰ ਕਹੀ ਜਾਂਦਾ ਵੀ ਉਹ ਬਣਾਇਓ ਚੰਗੋ ਆਪਦੇ ਵੱਲੋਂ ਨਾ, ਵੀ ਸਿਚੁਏਸ਼ਨ ਕ੍ਰੀਏਟ ਕਰਿਓ ਜੀ ਵੀ ਆਹ ਬੰਦੇ ਆ। ਠੀਕ ਆ, ਭਾਵੇਂ ਆਪਦੇ ਘਰ ਦੀਆਂ ਹੀ ਆਪਣੇ ਦੀਆਂ ਐਂ ਕਰ ਲਿਓ ਜੀ, ਸਾਰਿਆਂ ਨੂੰ ਪੇਪਰ ਵੰਡ ਦਿਓ ਜੀ। ਠੀਕ ਆ, 5 ਬੰਦੇ ਖੜੇ ਹੋ ਜੇ ਵੋਟਾਂ 'ਚ, ਉਹਨਾਂ ਨੂੰ ਕਹਿ ਦਿਓ ਵੀ ਤੁਸੀਂ ਵੋਟਾਂ ਪਾ ਦਿਓ, ਪਹਿਲੇ ਤੇ ਕਿਹੜਾ, ਦੂਜੇ ਤੇ ਕਿਹੜਾ, ਉਦੋਂ ਬਾਅਦ 'ਚ ਉਹਨਾਂ ਨੂੰ ਗਿਣਿਓ ਜੀ। ਜੇ ਹੁਣ ਮੰਨ ਕੇ ਚਲੋ ਆਪਣੇ ਘਰ 'ਚ 20 ਮੈਂਬਰ ਆ, ਠੀਕ ਹੈ, ਤੇ 20 ਮੈਂਬਰ ਆ, ਤੇ ਆਪਾਂ ਨੂੰ ਫਿਰ ਵੋਟਾਂ ਕਿੰਨੀਆਂ ਚਾਹੀਦੀਆਂ ਜਿੱਤਣ ਵਾਸਤੇ? 11 ਪ੍ਰੈਜ਼ੀਡੈਂਟ ਬਣਨ ਵਾਸਤੇ 11 ਚਾਹੀਦੀਆਂ, ਕਿਉਂਕਿ ਵੀ ਉਹ ਜਿੰਨੀਆਂ ਟੋਟਲ ਹੁੰਦੀਆਂ ਉਹਨੂੰ 2 ਨਾਲ ਭਾਗ ਕਰਕੇ ਤੇ 1 ਜੋੜ ਕੇ ਜਿੰਨੀਆਂ ਬਣਦੀਆਂ ਹੁੰਦੀਆਂ ਉਹ ਹੁੰਦੀਆਂ ਉਨੀਆਂ ਚਾਹੀਦੀਆਂ। ਐ ਨਹੀਂ ਵੀ ਜਿਹਨੂੰ ਜ਼ਿਆਦਾ ਪੈ ਗਈਆਂ ਉਹ ਨਹੀਂ ਜਿੱਤਦਾ। ਸਮਝ ਲੱਗ ਗਈ ਵੀ ਇੱਕ ਤਾਂ ਹੁਣ 5 ਬੰਦੇ ਖੜੇ ਆ, ਤੇ ਇੱਕ ਨੂੰ ਜੇ 6 ਪੈ ਗਈਆਂ ਹੋ ਸਕਦਾ 6 ਵਾਲਾ ਜਿੱਤ ਜੇ, ਪਰ 6 ਨਹੀਂ, ਆਪਾਂ ਨੂੰ 11 ਚਾਹੀਦੀਆਂ। ਉਹ 11 ਕਿਵੇਂ ਬਣਨਗੀਆਂ ਉਹ ਬਾਅਦ ਦੇ ਵਿੱਚ ਵੀ ਤੁਹਾਨੂੰ ਦੱਸਿਆ ਕਿਹੜੇ ਪ੍ਰੋਸੀਜਰ ਨਾਲ ਬਣਨਗੀਆਂ। ਠੀਕ ਹੈ, ਇਹ ਤੁਸੀਂ ਕਰਨਾ ਅੱਜ ਕੰਮ। ਪੇਜ ਲੈ ਲਿਓ ਜੀ ਤੇ ਸਾਰਿਆਂ ਨੂੰ ਦੇ ਦਿਓ ਜੀ ਵੀ ਪਾਓ ਵੋਟਾਂ ਭਾਈ। ਓਕੇ ਹੋ ਗਿਆ? ਅੱਜ ਦੇ ਲਈ ਇੰਨਾ ਹੀ ਬਹੁਤ ਹੈ, ਇਹਨੂੰ ਚੱਜ ਨਾਲ ਕਰਿਓ ਜੀ। ਠੀਕ ਹੈ, ਕਿਉਂਕਿ ਤੇ ਕੱਲ ਤੋਂ ਮੈਂ ਥੋੜਾ ਜਿਹਾ ਕੰਮ ਸਪੀਡ ਖਿੱਚਾਂਗੇ, ਮੈਂ ਤੁਹਾਨੂੰ ਲੈਕਚਰ ਘੱਟ ਦਿਆ ਕਰੂੰਗਾ ਵਿੱਚ ਜਿਹੜਾ ਮੈਂ ਅੱਜ ਬੋਲੀ ਗਿਆ। ਪਰ ਗੱਲ ਫੇਰ ਉਹੀ ਹੈ ਵੀ ਬਲਤੇਜ ਤੂੰ ਆਪਦੇ ਲਕਸ਼ ਤੋਂ ਭਟਕਦਾ, ਟਾਰਗੇਟ ਵੱਲ ਨੂੰ ਤੂੰ ਓਰੀਐਂਟਡ ਹੈ ਨਹੀਂਗਾ।
ਠੀਕ ਹੈ, ਆਪਦਾ ਨਿਸ਼ਾਨਾ ਸਿਰਫ ਉੱਥੇ ਹੋਣਾ ਚਾਹੀਦਾ ਹੁੰਦਾ ਵੀ ਜਿਹੜੇ ਪਾਸੇ ਨੂੰ ਤੁਸੀਂ ਤੁਰਨਾ। ਜੇ ਤੁਹਾਨੂੰ ਲੱਗਦਾ ਵੀ ਹਾਂ ਇਹ ਨਹੀਂ ਉਹ ਕਰਨਾ ਤਾਂ ਫਿਰ ਉਹ ਸ਼ੁਰੂ ਕਰਵਾ ਦਾਂਗੇ, ਪਰ ਜਿਹੜੀ ਚੀਜ਼ ਕਰੀ ਜਾਂਦੇ ਉਹਨੂੰ ਢੰਗ ਨਾਲ ਕਰੀ ਚੱਲੋ। ਜਿੰਨਾ ਟਾਈਮ ਉਹ ਨਹੀਂ ਆਉਂਦੀ ਉਹਨਾਂ ਟਾਈਮ ਹੋਰ ਪਾਸੇ ਨਹੀਂ ਜਾਣਾ ਗਾ। ਠੀਕ ਹੈ ਠੀਕ ਹੈ, ਜੇ ਇਹਨਾਂ ਚੋਂ ਕੋਈ ਚੀਜ਼ ਤੈਨੂੰ ਨਹੀਂ ਪਤਾ ਲੱਗਦੀ ਤੂੰ ਹਰਜੀਤ ਨੂੰ ਪੁੱਛ, ਤੂੰ ਗੁਰਭੇਜ ਨੂੰ ਪੁੱਛ, ਜੇ ਇਹਨਾਂ ਨੂੰ ਵੀ ਨਹੀਂ ਪਤਾ ਇਹ ਮੇਰੇ ਤੋਂ ਪੁੱਛਣ। ਪਰ ਐਂ ਨਹੀਂ ਵੀ ਉਹ ਗੰਦੇ ਮੰਦੇ ਜਿਹੇ ਕੰਸੈਪਟ ਆਪਦੇ ਦਿਮਾਗ 'ਚ ਵੀ ਬਿਠਾਈ ਰੱਖਣੇ ਆ। ਠੀਕ ਹੈ, ਠੀਕ ਹੈ ਜੀ, ਪੂਰਾ ਕਲੀਅਰ ਕਰਕੇ ਚੱਲੋ। ਠੀਕ ਹੈ ਜੀ। ਚਲੋ ਠੀਕ ਆ ਫਿਰ। ਰਾਤ ਨੂੰ ਤਾਂ ਲਾਉਣੀ ਕਿ ਲਾਉਣੀ ਨਹੀਂ ਨਹੀਂ ਰਾਤ ਨੂੰ ਨਹੀਂ, ਬਸ ਸਵੇਰੇ ਹੀ ਲਾਇਆ ਕਰਾਂਗੇ। ਰਾਤ ਨੂੰ ਨਹੀਂ ਸਹੀ ਰਹਿੰਦਾ ਨਹੀਂ ਰਾਤ ਨੂੰ ਨਹੀਂ ਆਉਂਦਾ ਸਾਹਿਬ। ਤੇ ਪੜਨਾ ਹੈ ਹਾਂ ਮੈਂ ਤੇ ਪੜ੍ਹਨਾ ਆਪਦਾ ਹੁੰਦਾ। ਹੁਣ 2 ਟਾਈਮ ਨਹੀਂ ਨਾ ਫਿਰ ਆ ਸਕਦਾ ਜੀ। ਨਹੀਂ ਇੱਕ ਟਾਈਮ ਮੈਂ ਰਾਤ ਨੂੰ ਲੜਿਆ ਕਰਕੇ ਕੱਲਾ। ਨਹੀਂ ਸਵੇਰੇ ਹੀ ਆਉਂਦਾ ਯਾਰ, ਰਾਤ ਨੂੰ ਮੈਂ ਦੱਸੀ ਤਾਂ ਜਾਂਦਾ ਫਿਰ ਉਹ ਨਹੀਂ ਮੈਨੂੰ ਟਾਈਮ ਲੱਗ ਜਾਂਦਾ। ਵਾਲੀ ਭਾਵੇਂ 4:30 ਲਾ ਲਿਆ ਕਰਕੇ ਬਈ। ਹਾਂ ਸਵੇਰੇ 4:30 ਹੀ ਜਾਂ ਆਪਾਂ ਸ਼ੁਰੂ 5 ਕਰਿਆ ਕਰਾਂਗੇ। ਨਹੀਂ ਹਾਂ, ਨਹੀਂ 4:30 4:30 ਤੋਂ ਹਰਜੀਤ 6:30 ਵਜੇ ਤੱਕ ਨਾ 2 ਘੰਟਿਆਂ 'ਚ ਮੈਂ ਬਹੁਤ ਕਰਾ ਦਿਆ ਕਰੂੰਗਾ ਕੰਮ ਤੁਹਾਨੂੰ। ਹਾਂ। 2 ਸਬਜੈਕਟ ਵੀ ਕਰਾ ਉੱਥੋਂ ਕੋਈ- ਦੂੰਗਾ। ਹੁਣ ਜਦੋਂ YouTube ਤੇ ਅਪਲੋਡ ਹੋਣ ਲੱਗ ਪਈਆਂ ਨਾ ਇੱਕ ਵਾਰੀ ਵੀਡੀਓ, ਪਤਾ ਲੱਗ ਜੂ ਹੁਣ ਅੱਜ ਕਿਵੇਂ ਹੁੰਦੀ ਹੈ। ਠੀਕ ਹੈ, ਤੇ ਫਿਰ ਮੈਂ ਵਾਰੀ-ਵਾਰੀ ਰਿਪੀਟ ਕਰਨ ਦੀ ਮੈਨੂੰ ਨਹੀਂ ਲੋੜ। ਮੈਂ ਇੱਕ ਵਾਰੀ ਗੱਲ ਦੱਸਿਆ ਕਰਨੀ ਆ, ਉਹਨੂੰ ਤੁਸੀਂ ਮੇਰੇ ਹਰੇਕ ਵਰਡ ਨੂੰ ਤੁਸੀਂ ਧਿਆਨ ਨਾਲ ਨੋਟ ਕਰਿਆ ਕਰਿਓ ਜੀ। ਗੱਲ ਸਮਝ ਲੱਗੀ? ਹਾਂ ਠੀਕ ਹੈ। ਜਿਹੜੀ ਗੱਲ ਕਹੀ ਹੈ ਵੀ ਉਹ ਇੱਕ ਵਾਰੀ ਕਹੀ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਇੰਪੋਰਟੈਂਟ ਨਹੀਂ। ਉਹਨੂੰ ਫਿਰ ਤੁਸੀਂ ਉਹ ਕਰਿਆ ਕਰਿਓ ਜੀ। ਠੀਕ ਹੈ, ਹਾਂ ਠੀਕ ਹੈ ਜੀ।